ਸਵਾਗਤ ਜੀ। ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਇਸ ਵਕਤ ਆਪਣਾ ਹੋ ਸਕਦਾ ਫੋਨ ਤੇ ਵੀ ਦੇਖਦੇ ਪਏ ਹੋਵੋ। ਤੇ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਪ੍ਰੋਗਰਾਮ ਦਾ ਨਾਮ ਉਹੀ ਪ੍ਰਾਈਮ ਫੋਕਸ, ਚੈਨਲ ਵੀ ਪ੍ਰਾਈਮ ਏਸ਼ੀਆ ਟੀਵੀ। ਤੁਸੀਂ ਉਹ ਲੋਗੋ ਜਿਹਾ ਵੀ ਦੇਖ ਲੈਂਦੇ ਹੁਣੇ ਨੁੱਕਰ 'ਚ ਲੱਗਿਆ। ਮੈਂ ਵੀ ਹੁਣ ਉਹੀ ਗੁਰਪ੍ਰੀਤ ਸਿੰਘ ਸੰਧਾਵਾਲੀਆ, ਨਾਲ ਬੰਦਾ ਵੀ ਉਹੀ ਪਰਮਵੀਰ ਬਾਠ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਤੇ ਆਇਆ, ਪਰ ਕੁਛ ਬਦਲ ਨਹੀਂ ਰਿਹਾ ਬਾਠ ਸਾਹਿਬ। ਬਦਲ ਰਿਹਾ ਕੀ? ਜਦੋਂ ਤੁਸੀਂ ਅੱਜ ਆ ਪੈਂਦੀ ਸੱਟੇ ਨਾ ਆਉਂਦਿਆਂ ਹੀ ਇਹ ਕਿਹਾ ਕਿ ਤੁਸੀਂ ਦੇਖ ਰਹੇ ਹੋ ਟੈਲੀਵਿਜ਼ਨ ਆਪਣਾ, ਮੈਨੂੰ ਚੇਤਾ ਆ ਗਿਆ ਕੀ ਜਦੋਂ ਗੁਆਂਢੀਆਂ ਦੇ ਦੇਖਣਾ ਚਾਹੀਦਾ ਹੈ ਟੈਲੀਵਿਜ਼ਨ। ਹਾਂ, ਇਹ ਗੱਲ ਹੈਗੀ ਹੈ ਨਾ। ਤੇ ਮੈਂ ਇਹ ਵੀ ਸੋਚਦਾ ਸੀ ਕਿ ਜੇ ਤੁਸੀਂ ਤਾਂ ਮੈਂ 20 ਸਾਲ ਪਹਿਲਾਂ ਕਿਤੇ ਦੁਨੀਆ ਦੇ ਵਿੱਚ ਆਏ ਹੁੰਦੇ, ਆਪਣਾ ਪ੍ਰੋਗਰਾਮ ਚੱਲਦਾ ਹੁੰਦਾ ਤੇ ਗੁਆਂਢੀਆਂ ਦੇ ਨਿਆਣੇ ਫਿਰ ਟੀਵੀ ਦੇਖਣ ਗਏ ਹੁੰਦੇ ਤੇ ਨਿਆਣਿਆਂ ਨੇ ਪਤਾ ਕਰਨਾ ਹੁੰਦਾ ਸੀ, ਕਿਉਂਕਿ ਉਹਨਾਂ ਨੇ ਤਾਂ ਦੇਖਣਾ ਹੁੰਦਾ ਮੋਗਲੀ, ਸ਼ਕਤੀਮਾਨ ਜਾਂ ਕੋਈ ਫਿਲਮ। ਉਹ ਅੱਗੇ ਤਾਕੀਆਂ ਨਾਲ ਅਲੱਗ-ਅਲੱਗ ਦੇਖਦੇ ਹੁੰਦੇ ਸੀ ਵੀ ਕੀ ਚੱਲਦਾ। ਉਹ ਫਿਰ ਬਾਹਰੋਂ ਆਇਆ ਕਰਨਾ, ਉਹੀ ਦੋ ਭਾਈ ਲੱਗੇ ਅਜੇ ਵੀ। ਉਹ ਪਤਾ ਨਹੀਂ ਯਾਰ, ਇਹ ਫਿਰ ਰੋਜ਼ ਹੀ ਆ ਜਾਂਦੇ ਆ। ਉਹ ਦੋ ਭਾਈ ਖਬਰਾਂ ਹੀ ਸੁਣਾਈ ਜਾਂਦੇ ਆ, ਯਾਨੀ ਖਬਰਾਂ ਮੁੱਕਣ ਦਾ ਇੰਤਜ਼ਾਰ ਕਰਦੇ ਰਹੀਦਾ ਸੀ ਨਾ ਉਦੋਂ ਦੇ ਹਿਸਾਬ ਨਾਲ ਹੋ ਸਕਦਾ ਵੀ ਜਿੱਦਾਂ ਹੁਣ ਆਪਾਂ ਗੱਲਾਂ ਕਰਦੇ ਹਾਂ, ਇੱਦਾਂ ਨਾ ਕਰਦੇ। ਉਦੋਂ ਫਿਰ ਆਪਾਂ ਕਹਿ ਕਹਿੰਦੇ ਅੱਜ ਦੀਆਂ ਤਾਜ਼ਾ ਖਬਰਾਂ ਦੀ ਝਾਤ ਮਾਰਦੇ ਹਾਂ। ਇੱਕ ਲਾਈਨ ਮੈਂ ਪੜ੍ਹਨ ਤੋਂ ਬਾਅਦ ਫਿਰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਨਾ। ਉਹ ਕਿਉਂਕਿ ਜਿਹੜੀ ਉਹ ਟੋਨਟਨੈਲਿਟੀ ਹੁੰਦੀ ਆਪਾਂ ਨਹੀਂ ਆਂਦੇ ਵੀ ਉਹ ਠੀਕ ਆ ਉਦੋਂ, ਕਿਉਂਕਿ ਉਹ ਉਸ ਹਿਸਾਬ ਨਾਲ ਚੱਲਦਾ ਸੀ ਸਾਰਾ ਕੁਛ। ਉਹਦੇ ਹਿਸਾਬ ਨਾਲ ਤੇ ਫਿਰ ਨਿਆਣਾ ਬੋਰ ਹੋਣਾ ਹੀ ਆ। ਮੈਂ ਕੀ ਯਾਰ, ਭਾਪੇ ਹੋਣੀ ਰੋਜ਼ ਬੈਠੇ ਰਹਿੰਦੇ, ਪਤਾ ਲਾ ਕੇ ਕੀ ਵੇਂਦੇ ਆ। ਤੇ ਨਿਆਣਿਆਂ ਨੇ ਉਸੇ ਵੇਲੇ ਆਪਣੀਆਂ ਗੱਲਾਂ ਕਰਨੀਆਂ ਉੱਥੇ, ਉਹ ਚੁੱਪ ਕਰੋ ਇੱਕ ਮਿੰਟ, ਖਰਾ ਸੁਣਨ ਦੇ ਲੰਘ, ਕਿਉਂਕਿ ਉਦੋਂ ਕਿਹੜਾ ਬੈਕ ਕਰਕੇ ਸੁਣ ਲੈਣੀ ਹੁੰਦੀ ਸੀ। ਆਹੋ, ਇਹ ਤੇ ਗੱਲ ਹੈਗੀ। ਹੁਣ ਵੇਖੋ ਇਹ ਸੁੱਖ ਆ ਗਿਆ ਵੀ ਜੇ ਆਪਾਂ ਸਮਾਰਟ ਟੀਵੀਜ਼ ਦੀ ਗੱਲ ਕਰੀਏ ਤੇ ਜਿੱਥੇ ਮਰਜ਼ੀ ਰੋਕ ਲਓ ਜੀ। ਜੇ ਫੋਨ ਵਾਲਾ ਦਾ ਕੰਮ ਹੀ ਜਮਾਂ ਸੈੱਟ ਹੋ ਗਿਆ ਨਾ, ਵੀ ਜੇ ਕਹਿੰਦਾ ਦੇਖਣਾ, ਜੇ ਨਹੀਂ ਦੇਖਣਾ ਤੇ ਫਿਰ ਗੱਡੀ 'ਚ ਕਹਿੰਦੇ ਬਲੂਟੁੱਥ ਨਾਲ ਜੋੜਿਆ, ਫੋਨ ਕਿਤੇ ਹੋਰ ਪਿਆ, ਗੱਲਾਂ ਚੱਲਦੀਆਂ ਨੇ। ਸੰਧਾਲੀਆ ਸਾਹਿਬ ਇੱਕ ਗੱਲ ਹੋਰ ਦੱਸਾਂ ਤੁਹਾਨੂੰ, ਚੇਤਾ ਆ ਗਿਆ। ਹੁਣ ਤਾਂ ਤਰੀਕੇ ਬਹੁਤ ਨੇ ਨਾ, ਬਹੁਤ ਸਾਰੇ ਸੱਜਣ ਟਿੱਪਣੀਆਂ ਕਰਨਗੇ ਹੁਣ, ਜਿਹੜੇ ਦੇਖਣ ਸੁਣਨ ਵਾਲੇ ਪਰਿਵਾਰ ਦੇ ਮੈਂਬਰ ਆਪਣੇ। ਹੁਣ ਤਾਂ ਇਹ ਹੈ ਕਿ ਚਲੋ ਠੀਕ ਹੈ ਵੀ ਇੱਕ ਥਾਂ ਦੇ ਉੱਤੇ ਚੀਜ਼ ਕੋਈ ਨਹੀਂ ਚੰਗੀ ਲੱਗੀ, ਚੈਨਲ ਬਦਲ ਦਿਓ, ਉਹ ਨਹੀਂ ਮੋਬਾਈਲ 'ਤੇ ਦੇਖ ਲਓ, ਉਹ ਨਹੀਂ ਤੁਸੀਂ ਕਿਤੇ ਵੀ ਕਾਰ 'ਚ ਜਾਂਦੇ ਹੋ, ਕਿਤੇ ਕੁਛ ਵੀ ਹੈ, ਤੁਹਾਡੇ ਕੋਲ 100 ਚੀਜ਼ਾਂ ਨੇ ਕਿ ਤੁਸੀਂ ਆਪਣੇ ਮਨਪਸੰਦ ਦੀ ਚੀਜ਼ ਦੇਖ ਸੁਣ ਸਕਦੇ ਹੋ। ਸਾਡੇ ਸਾਰੇ ਸਤਿਕਾਰਯੋਗ ਨੇ ਲੀਡਰ ਸਾਹਿਬ, ਉਹ ਸਿਹਤਯਾਬ ਰਹਿਣ, ਉਹ ਲੰਮੀ ਉਮਰ ਭੋਗਣ। ਪਰ ਉਦੋਂ ਨਾ ਇੱਕ ਗੱਲ ਬਹੁਤ ਹੁੰਦੀ ਸੀ, ਇੱਕੋ ਹੀ ਚੈਨਲ ਹੁੰਦਾ ਸੀ ਦੂਰਦਰਸ਼ਨ, ਤੇ ਜੇ ਕੋਈ ਬਹੁਤ ਵੱਡਾ ਲੀਡਰ ਕਿਤੇ ਚੜ੍ਹਾਈ ਕਰ ਜਾਣਾ, ਫਿਰ ਉਹਨਾਂ ਨੇ ਚੱਲਦੇ ਪ੍ਰੋਗਰਾਮ ਦੇ ਵਿੱਚ ਹੀ ਨਾ ਇੱਦਾਂ ਇੱਕ ਪੱਟੀ ਆਉਣੀ ਕਿ ਇਹਨਾਂ ਦਾ ਦੇਹਾਂਤ ਹੋ ਗਿਆ, ਇਹਦੇ ਕਰਕੇ ਹੁਣ 7 ਦਿਨ ਜਾਂ ਇੰਨੇ ਦਿਨ ਰਾਸ਼ਟਰੀ ਸ਼ੋਕ ਮਨਾਇਆ ਜਾਊਗਾ। ਤੇ ਉਹਨੇ ਦਿਨ ਨਿਆਣੇ ਯਾਰ ਤੁੰਤਨੀ ਜੀ ਚੱਲੀ ਜਾਂਦੀ ਅਜੇ ਵੀ, ਕਿਉਂਕਿ ਉਹ ਤਾਂ ਚਲੋ ਸੋਗ ਹੁੰਦਾ ਸੀ ਕਿ ਵੱਡੇ ਲੀਡਰ ਆ ਤੇ ਉਹਨਾਂ ਦਾ ਕੋਈ ਆਪਸ਼ਨ ਵੀ ਨਹੀਂ ਸੀ ਹੁੰਦੀ। ਨਿਆਣੇ ਨੇ ਆਉਣਾ, ਟੀਵੀ ਲਾ ਕੇ ਦੇਖਣਾ, ਉਹਨਾਂ ਨੇ ਉਹੀ ਉਹ ਵਜਾਉਂਦੇ ਹੋਣਾ ਆਪਣੇ, 1 ਸਕਿੰਟ ਲਾਉਣਾ ਬੰਦ ਕਰਨ ਨੂੰ। ਨਹੀਂ ਚੇਤਾ ਕਿ ਨਹੀਂ ਚੇਤਾ? ਨਹੀਂ, ਇਹ ਤੇ ਗੱਲ ਹੈਗੀ। ਪਰ ਦੇਖੋ, ਹੋ ਸਕਦਾ ਵੀ ਉਹ ਉਦੋਂ ਕਿਉਂਕਿ ਸੋਝੀ ਉਨੀ ਕੁ ਹੁੰਦੀ ਸੀ ਨਾ, ਉਦੋਂ ਸਮਝ ਨਹੀਂ ਸੀ ਵੀ ਯਾਰ ਕੋਈ ਵਾਕਿਆ ਹੀ ਮਤਲਬ ਘਾਟਾ ਪਿਆ, ਉਹ ਤਾਂ ਕਰਕੇ ਸਾਰਾ ਕੁਝ ਚੱਲ ਰਿਹਾ। ਪਰ ਦੇਖੋ ਇੱਕ ਚੀਜ਼ ਤਾਂ ਹੈਗੀ ਹੈ ਨਾ, ਵੀ ਅੱਜ ਦੀ ਡੇਟ ਦੇ ਵਿੱਚ ਜੇ ਕਿਸੇ ਵਾਧ ਘਾਟ ਹੋ ਜਾਵੇ ਤੇ ਉਹ ਗੱਲ ਉੱਦਾਂ ਹੀ ਹੁੰਦੀ ਹੈ ਵੀ ਹਾਂਜੀ ਉਹਨਾਂ ਦਾ ਦੇਹਾਂਤ ਹੋ ਗਿਆ, ਪਰ ਰੁਕਦੀ ਨਹੀਂ ਦੁਨੀਆ ਨਾ, ਚੱਲੀ ਜਾਂਦਾ ਸਾਰਾ ਕੁਛ। ਨਹੀਂ ਐ ਚੱਲੀ ਜਾਂਦਾ ਹੁਣ ਤਾਂ, ਯਾਨੀ 5 ਮਿੰਟ ਵੀ ਨਹੀਂ ਰੁਕਦੀ ਦੁਨੀਆ। ਨਾਲੇ ਹੁਣ ਪ੍ਰੋਬਲਮ ਇਹ ਹੈ ਨਾ ਵੀ ਹੁਣ ਚੈਨਲ ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਤੁਸੀਂ ਇਹ 'ਤੇ ਲਾ ਲਓ ਆਪਣਾ ਪ੍ਰੋਗਰਾਮ, ਸਾਡੇ ਕੋਲ 250, 300, 400, 500 ਚੈਨਲ ਹੋਰ ਹੈਗਾ, ਅਸੀਂ ਕੁਛ ਹੋਰ ਵੇਖ ਲੈਂਦੇ। ਇੱਕ ਹੋਰ ਵੀ ਨਵਾਂ ਕੰਮ ਆਇਆ ਨਾ, ਅੱਗੇ ਹੁੰਦਾ ਸੀ ਜੇ ਪਰ ਪਿੰਡ ਦੇ ਵਿੱਚ ਕੋਈ ਗੁਜ਼ਰ ਜਾਣਾ ਤੇ ਸਾਰਿਆਂ ਨੂੰ ਸੋਗ ਹੁੰਦਾ ਸੀ, ਉਸੇ ਵੇਲੇ ਭੱਜ ਕੇ ਜਾਣਾ। ਕਿਸੇ ਨੇ ਕਹਿਣਾ ਕੋਈ ਗੱਲ ਨਹੀਂ, ਆਪਾਂ ਰੋਟੀ ਗੁਆਂਢ ਉੱਥੇ ਪਕਾ ਲੈਂਦੇ ਹਾਂ, ਕਿਸੇ ਨੇ ਸ਼ਮਸ਼ਾਨ ਘਾਟ ਦੇ ਵਿੱਚ ਬਾਲਣ ਇਕੱਠਾ ਕਰ, ਜਾਣੀ ਉਹਨਾਂ ਪਰਿਵਾਰ ਤਾਂ ਆਪਣਾ ਆਪ ਨਹੀਂ ਸਾਂਭਿਆ ਜਾਂਦਾ। ਹੁਣ ਅਜੇ ਵੀ ਲੋਕਾਂ 'ਚ ਤੇ ਮੋਹ ਪਿਆਰ ਹੈਗਾ, ਮੈਂ ਇਹ ਨਹੀਂ ਕਹਿੰਦਾ, ਪਰ ਕਈ ਇੱਦਾਂ ਦੇ ਵੀ ਹੁੰਦੇ ਆ ਜਿਹੜੇ ਕਹਿੰਦੇ ਯਾਰ ਜਾਣਾ ਪੈਣਾ ਉੱਥੇ, ਅੱਜ ਕੀ ਆ ਸੰਸਕਾਰ ਆ ਫਲਾਣੇ ਦਾ, ਤੇ ਟੈਲੀਫੋਨ ਕਰਕੇ ਪਤਾ ਕੀ ਪੁੱਛਦੇ ਹੁੰਦੇ, ਲੈ ਗਏ ਵੀ, ਜਾਣੀ ਫੇਰ ਹੀ ਜਾਵਾਂ। ਜਾਣੀ ਗੱਲ ਤਾਂ ਮਾੜੀ ਆ ਪਰ ਹੈਗੀ ਆ ਕਿਤੇ ਨਹੀਂ ਹੋ ਗਈ ਆ ਹੁਣ ਤਾਂ ਲਗਭਗ, ਇੱਥੋਂ ਨਾਲ ਰਲ ਜਾਾਂਗੇ ਗਲੀ 'ਚੋਂ, ਆਹ ਵੀ ਹਾਜ਼ਰੀ ਲਵਾ ਆਈਏ ਯਾਰ ਮੁੜ ਕੇ ਫਿਰ ਦੁਬਾਰਾ। ਆਪਣੇ ਦੇ ਵੀ ਹੋ ਗਿਆ ਵੀ ਜੇ ਮੰਨ ਲਓ ਇਹੋ ਜਿਹਾ ਕੱਲ੍ਹ ਕਿਤੇ ਸਵੇਰੇ ਪਤਾ ਲੱਗ ਜੇ ਤੇ ਫਿਰ ਬੰਦਾ ਤਿਆਰ ਸ਼ਿਆਰ ਹੋਇਆ ਹੁੰਦਾ ਬਰਾਤੇ ਜਾਣ ਨੂੰ, ਵੀ ਪੈਲਸ ਜਾਣਾ ਅੱਜ ਵਿਆਹ ਸ਼ਹਿਰ, ਤੇ ਅਚਾਨਕ ਓਹੋ ਚੱਲ ਫਿਰ ਇੱਦਾਂ ਕਰ, ਆ ਕੋਟ ਪੈਂਟ ਮੈਂ ਫੇਰ ਪਾਉਣਾ, ਫਿਰ ਕੁੜਤਾ ਪਜਾਮਾ ਦੇ, ਮੈਂ ਹਾਜ਼ਰੀ ਲਵਾ ਲਿਆਵਾਂ, ਉੱਧਰ ਮਾੜਾ ਜਿਹਾ ਮੂੰਹ ਮਲਾਇਆ ਕਰਕੇ ਤੇ ਮੁੜ ਕੇ ਹੱਥ ਜੇ ਜੋੜ ਕੇ ਤੇ ਚੱਲ ਨਾ ਵੀ ਜਾਣਾ ਹੀ ਫਿਰ ਕੋਈ ਨਹੀਂ ਜੀ ਮਹਾਰਾਜ, ਹੈ ਨਾ। ਮਤਲਬ ਤੁਸੀਂ ਦੇਖੋ ਵੀ ਚਲੋ 9-10 ਵਜੇ ਨੂੰ ਬੰਦਾ ਇਹ ਕਰਨਾ ਦੇ ਵੀ ਚੰਗਾ ਬੰਦਾ ਹੀ ਯਾਰ ਇੱਦਾਂ ਹੋ ਗਈ ਹੈ ਨਾ। ਤੇ ਠੀਕ ਉਹੀ ਬੰਦਾ ਜਦੋਂ ਤੁਸੀਂ 2:30 ਵਜੇ ਕਿਸੇ ਸ਼ਹਿਰ ਵਾਲੇ ਪੈਲਸ 'ਚ ਵੇਖਦੇ ਆ, ਫਿਰ ਮਤਲਬ ਗੱਲ ਹੋਰ ਹੁੰਦੀ ਹੈ। ਨਹੀਂ ਗੱਲ ਇਹਦੇ ਕੁਰਸੀਆਂ ਦੀ ਹੁੰਦੀ ਵੀ ਪਤਾ ਨਹੀਂ ਹੁਣ ਇਹ ਮੈਨੂੰ ਨਾ ਪਲਟਾ ਦੇਵੇ ਨਾਲ ਹੀ। ਤੁਸੀਂ 10 ਵਜੇ ਤੋਂ ਲੈ ਕੇ 2:30 ਵਜੇ ਤੁਸੀਂ ਟਾਈਮ ਬਹੁਤ ਪਾਤਾ ਹੀ। ਨਹੀਂ ਇੱਦਾਂ ਘੱਟ ਹੀ ਹੁੰਦਾ, ਬੰਦਾ ਅਫਸੋਸ ਕਰਕੇ ਨਿਕਲਦਾ, ਕਾਰ ਦੇ ਸ਼ੀਸ਼ੇ ਚਾੜ ਕੇ ਪਹਿਲਾਂ ਸਪੀਰੀ ਉਹਦਾ ਸੋਚਣਾ ਪਊ। ਉਹ ਤੇ ਚੱਲਦਾ, ਮੈਂ ਤੇ ਦੂਜੇ ਪਾਣੀ ਦੀ ਗੱਲ ਕੀਤੀ। ਅੱਛਾ ਠੀਕ ਹੈ। ਨਹੀਂ ਮੈਨੂੰ ਫਿਰ ਉਹਦਾ ਪਤਾ ਨਹੀਂ ਸੀ ਨਾ, ਹਿਸਾਬ ਤੁਹਾਨੂੰ ਪਤਾ ਹਿਸਾਬ ਜਿਹਾ ਨਹੀਂ ਸੀ ਮੈਨੂੰ।
ਅੱਛਾ ਤੁਸੀਂ ਕਹਿਣਾ ਵੀ ਯਾਰ ਬੰਦੇ ਅੱਜ ਕਿੱਧਰ ਨੂੰ ਲੱਗ ਪਏ। ਦੇਖੋ ਗੱਲ ਇਹ ਆ ਕਿ ਵੀ ਦੁਨੀਆ 'ਚ ਇੰਨਾ ਕੁਛ ਹੋਈ ਜਾਂਦਾ ਤੇ ਉਹ ਘੁੰਮ ਘੁੰਮ ਕੇ ਉੱਥੇ ਆਣ ਕੇ ਖਲੋਈ ਜਾਂਦਾ ਕਿ ਆਮ ਬੰਦੇ ਨੂੰ ਵੀ ਹੁਣ ਇਹ ਲੱਗਣ ਲੱਗ ਪਿਆ ਵੀ ਯਾਰ ਦਿਨ ਚੜ੍ਹਦਾ ਛਿਪ ਜਾਂਦਾ, ਚੜ੍ਹਦਾ ਛਿਪ ਜਾਂਦਾ, ਮੇਰੀ ਲਾਈਫ 'ਚ ਕੀ ਚੇਂਜ ਆ ਰਹੀ ਜੀ। ਹੁਣ ਉਹ ਚੇਂਜ ਭਾਲਦਾ ਵੀ ਜਾਂ ਤਾਂ 10 ਤਰੀਕ ਨੂੰ ਐਸਾ ਐਲਾਨ ਹੋ ਜਾਣਾ ਵੀ ਪਤਾ ਨਹੀਂ ਕੀ ਹੋ ਜਾਣਾ ਸੀ, ਉਸ ਦਿਨ ਤੋਂ ਬਾਅਦ ਮੇਰੀ ਜ਼ਿੰਦਗੀ ਚੇਂਜ ਹੋ ਜਾਣੀ ਆ। ਪਰ ਆਪਾਂ ਇਸ ਮੂਵਮੈਂਟ ਨੂੰ ਤੁਸੀਂ ਜ਼ਰੂਰ ਨੋਟ ਕਰ ਲਓ, ਭਾਵੇਂ ਰਿਕਾਰਡ ਕਰ ਲਓ, ਵੀ ਆਪਣੀ ਜ਼ਿੰਦਗੀ 'ਚ ਚੁਆਨੀ ਫਰਕ ਨਹੀਂ ਪੈਣਾ। ਨਹੀਂ ਮੁਸ਼ਕਲ ਹੋ ਜਾਣਾ ਆ, ਪਰ ਫਿਰ ਵੀ ਨਾ ਤੁਸੀਂ ਸੌਖੇ ਹੋ 2-4 ਦਿਨਾਂ ਲਈ ਅਜੇ ਸਾਰੇ ਜਣੇ ਸੌਖੇ ਇਸ ਕਰਕੇ ਆ ਕਿ ਭਾਈ ਰਾਤ ਨੂੰ ਵੱਧ ਤੋਂ ਵੱਧ ਜੇ ਕੋਈ ਪਰੇਸ਼ਾਨੀ ਹੋਊਗੀ ਸ਼ਾਮ ਨੂੰ ਤਾਂ ਇਹ ਹੋਊਗੀ ਕਿ ਆਹ ਦਾਲ ਨਹੀਂ ਮੈਂ ਖਾਣੀ, ਆਹ ਦਾਲ ਕੋਈ ਬਣਾਈ ਹੈ ਮੈਂ ਨਹੀਂ ਖਾਣੀ, ਰਹਿਣਾ ਇਹ ਨਾ ਮੈਨੂੰ ਅਚਾਰ ਨਾ ਦੇ ਦਿਓ ਜਾਂ ਮੈਂ ਕੋਈ ਹੋਰ ਧਰ ਦਿਓ ਕੁਛ, ਮੈਨੂੰ ਆਹ ਚੀਜ਼ ਬਣਾ ਦਿਓ ਮਾੜਾ ਜਿਹਾ। ਇਹ ਵੱਧ ਤੋਂ ਵੱਧ ਇਹੀ ਹੈ। ਉਹ ਵੀ ਤਾਂ ਵੀ ਜੇ ਸਾਹਮਣੇ ਵਾਲੇ ਪਾਸਿਓਂ ਭੈਣ ਜੀ ਉਹਨਾਂ ਨੇ ਇਹ ਆਪਸ਼ਨ ਰੱਖੀ ਹੈ ਤਾਂ ਹਾਂ, ਤੇ ਜੇ ਮੰਨ ਲਓ ਉਧਰ ਵੀ ਆਪਸ਼ਨ ਨਹੀਂ ਹੈਗੀ ਤੇ ਫਿਰ ਭਾਵੇਂ ਲੂਣ ਘੱਟ ਹੈ ਭਾਵੇਂ ਵੱਧ ਹੈ, ਫਿਰ ਮਤਲਬ ਉਹ ਕਹਿੰਦੇ ਵੀ ਚਲੋ ਜੇ ਉਧਰ ਬੰਦਾ ਹਾਰ ਗਿਆ ਤੇ ਕੀ ਹੋ ਗਿਆ, ਦਾਲ ਹੀ ਫਿੱਕੀ ਹੈ। ਨਹੀਂ ਉਹਦਾ ਇੱਕ ਤਰੀਕਾ ਹੈਗਾ ਨਾ, 2 ਘੰਟੇ ਪਹਿਲਾਂ ਹੀ ਬੰਦੇ, ਕਈ ਤੁਹਾਡੇ ਵਰਗੇ ਬੰਦੇ ਸਿਆਣੇ ਬਹੁਤ ਹੁੰਦੇ ਆ, ਉਹਨਾਂ ਨੇ ਪਹਿਲੇ ਘੰਟਾ ਇਹਦਾ ਧਰਿਆ ਕੀ ਆ, ਜੇ ਨਾ ਪਹਿਲੇ ਕਹਿਣਾ ਬਣਾ ਅੱਜ ਨਾ ਭਾਰਾ ਜਿਹਾ ਅੱਜ ਖਾਧੀ ਨਹੀਂ ਜਾਣੀ ਰੋਟੀ, ਅੱਜ ਪਹਿਲਾਂ ਹੀ ਜਾਣੀ ਟਾਈਮ ਨਹੀਂ ਕਹਿਣ ਲੱਪਣਾ ਵੀ ਅਗਲਾ ਕਵੇ ਬਿਨਾਂ ਵੀ ਇਹਨੂੰ ਸਵਾਦ ਨਹੀਂ ਲੱਗੀ। ਸੋ ਇਹ ਹੋਣਾ ਸਾਰਾ ਕੁਝ, ਇਸ ਕਰਕੇ ਆਪਾਂ ਤਾਂ ਬੇਨਤੀ ਕਰ ਰਹੇ ਹਾਂ ਵੀ ਇਸ ਵਕਤ ਸਵਾਲ ਤੇ ਹਰੇਕ ਦਾ ਇਹੀ ਆ ਵੀ ਫੇਰ ਕਿਹਦੀ ਫੇਰ ਬਣੂ ਫਿਰ ਸਰਕਾਰ। ਆਪਾਂ ਨੇ ਵੀ ਜਿਹਦੀ ਮਰਜ਼ੀ ਬਣ ਜੇ, ਮਤਲਬ ਜਿੰਨੀਆਂ ਪਾਰਟੀਆਂ ਨੇ ਇਲੈਕਸ਼ਨ ਲੜੀ, ਭਾਵੇਂ ਉਹ ਤੇ ਭਾਵੇਂ ਕੋਈ ਬਾਹਰੋਂ ਬੰਦਾ ਲਿਆਣ ਕੇ ਆਖੇ ਵੀ ਇਹਦੀ ਬਣਾ ਦੇਣੀ ਇਹ ਸਰਕਾਰ, ਤਾਂ ਵੀ ਕੋਈ ਫਰਕ ਨਹੀਂ ਪੈਣਾ ਲੋਕਾਂ ਦੀ। ਮੈਂ ਤਾਂ ਇਹ ਵੀ ਕਹਿਣਾ ਕਿ ਜਿੰਨੇ ਵੱਡੇ ਲੀਡਰ ਨੇ ਕਸੂਤੇ ਮੁਕਾਬਲਿਆਂ 'ਚ ਫਸੇ ਹੋਆ, ਕਿਉਂਕਿ ਸਰਕਾਰ ਤੁਸੀਂ ਬਣਾਉਣੀ, ਉਹਨਾਂ ਦੇ ਘਰ ਦੇ ਪਰੇਸ਼ਾਨ ਨਾ ਹੋਣ। ਜੇ ਮੰਨ ਲਓ ਕਿ ਉਹਨਾਂ ਦੇ ਘਰ ਦੇ ਕਿਸੇ ਜੀ ਨੂੰ 2:30 ਵਜੇ ਜਾਗ ਆ ਗਈ, 1:30 ਵਜੇ ਜਾਗ ਆ ਗਈ, 12:15 ਵਜੇ ਰਾਤ ਨੂੰ ਜਾਗ ਆ ਗਈ, ਜੇ ਉਹਨਾਂ ਨੂੰ ਲੱਗੇ ਕਿ ਭਾਈ ਵਿਹੜੇ 'ਚ ਕੋਈ ਘੁੰਮਦਾ ਹੀ, ਬਿਲਕੁਲ ਨਹੀਂ ਘਬਰਾਉਣਾ। ਹੋ ਸਕਦਾ ਤੁਹਾਡੇ ਘਰ ਦਾ ਜੀ ਜਿਹੜਾ ਕੋਈ ਇਲੈਕਸ਼ਨ ਲੜਿਆ ਤਾਂ ਰਿਜ਼ਲਟ ਅਜੇ ਆਉਣਾ, ਨੀਂਦ ਕਿਹੜਾ ਹੋਣੀ ਹੈ, ਹੋ ਸਕਦਾ ਬਾਹਰ ਟਹਿਲਦੇ ਹੁਣ ਮਾੜੀ ਹਵਾ ਲੈਣੇ, ਸਾਹ ਘੁੱਟ ਹੁੰਦਾ ਹੀ, ਨਤੀਜਾ ਪਤਾ ਨਹੀਂ ਬੜਾ ਕੇ ਜੇ ਕੋਈ ਉੱਠਦਾ ਹੀ, ਜੇ ਕੋਈ ਜਿੰਦਾਬਾਦ ਕਹਿੰਦਾ ਜਾਂ ਜੋ ਕੁਛ ਹੋਰ ਕਹਿੰਦਾ, ਘਬਰਾਉਣਾ ਨਹੀਂ। ਉਹਨਾਂ ਨੂੰ ਸੁਪਨੇ ਵੀ ਨਤੀਜਿਆਂ ਦੇ ਆਉਂਦੇ ਆ ਤੇ ਸਾਰਿਆਂ ਨੂੰ ਲੱਗਦਾ ਅਸੀਂ ਜਿੱਤ ਜਾਣਾ ਹੀ। ਹਾਂ ਨਹੀਂ, ਇੱਕ ਆਪਾਂ ਬੇਨਤੀ ਕਰੀਏ ਆਪਣੇ ਉਸ ਭਾਈਚਾਰੇ ਨੂੰ ਜਿਹੜਾ ਭਾਈਚਾਰਾ ਵਿਚਾਰਾ ਆਪਣਾ ਜਿਨ੍ਹਾਂ ਦਾ ਕੰਮ ਹੁੰਦਾ ਸਿਕਿਉਰਿਟੀ ਤੇ ਸਾਹਿਬ ਦੀ ਸਿਕਿਉਰਿਟੀ ਦਾ ਖਿਆਲ ਰੱਖਣਾ ਜੀ। ਉਹ ਕਿਉਂਕਿ ਹੁਣ ਕਾਰਨ ਹੈ ਵੀ ਉਹ ਇੱਕ ਅੱਧਾ ਬੰਦਾ ਤਾਂ ਵਿਚਾਰਾ ਜਾਗਦਾ ਹੀ ਹੁੰਦਾ ਨਾ ਵੀ ਯਾਰ ਤੂੰ ਫਿਰ ਹੁਣ ਰੱਖ ਨਿਗਾਹ, ਮੈਂ 2 ਮਿੰਟ ਅੱਖ ਲਾ ਲਵਾਂ, ਹੈ ਨਾ। ਤੇ ਨਿਗਾਹ ਉਹਨਾਂ ਦਾ ਇਹ ਹੁੰਦਾ ਵੀ ਸਾਹਿਬ ਦੇ ਕਮਰੇ ਦੀ ਬੱਤੀ ਦਾ ਖਿਆਲ ਰੱਖਣਾ ਵੀ ਜੇ ਜਗੀ ਤੇ ਫਿਰ ਨਾਲ ਹੀ ਟੈਨਸ਼ਨ ਹੋ ਜਾਣਾ, ਕਿਤੇ ਜਾਣਾ ਨਾ ਹੋਵੇ ਜੀ। ਉਹ ਵੀ ਜੇ ਮੰਨ ਲਓ ਵੀ ਆਹ 2-3 ਦਿਨ 'ਚ ਕਦੀ ਜਗੇ, ਕਦੀ ਬੁਝੇ, ਕਦੀ ਸਾਹਿਬ ਟਹਿਲਦੇ ਨਜ਼ਰ ਆਉਣ, ਤੇ ਐਵੇਂ ਦਿਲ ਤੇ ਨਹੀਂ ਲਾਉਣੀ। ਹੋ ਸਕਦਾ ਵੀ ਸਾਹਿਬ ਨੂੰ ਵੈਸੇ ਕਿਤੇ ਗੈਸ ਗੂਸ ਹੋਈ ਹੋਵੇ। ਚਲੋ ਔਖਾ ਹੈਗਾ ਸੰਧਾਲੀਆ ਸਾਹਿਬ, 5-7 ਹਲਕੇ ਐਸੇ ਆ ਜਿੱਥੇ ਵੀ ਸ਼ਰਤਾਂ ਲੱਗਣ ਲੱਗ ਪਈਆਂ, ਫਿਰ ਰੌਲਾ ਪੈਣ ਲੱਗ ਪਿਆ, ਕਿਉਂਕਿ ਯੂਕਰੇਨ ਵਾਲੇ ਮਸਲੇ ਦੇ ਕਰਕੇ ਚਰਚਾ ਘਟ ਗਈ ਸੀ। ਪਰ ਹੁਣ ਕਿਉਂਕਿ ਦਿਨ ਬੜੇ ਥੋੜ੍ਹੇ ਰਹਿ ਗਏ, ਗਿਣਤੀ ਵਾਲਾ ਦਿਨ ਨੇੜੇ ਆਉਣ ਲੱਗ ਪਿਆ, ਉਹਦੇ ਕਰਕੇ ਬਹੁਤ ਸਾਰੇ ਹਲਕਿਆਂ ਦੇ ਵਿੱਚ ਫਿਰ ਇੱਕ ਵਾਰੀ ਰੌਲਾ ਪੈਣ ਲੱਗ ਪਿਆ ਕਿ ਭਾਈ ਹੋਊਗਾ ਕੀ। ਕਿਉਂਕਿ ਜਿੰਨੀ ਵਾਰ ਵੀ ਲੰਬੀ ਵਿਧਾਨ ਸਭਾ ਹਲਕੇ ਦੀ ਗੱਲ ਚੱਲਦੀ ਹੈ, ਉਧਰਲੇ ਪਾਸੇ ਖੁੱਡੀਆਂ ਸਾਹਿਬ ਦੇ ਸਮਰਥਕਾਂ ਨੂੰ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਪੁੱਛੀ ਹੈ ਤੇ ਉਹ ਕਹਿੰਦੇ ਜੀ ਐਤਕੀ ਬਦਲਿਆ ਹੀ ਕੰਮ, ਐਤਕੀ ਵਧੀਆ, ਲੋਕਾਂ ਦਾ ਰਿਸਪੌਂਸ ਬਹੁਤ ਚੰਗਾ ਸੀ। ਪਹਿਲਾਂ ਹੁੰਦਾ ਸੀ ਕਹਿਣ ਜਾਣਾ ਪੈਂਦਾ ਸੀ, ਐਤਕੀ ਲੋਕ ਸੱਦਦੇ ਸੀ, ਐਤਕੀ ਲੋਕ ਕਹਿੰਦੇ ਸੀ ਕੋਈ ਗੱਲ ਨਹੀਂ ਤੁਸੀਂ ਚਿੰਤਾ ਕੋਈ ਨਾ ਕਰੋ, ਵੋਟਾਂ ਐਤਕੀ ਤੁਹਾਡੀਆਂ ਹੀ ਆ। ਯਾਨੀ ਲੰਬੀ ਵਿਧਾਨ ਸਭਾ ਹਲਕੇ ਦੇ ਵਿੱਚ ਬਾਦਲ ਸਾਹਿਬ ਨੂੰ ਅਜੇ ਤਾਈਂ ਕੋਈ ਹਾਲਾਤ ਆ ਨਹੀਂ ਸਕਿਆ, ਭਾਵੇਂ ਸਕਾ ਭਰਾ ਖੜਾ ਹੋਵੇ, ਭਾਵੇਂ ਚਾਚੇ ਦਾ ਪੁੱਤ ਖੜਾ ਹੋਵੇ, ਭਾਵੇਂ ਦਿੱਲੀੋਂ ਆ ਕੋਈ MLA ਖੜਾ ਹੋਵੇ, ਭਾਵੇਂ ਸਾਬਕਾ ਮੁੱਖ ਮੰਤਰੀ ਬਾਦਲ ਸਾਹਿਬ ਦਾ ਮੁਕਾਬਲਾ ਕਰਦਾ ਹੋਵੇ। ਪਰ ਐਤਕੀ ਖੁੱਡੀਆਂ ਸਾਹਿਬ ਕਹਿੰਦੇ ਆ ਕਿ ਮੈਂ ਕੰਮ ਚੰਗਾ ਕੀਤਾ ਹੀ। ਨਹੀਂ, ਜਿੰਨੀ ਕੁ ਹਵਾ ਇੱਧਰੋਂ ਉੱਧਰੋਂ ਪਤਾ ਲੱਗਦੀ ਉਹਦੇ ਵਿੱਚ ਤੇ ਇਹੋ ਹੀ ਚਰਚਾ ਵੀ ਲੋਕ ਕਹਿੰਦੇ ਵੀ ਝੰਡਾ ਉਹ ਕਹਿੰਦੇ ਬਾਹਰ ਉਹਨਾਂ ਦਾ ਹੀ ਹੁੰਦਾ ਇਹ, ਸਾਡੀ ਤੇ ਕਹਿੰਦਾ ਕੰਧ ਤੇ 2 ਪੋਸਟਰ ਵੀ ਵੱਡੇ ਉਹਨਾਂ ਦੇ ਸੀਗੇ। ਤੇ ਹੁਣ ਫਿਰ ਕਰੀਏ ਕੀ, ਕਹਿੰਦੇ ਫਿਰ ਹੁਣ ਪੁਰਾਣੇ ਜਾਣੋ ਇਹ ਰੋਜ਼ ਹੁਣ ਮੂੰਹ ਮੱਥੇ ਲੱਗਦੇ, ਐਤਕੀਆਂ ਤੇ ਬੁੜੀਆਂ ਵੀ ਆਉਂਦੀਆਂ ਵੀ ਨਹੀਂ ਆਹੋ। ਹੁਣ ਇਹ ਜਿਹੜੀਆਂ ਗੱਲਾਂ ਪਿੰਡਾਂ 'ਚੋਂ ਸੁਣਨ ਲੱਗ ਪਏ ਆਪਾਂ ਮੇਰਾ ਖਿਆਲ ਆ ਜੇ ਆਪਾਂ ਗਲਤ ਨਹੀਂ ਤੇ ਆਪਾਂ ਜਦੋਂ ਇਹ ਇਲੈਕਸ਼ਨ ਹੋਈ ਸੀ ਉਹ ਤੋਂ 2-3 ਦਿਨ ਬਾਅਦ ਵੀ ਇਹ ਗੱਲ ਕਹੀ ਸੀ। ਉਦੋਂ ਬਾਅਦ ਹੋ ਸਕਦਾ ਵੀ ਵਿੱਚ ਧੁਖਦੀ ਇੱਧਰ ਉੱਧਰ ਚੱਲ ਗਈ ਹੋਏ। ਹੁਣ ਕਿਉਂਕਿ ਇਲੈਕਸ਼ਨ ਦਾ ਰਿਜ਼ਲਟ ਵੀ ਨੇੜੇ ਆ ਗਿਆ, ਇਸ ਕਰਕੇ ਆਪਾਂ ਦੁਬਾਰਾ ਦੱਸ ਦਿੰਦੇ ਵੀ ਐਤਕੀ ਬਹੁਤ ਸਾਰੇ ਲੋਕੀ ਝੰਡੀਆਂ ਵੀ ਲਾਈਆਂ, ਗੱਡੀਆਂ ਤੇ ਸਟਿੱਕਰ ਲਾਏ, ਇਸ ਤੋਂ ਇਲਾਵਾ ਨਾਲ ਪ੍ਰਚਾਰ ਕਰਨ ਵੀ ਤੁਰੇ ਬੰਦੇ ਆਹੋ। ਪਰ ਬਾਅਦ 'ਚ ਹਾਂ ਨਹੀਂ, ਇੱਕ ਦੇਖੋ ਕਈ ਪਾਸੇ ਹੋਏ, ਇੱਕ ਵੀਡੀਓ ਜੀ ਜਾਂਦੀ ਆ ਉਹ ਪਰਲੇ ਪਾਸੇ ਪਾਕਿਸਤਾਨ ਦੀ ਹੱਦ ਦੇ ਨਾਲ ਇੱਕ ਹਲਕਾ ਲੱਗਦਾ, ਮੈਂ ਹੁਣ ਨਾਂ ਨਹੀਂ ਲੈਣਾ, ਉਹ ਕਹਿੰਦੇ ਆ ਜੀ ਉੱਥੋਂ ਦੇ ਲੀਡਰ ਸਾਹਿਬ ਜਿਹੜੇ ਆ ਉਹ ਫਿਰ ਵੋਟਾਂ ਤੋਂ ਬਾਅਦ ਕਿਤੇ ਬੈਠੇ ਸੀ 5-7 ਬੰਦੇ, ਤਾਂ ਉਹਨਾਂ ਨੇ 2-4 ਮੋਟੀਆਂ ਮੂੰਹ ਦੇ ਵਿੱਚੋਂ ਗਾਲਾਂ ਵੀ ਕੱਢੀਆਂ ਹੀ, ਰੇਤਾ ਸਾਰੀ ਇਹ ਖਾ ਗਿਆ ਹੀ, ਰਾਜਾ ਬਣਾ ਕੇ ਰੱਖਿਆ ਹੀ, ਤੁਰਿਆ ਦੂਜੇ ਨੇ ਫਿਰਦਾ ਰਿਹਾ ਹੀ, ਕੋਈ ਗੱਲ ਨਹੀਂ ਦੇਖਦੇ ਹੁਣ। ਜਾਣੀ ਵੀ ਜਿਹੜੇ ਉਹਨਾਂ ਨੇ
ਜਾਣੀ ਕਿਲੋ ਦੀਆਂ ਕੱਢੀਆਂ, ਉਹ ਕੱਢੀਆਂ ਤਾਂ ਨਹੀਂ ਜਾ ਸਕਦੀਆਂ, ਪਰ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮਤਲਬ ਇੱਥੋਂ ਆਪਾਂ ਇਹ ਅੰਦਾਜ਼ਾ ਲਾਈਏ ਵੀ ਐਤਕੀ ਵਾਲਾ ਜਿਹੜਾ ਕੰਮ ਸੀਗਾ, ਹੋ ਸਕਦਾ ਕਿ ਪਿਛਲੀ ਵਾਰ ਨਾਲੋਂ ਲੋਕਾਂ ਨੂੰ ਲੱਗਦਾ ਹੋਵੇ ਵੀ ਯਾਰ ਵੋਟਾਂ ਤੇ ਵੋਟਾਂ ਹੀ ਨੇ, ਜਿੱਦਾਂ ਪਹਿਲਾਂ ਹੁੰਦਾ ਸੀ ਵੀ ਇੱਕ ਵਾਰ ਪ੍ਰਚਾਰ ਹੋਊਗਾ, ਫਿਰ ਪ੍ਰਚਾਰ ਤੋਂ ਬਾਅਦ ਲੋਕ ਘਰਾਂ 'ਚ ਆਉਣਗੇ, ਫਿਰ ਕੁਝ ਲੋਕ ਪਹਿਲਾਂ ਬੋਲ ਪੈਂਦੇ ਆ, ਕੁਝ ਬਾਅਦ 'ਚ ਨਾਲ ਤੁਰ ਪੈਂਦੇ ਆ, ਫਿਰ ਅਖੀਰ ਵਾਲੇ ਦਿਨ ਉਹ ਕਹਿੰਦੇ ਚਲੋ ਛੱਡੋ ਮੁੜਿਓ, ਕੋਈ ਗੱਲ ਨਹੀਂ ਯਾਰ, ਹੁਣ ਪਾਰਟੀ ਥੋੜ੍ਹਾ ਛੱਡ ਦੇਣੀ, ਇੰਨੇ ਚਿਰ ਦੀ ਪਾਰਟੀ, ਫਿਰ ਅਖੀਰ ਬੰਦਾ ਪਾਰਟੀ ਨਾਲ ਤੁਰ ਪੈਂਦਾ। ਪਰ ਐਤਕੀ ਜਿਹੜਾ ਬਜ਼ੁਰਗਾਂ ਦੇ ਮਨ ਦੇ ਵਿੱਚ ਵੀ ਸੀਗਾ ਨਾ ਵੀ ਉਹ ਇਹਨਾਂ ਕਿਤੇ ਠੇਕਾ ਥੋੜ੍ਹਾ ਕੀਤਾ ਹੋਣਾ, ਉਹ ਜਿਹੜੇ ਸ਼ਬਦ ਸੀਗੇ ਉਹਨਾਂ ਸ਼ਬਦਾਂ ਦਾ ਕਰਕੇ ਧੜਕੂ ਕਈਆਂ ਦਾ ਵਧਿਆ। ਨਹੀਂ ਇੱਦਾਂ ਹੀ ਆ। ਬਾਕੀ ਵੱਡੇ ਬਾਦਲ ਸਾਹਿਬ ਦਾ ਮੁਕਾਬਲਾ ਕਰਨਾ ਔਖਾ ਬਹੁਤ ਹੈ। ਪਹਿਲਾਂ ਵੀ ਕਈ ਵਾਰੀ ਇੱਦਾਂ ਦੀ ਚਰਚਾ ਚੱਲਦੀ ਰਹੀ, ਐਤਕੀ ਨਹੀਂ ਬਈ, ਪਰ ਉਹ ਫਰਕ 2000 ਵੱਧ ਜਾਵੇ, 2000 ਘੱਟ ਜਾਵੇ, 20000 ਤੋਂ ਉੱਪਰ ਦੀ ਲੀਡ ਉਹਨਾਂ ਦੀ ਰਹੀ ਸੀ। ਮੁਕਾਬਲਾ ਦੇਖਣ ਵਾਲਾ ਹੋਣਾ, ਦਿਲਚਸਪ ਹੋਣਾ। ਪਰ ਜਦੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੁੱਛੀਦਾ, ਲੰਬੀ ਵਿਧਾਨ ਸਭਾ ਹਲਕੇ ਦੇ ਅਕਾਲੀ ਦਲ ਦੇ ਵਰਕਰਾਂ ਨਾਲ ਗੱਲ ਕਰੀਦੀ ਆ, ਤੇ ਉਹ ਕਹਿੰਦੇ ਜੀ ਇੱਥੇ ਦੀ ਕੋਈ ਚਿੰਤਾ ਨਹੀਂ, ਬਾਕੀ ਸੀਟਾਂ ਦੀ ਗੱਲ ਕਰੋ। ਹਾਂਜੀ, ਇਹ ਗੱਲ ਹੈਗੀ ਆ, ਇਹ ਤਾਂ ਉਹਨਾਂ ਨੇ ਕਹਿਣਾ ਹੀ ਆ, ਕਿਉਂਕਿ ਮੁਸ਼ਕਿਲ ਉਹੀ ਆ ਨਾ, ਫਿਰ ਜਿਹੜਾ ਹਿਸਾਬ ਆਪਾਂ ਦੱਸ ਦਿੰਦੇ ਆ ਵੀ ਤੁਸੀਂ ਇਹਨਾਂ ਨੇ ਆਪਣੇ ਲੋਕ ਨਾਲ ਤੁਰ ਪਏ ਨੇ। ਮੈਂ ਜੀ ਲੋਕ ਤੇ ਨਾਲ ਤੁਰੇ ਨੇ, ਜਦੋਂ ਰੰਗਦਾਰ ਨੋਟ ਹੀ ਵੇਖਣਾ ਹੈ ਕਿਹੜੇ ਰੰਗ ਦਾ ਹੈ, ਕਿਹੜੇ ਰੰਗ ਦਾ, ਤੇ ਫਿਰ ਤੁਰਨਾ ਹੀ ਪੈਂਦਾ ਕਿਸੇ ਵੇਲੇ, ਕੀ ਕਰੀਏ ਦੱਸੋ। ਆ ਗੁਆਂਢ ਦੇ ਵਿੱਚ ਵੀ ਬੜੀ ਚਰਚਾ ਸੰਧਾਲੀਆ ਸਾਹਿਬ, ਜੇ ਆਪਾਂ ਥੋੜੀ ਜਿਹੀ ਗੱਲ ਰਾਜਾ ਵੜਿੰਗ ਹੋਰਾਂ ਦੀ ਕਰ ਲਈਏ ਨਾ, ਰਾਜਾ ਵੜਿੰਗ ਤੇ ਡਿੰਪੀ ਢਿੱਲੋਂ ਸਾਹਿਬ, ਉੱਥੇ ਵੀ ਲੋਕ ਸ਼ਰਤਾਂ ਲਾਉਂਦੇ ਨੇ, ਕਹਿ ਕੇ ਸ਼ਰਤਾਂ ਲਾਉਂਦੇ ਆ, ਕਹਿੰਦੇ ਭਾਈ ਪਹਿਲਾਂ ਵਰਗੀ ਗੱਲ ਨਹੀਂ। ਇਹ ਹਲਕਾ ਬੜਾ ਵਿਸ਼ੇਸ਼ ਹੈ, ਕਿਉਂਕਿ ਇਹ ਇੱਕ ਐਸਾ ਹਲਕਾ ਹੈ ਜਿੱਥੇ ਖੁੱਲ੍ਹ ਕੇ ਵੋਟਾਂ ਤੋਂ ਪਹਿਲਾਂ, ਬਾਕੀ ਸਾਰੇ ਹਲਕਿਆਂ ਦੇ ਵਿੱਚ ਵੋਟਾਂ ਤੋਂ ਬਾਅਦ ਪੰਗਾ ਪਿਆ, ਇੱਥੇ ਕਾਂਗਰਸੀਆਂ ਦਾ ਪੰਗਾ ਪਹਿਲਾਂ ਪੈ ਗਿਆ ਸੀ। ਰਾਜਾ ਵੜਿੰਗ ਸਾਹਿਬ ਵੋਟਾਂ ਤੋਂ ਪਹਿਲਾਂ ਹੀ ਕਹਿ ਕੇ ਆਏ ਸੀ ਨਾ, ਜਿੰਨੇ ਬਾਦਲ ਨੇ ਸਾਰਿਆਂ ਨੂੰ ਹਰਾਓ। ਤੇ ਇਹ ਵੀ ਚਰਚਾ ਚੱਲਦੀ ਸੀ ਕਿ ਭਾਈ ਗਿੱਦੜਬਾਹੇ ਦੇ ਵਿੱਚ ਵੀ ਅੰਦਰ ਖਾਤੇ ਜਿਹੜੀਆਂ ਵੋਟਾਂ ਟੱਬਰ ਦੀਆਂ ਹੈਗੀਆਂ, ਪਤਾ ਨਹੀਂ ਕਿੱਧਰਲੇ ਪਾਸੇ ਭੁਗਤਣੀਆਂ, ਜੇ ਅੰਦਰੋਂ ਕੱਟ ਵੱਢ ਹੋਈ ਫਿਰ ਮੁਕਾਬਲਾ ਗਿੱਦੜਬਾਹੇ ਬਹੁਤ ਸਖਤ ਹੋਣਾ ਹੈ। ਹਾਂ, ਨਹੀਂ ਇਹਦੀ ਚਰਚਾ ਰਹੀ ਆ ਜਦੋਂ ਇਲੈਕਸ਼ਨ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਵੀ ਚੱਲੀ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਉਦੋਂ, ਸ਼ਾਇਦ ਨਾਮ ਤੇ ਪਹਿਲੇ ਵੀ ਲੋਕ ਜਾਣਦੇ ਸੀਗੇ, ਪਰ ਉਦੋਂ ਬਹੁਤੇ ਲੋਕਾਂ ਨੇ ਨਾਂ ਸੁਣਿਆ ਸੀ ਇੱਕ ਅਰਜਨ ਬਾਦਲ ਜੀ। ਅਚਾਨਕ ਉਸ ਏਰੀਏ ਦੇ ਵਿੱਚ ਉਹ ਚਰਚਾ ਦੀ ਚੱਲਣ ਲੱਗ ਪਈ, ਫਿਰ ਕਹਿੰਦੇ ਯਾਰ ਬਾਕੀ ਤਾਂ ਚਲੋ ਠੀਕ ਆ, ਮਨਪ੍ਰੀਤ ਬਾਦਲ ਸਾਹਿਬ ਬਹੁਤਾ ਬੋਲਦੇ ਨਹੀਂ ਅੱਜ ਕੱਲ੍ਹ, ਪਤਾ ਨਹੀਂ ਜਾਂ ਕਿੱਦਾਂ, ਜਿੱਦਾਂ ਪਹਿਲਾਂ ਹੁੰਦਾ ਸੀ। ਫਿਰ ਕਹਿੰਦੇ ਚਲੋ ਉਹ ਤਾਂ ਪਹਿਲਾਂ ਵੀ ਨਹੀਂ ਸੀ ਬੋਲਦੇ, ਕਹਿੰਦੇ ਉਹ ਤਾਂ ਨਹੀਂ ਬੋਲਦੇ, ਹੁਣ ਜਿਹੜੇ ਉਹਨਾਂ ਦੇ ਖਿਲਾਫ ਬੋਲਦੇ ਸੀ ਉਹ ਵੀ ਅੱਜ ਕੱਲ੍ਹ ਨਹੀਂ ਬੋਲਦੇ ਹੈ ਨਾ। ਹੁਣ ਇਹਦਾ ਕਰਕੇ ਉਦੋਂ ਦੱਸਦੇ ਆਪਣਾ ਸੁਖਬੀਰ ਬਾਦਲ ਸਾਹਿਬ ਦੇ ਆਪਣੇ ਉਮੀਦਵਾਰ ਸਾਹਿਬ ਵੀ ਤੇ ਸੀ ਕਿ ਨਾ ਉਦੋਂ, ਉਹ ਵੀ ਤੇ ਕਹਿੰਦੇ ਵੀ ਮਹਾਰਾਜ ਉਸ ਹਲਕੇ ਦੇ ਹਿਸਾਬ ਨਾਲ ਜੀ ਇਹ ਕੋਈ ਗੱਲਬਾਤ, ਸਰੂਪ ਸਿੰਘਲਾ ਸਾਹਿਬ ਦੱਸ ਦਿਓ ਜੀ ਕੀ ਹਿਸਾਬ ਕਿਤਾਬ, ਆਪ ਹੀ ਦੱਸ ਦਿਓ, ਮੁੜ ਕੇ ਲੋਕ ਮੇਰੇ ਕੋਲ ਪੁੱਛਦੇ ਰਹਿੰਦੇ ਆ। ਹੁਣ ਇਹ ਚਰਚਾ ਜੇ ਚੱਲੀ ਹੋਵੇ ਇਲੈਕਸ਼ਨਾਂ ਤੋਂ ਪਹਿਲਾਂ ਤੇ ਐਵੇਂ ਥੋੜਾ ਚੱਲ ਪੈਂਦੀ ਹੈ। ਨਹੀਂ ਦੇਖੋ, ਜਦੋਂ ਗਿੱਦੜਬਾਹੇ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਘਰੇ ਕਹਿੰਦੇ ਡੱਬੇ ਜਿਹੜੇ ਖਾਲੀ ਸੀ ਉਹਨਾਂ ਨੂੰ ਧੋ ਕੇ, ਧੁੱਪ ਲਵਾ ਕੇ, ਸੁਕਾ ਕੇ, ਖੰਡ ਪੱਤੀ ਪਾ ਲਈ ਸੀ, ਭਾਈ ਹੁਣ ਲੋਕਾਂ ਆਉਣਾ ਜਾਣਾ ਹੀ, ਹੁਣ ਰੌਣਕਾਂ ਲੱਗਣੀਆਂ, ਫਿਰ ਚਰਚਾ ਤਾਂ ਚੱਲਣੀ ਸੀ ਨਾ। ਚਰਚਾ ਚੱਲੀ, ਬਾਕੀ ਉਹਦਾ ਅਸਰ ਕਿੰਨਾ ਹੋਇਆ ਕਿੰਨਾ ਨਹੀਂ ਹੋਇਆ ਇਹ ਦੱਸੂਗਾ ਟਾਈਮ, ਕਿਉਂਕਿ ਆਖਰੀ ਇਹ ਦਿਨਾਂ ਦੇ ਵਿੱਚ ਇਸ ਚੀਜ਼ ਦਾ ਪ੍ਰਭਾਵ ਸੀਗਾ ਵੀ ਰਾਜੇ ਵੜਿੰਗ ਹੋਰਾਂ ਨੂੰ ਕਿਉਂਕਿ ਮੰਤਰੀ ਬਣਾਤਾ ਗਿਆ ਸੀ, ਐਜ਼ ਏ ਮੰਤਰੀ ਜਿਸ ਹਿਸਾਬ ਨਾਲ ਉਹਨਾਂ ਨੇ ਬੱਸਾਂ ਵਾਲਾ ਕੰਮ ਸ਼ੁਰੂ ਕੀਤਾ ਸੀ ਵੀ ਆਹ ਡੱਕਤੀਆਂ, ਉਹ ਰੋਕਤੀਆਂ, ਆਹ ਅੰਦਰ ਕਰਤੀਆਂ, ਆਹ ਪਰਮਿਟ ਨਹੀਂ ਚੱਲਣ ਦੇਣਾ, ਉੱਧਰ ਨਹੀਂ ਚੱਲਣ ਦੇਣਾ, ਉਹਦਾ ਕਰਕੇ ਪਹਿਲਾਂ ਤਾਂ ਨਹੀਂ, ਪਰ ਬਾਅਦ ਦੇ ਵਿੱਚ ਜਿਸ ਹਿਸਾਬ ਨਾਲ ਡਿੰਪੀ ਢਿੱਲੋਂ ਹੀ ਸਾਹਮਣੇ ਆ ਗਏ ਸੀ ਵੀ ਉਹ ਖੁੱਲ੍ਹ ਕੇ ਆਂਦੇ ਵੀ ਆ ਜਾਓ, ਫਿਰ ਭੱਜਦਿਆਂ ਨੂੰ ਬਾਣ ਇੱਕੋ ਜੇ, ਉਦੋਂ ਜੋ ਮੁਕਾਬਲਾ ਵਾਹਵਾ ਦਿਲਚਸਪ ਹੋ ਗਿਆ ਸੀ ਵੀ ਕੀ ਡਿੰਪੀ ਢਿੱਲੋਂ ਸਾਹਿਬ ਹੀ ਬੋਲਦੇ ਆ ਜਾਂ ਨਹੀਂ। ਇਹ ਤਾਂ ਗੱਲ ਬੜੀ ਕਲੀਅਰ ਆ ਕਿ ਬਾਕੀ ਸੀਟਾਂ ਦੇ ਮੁਕਾਬਲਾ ਅਕਾਲੀ ਦਲ ਕਾਂਗਰਸ ਦਾ, ਅਕਾਲੀ ਦਲ ਆਮ ਆਦਮੀ ਪਾਰਟੀ ਦਾ, ਕਾਂਗਰਸ ਆਮ ਆਦਮੀ ਪਾਰਟੀ ਦਾ, ਇੱਦਾਂ ਇੱਥੇ ਮੁਕਾਬਲਾ ਵੜਿੰਗ ਤੇ ਡਿੰਪੀ ਢਿੱਲੋਂ ਦਾ, ਤੇ ਡਿੰਪੀ ਢਿੱਲੋਂ ਹੋਰਾਂ ਦੇ ਪਿੱਛੇ ਜਿਹੜੇ ਉਹ ਬਾਦਲ ਪਰਿਵਾਰ ਆ। ਜਾਣੀ ਇੰਨਾ ਜ਼ਿਆਦਾ ਨਿੱਜੀ ਤੌਰ ਦੇ ਉੱਤੇ ਰੌਲਾ ਤਾਂ ਅੰਮ੍ਰਿਤਸਰ ਪੂਰਬੀ 'ਚ ਵੀ ਨਹੀਂ ਪਿਆ, ਕਿਉਂਕਿ ਇੱਥੇ ਪਹਿਲਾਂ ਹੀ ਪਤਾ ਸੀ ਕਿ ਉਧਰੋਂ ਡਿੰਪੀ ਢਿੱਲੋਂ ਹੋਰਾਂ ਨੂੰ ਟਿਕਟ ਮਿਲਣੀ, ਇੱਧਰੋਂ ਰਾਜੇ ਵੜਿੰਗ ਨੂੰ ਮਿਲਣੀ ਹੈ। ਤੇ ਦੋਨਾਂ ਦਾ ਜਿੱਦਾਂ ਬੱਸਾਂ, ਕਿਉਂਕਿ ਰਾਜਾ ਵੜਿੰਗ ਹੋਣੀ ਮੰਤਰੀ, ਉਹਨਾਂ ਦੇ ਕਹੇ ਤੇ ਬੱਸਾਂ ਫੜ ਹੁੰਦੀਆਂ ਹੈ, ਡਿੰਪੀ ਢਿੱਲੋਂ ਹੋਰਾਂ ਦੀਆਂ ਫੜ ਹੁੰਦੀਆਂ ਹੈ, ਫਿਰ ਹਾਈ ਕੋਰਟ ਸੁਪਰੀਮ ਕੋਰਟ ਤੱਕ ਕੰਮ ਚੱਲਦਾ, ਮਿਹਣੀ ਇੱਕ ਦੂਜੇ ਨੂੰ ਹੁੰਦੇ ਆ। ਕੌਂਸਲ ਚੋਣਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਆ ਕੇ ਰਾਜਾ ਵੜਿੰਗ ਸਾਹਿਬ ਦੇ ਬਾਰੇ ਕੀ ਕੁਝ ਬੋਲ ਕੇ ਗਏ, ਭਾਜੀ ਰਾਜਾ ਵੜਿੰਗ ਨੇ ਵੀ ਮੋੜੀ। ਯਾਨੀ ਇੱਥੋਂ ਦਾ ਨਤੀਜਾ ਨਾ ਮਹੀਨਿਆਂ ਤੱਕ ਸਰਗਰਮ ਰਹਿਣਾ, ਨਹੀਂ ਰਹਿਣਾ। ਸੋ ਇਹ ਵੀ ਉਹ ਹਲਕੇ ਨੇ ਜੀ ਜਿਨ੍ਹਾਂ ਹਲਕਿਆਂ ਦੀ ਚਰਚਾ। ਹੁਣ ਜੇ ਆਪਾਂ ਉੱਥੋਂ ਤੁਰੇ ਹਾਂ ਤੇ ਬਾਰੇ ਜਲਾਲਾਬਾਦ ਨਾ ਆਈਏ, ਮਾਲਵੇ 'ਚ ਜ਼ਰੂਰੀ ਹੈ ਨਾ ਜੀ, ਕਿਉਂਕਿ ਜਲਾਲਾਬਾਦ ਉਹ ਹਲਕਾ ਜਿਹਦੇ ਬਾਰੇ ਕਿਹਾ ਜਾਂਦਾ ਕਿ ਸੁਖਬੀਰ ਬਾਦਲ ਸਾਹਿਬ ਦਾ ਆਪਣਾ ਹਲਕਾ, ਕਿਉਂਕਿ ਜਦੋਂ ਇਹ ਚਰਚਾ ਚੱਲੀ ਸੀ ਨਾ ਉਦੋਂ ਜੋ ਪਿਛਲੀਆਂ ਇਲੈਕਸ਼ਨਾਂ ਦੇ ਹਿਸਾਬ ਨਾਲ ਵੀ ਮਹਾਰਾਜ ਕਿਤੇ ਸੁਖਬੀਰ ਬਾਦਲ ਸਾਹਿਬ ਥੋੜ੍ਹਾ ਇੱਥੋਂ ਹਾਰ ਸਕਦੇ ਆ, ਫਿਰ ਉਦੋਂ ਬੜੇ ਲੋਕਾਂ ਨੇ ਆਪਣੇ ਪਰਿਵਾਰ ਦੇ ਭਾਈਚਾਰੇ ਵਾਲਿਆਂ ਜਾ ਕੇ ਉੱਥੇ ਫਿਰ ਸਰਵੇ ਕਰਾਇਆ। ਉਹ ਕਹਿੰਦੇ ਇੱਥੇ ਨਿਰੀ ਰੇਤ ਹੁੰਦੀ, ਆਹ ਦੇਖ ਹੁਣ ਇੰਟਰਲੌਕ ਟਾਈਲਾਂ ਲੱਗੀਆਂ, ਕਿਉਂਕਿ ਬੰਦੇ ਵਿਖਾਉਂਦੇ ਸੀ ਆਹ ਕਿਤੇ ਇਹਨਾਂ ਥਾਵਾਂ ਨੂੰ ਬੱਤੀ ਜਾਣੀ ਸੀ, ਆਹ ਦੇਖ ਬੱਤੀ। ਫਿਰ ਦੂਜੇ ਪਾਸੇ ਦੂਸਰੇ ਵਿਖਾਉਣ ਲੱਗ ਪੈਂਦੇ ਇੱਥੇ ਦੱਸ ਵੀ ਕਿਤੇ ਸੜਕ ਦੀਦੀ ਨਿੱਕਿਆ ਤੈਨੂੰ, ਉਹ ਕਹਿੰਦੇ ਨਹੀਂ ਸੜਕ ਤੇ ਨਹੀਂ ਦੀ ਹੁੰਦੀ ਸੀ ਇੱਥੇ ਪਹਿਲਾਂ,
ਉਹ ਕਹਿੰਦੇ ਬਣਾ ਦੇਣੀ ਆਪਾਂ ਉੱਚੀ ਕਰਕੇ, ਦੇਖ ਲਓ ਆਹ ਤੁਹਾਡਾ ਵਿਕਾਸ। ਬੜੀ ਕਨਫਿਊਜ਼ਨ ਸੀ ਇਸ ਚੀਜ਼ ਦੀ, ਕਿਉਂਕਿ ਜਿੱਥੇ ਪੈਸੇ ਲੱਗੇ ਸੀ ਉਹ ਆਂਦੇ ਵੀ ਬਹੁਤ ਲਾਤੇ, ਜਿੱਥੇ ਅਗਲੇ ਕਹਿੰਦੇ ਵੀ ਲੱਗੇ ਸੀ ਉਹ ਕਹਿੰਦੇ ਵੀ ਲੱਗੇ ਤੇ ਉਹ ਕਹਿੰਦੇ ਆ ਪਰ ਦਿਖਦੇ ਨਹੀਂ ਸਾਨੂੰ। ਤੇ ਜਾਨੀ ਤੁਸੀਂ ਕਹਿ ਦਿੰਦੇ ਤਾਂ ਕਹਿ ਦਿੰਦੇ ਲੱਗੇ ਆ। ਆਹੋ ਵੀ ਜੇ ਤੁਸੀਂ ਆਨੇ ਆ ਤੇ ਹੁਣ ਵੀ ਠੀਕ ਆ, ਨਿੱਕਾ ਨਹੀਂ ਤੇ ਫਿਰ ਤੁਸੀਂ ਆਪ ਹੁਣ ਲੰਘ ਕੇ ਵਿਖਾ ਦਿਓ। ਜਿੱਦਾਂ ਆਪਾਂ ਕਹੇ ਵੀ ਦਾਲ ਸਵਾਦ ਕਹਿਣੀ ਪੈਂਦੀ, ਕਈ ਵਾਰੀ ਉਹ ਘਰੇ ਬਣੀ ਹੁੰਦੀ ਆ, ਤਾਂ ਫਿਰ ਭਾਈ ਇਦਾਂ ਹੀ ਕਹਿਣਾ ਹੀ ਪੈਂਦਾ ਕਿ ਭਾਈ ਲੱਗੇ ਆ ਪੈਸੇ। ਬਾਕੀ ਸੰਧਾਲੀਆ ਸਾਹਿਬ ਇਦਾਂ ਤਾਂ ਹੈਗਾ, ਕਿਉਂਕਿ ਜਦੋਂ ਨਾ ਆਂਵਲਾ ਸਾਹਿਬ ਜਿੱਤੇ ਸੀ ਜ਼ਿਮਨੀ ਚੋਣ 'ਚ ਕਾਂਗਰਸ ਦੇ ਕੈਂਡੀਡੇਟ, ਉਦੋਂ ਕਿਹਾ ਜਾਂਦਾ ਸਭ ਤੋਂ ਅਮੀਰ ਬੰਦੇ ਜੀ, ਰੁਪਈਏ ਪੱਖੋਂ ਚੋਖੇ ਜੀ, ਬਿਜ਼ਨਸ ਬੜਾ ਜੀ। ਤੇ ਫਿਰ ਇਹ ਵੀ ਰੌਲਾ ਪੈ ਗਿਆ ਸੀ ਕਿ ਜੇ ਅਗਲੀ ਵਾਰੀ ਟੱਕਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਰਮਿੰਦਰ ਆਂਵਲਾ ਹੋਰਾਂ ਦੀ ਹੋਈ ਤਾਂ ਸ਼ਾਇਦ ਸਭ ਤੋਂ ਮਹਿੰਗੀ ਚੋਣ ਹੋਏਗੀ। ਆਂਵਲਾ ਸਾਹਿਬ ਨਾ ਇੱਥੋਂ ਲੜੇ ਨਾ ਕਿਤੇ ਹੋਰ ਲੜੇ, ਉਹ ਚੁੱਪ ਕਰਕੇ ਆਪਣੇ ਕਾਰੋਬਾਰ ਦੇ ਵਿੱਚ ਮਸਤ ਹੋ ਗਏ। ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਮੰਨਿਆ ਜਾਂਦਾ ਕਿ ਭਾਈ ਲੜਾਈ ਉਨੀ ਔਖੀ ਨਹੀਂ ਜਿੰਨੀ ਬਾਕੀ ਹਲਕਿਆਂ 'ਚ ਹੈ। ਹਾਂ ਨਹੀਂ ਉਹ ਹੋ ਸਕਦੀ ਸੀ ਜੇ ਆਂਵਲਾ ਸਾਹਿਬ ਰਹਿੰਦੇ ਜੀ, ਪਰ ਉਹ ਉਦੋਂ ਪਹਿਲਾਂ ਵੀ ਚਰਚਾ ਸੀ ਤੇ ਹੁਣ ਇਲੈਕਸ਼ਨ ਨਾ ਲੜਨ ਤੋਂ ਬਾਅਦ ਵੀ ਕਹਿੰਦੇ ਚਰਚਾ ਹੋਰ ਹੋ ਗਈ ਜੀ ਵੀ ਆਹੋ ਉਹ ਅਸੀਂ ਕਾਹਨੂੰ ਕਹਿਣਾ। ਇੱਕ 5 ਕੋਣਾ ਮੁਕਾਬਲਾ ਆਪਾਂ ਉਧਰ ਚੱਲ ਕੇ ਫਿਰ ਬਾਕੀ ਭਗਵੰਤ ਮਾਨ ਹੋਰਾਂ ਦੇ ਹਲਕੇ ਤੇ ਜਾਣਾ ਅਮਰਗੜ੍ਹ, ਕਿਉਂਕਿ ਬੜੀ ਚਰਚਾ ਚਾਰੇ ਪਾਸੇ। ਇਹ ਵੀ ਮੰਨਿਆ ਜਾਂਦਾ ਹੈ ਕਿ ਕਿਉਂਕਿ ਦੀਪ ਸਿੱਧੂ ਹੋਰੀ ਉੱਥੇ ਪ੍ਰਚਾਰ ਕਰਨ ਜਾਂਦੇ ਸੀ, ਬਰਗਾੜੀ ਵਾਲੇ ਮੋਰਚੇ ਨੂੰ ਲੈ ਕੇ ਜਿਸ ਤਰੀਕੇ ਲਗਾਤਾਰ ਗ੍ਰਿਫਤਾਰੀਆਂ ਉਹਨਾਂ ਦੀ ਪਾਰਟੀ ਨੇ ਦਿੱਤੀਆਂ, ਮੋਰਚਾ ਚੱਲ ਰਿਹਾ, ਉਹ ਸਾਰੀ ਪ੍ਰਕਿਰਿਆ ਦੇ ਵਿੱਚ ਕਿਉਂਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਖੁਦ ਅਮਰਗੜ੍ਹ ਤੋਂ ਲੜ ਰਹੇ ਆ, ਇਸ ਕਰਕੇ ਉਹ ਸੀਟ ਬਹੁਤ ਵਕਾਰੀ ਬਣ ਗਈ। ਦੀਪ ਸਿੱਧੂ ਹੋਰਾਂ ਦੀ ਜਿਸ ਤਰੀਕੇ ਮੌਤ ਹੋਈ ਇਲੈਕਸ਼ਨ ਤੋਂ ਥੋੜੇ ਦਿਨ ਪਹਿਲਾਂ, ਉਹਨੇ ਇੱਕਦਮ ਇੱਕ ਵੱਖਰੇ ਤਰ੍ਹਾਂ ਦੀ ਹਵਾ ਜਿਹੜੀ ਝੁਲਾਤੀ ਸੀ। ਬਾਕੀ ਵਿਧਾਨ ਸਭਾ ਹਲਕਿਆਂ 'ਚ ਅਸਰ ਪਵੇ ਨਾ ਪਵੇ, ਮੰਨਿਆ ਜਾਂਦਾ ਕਿ ਅਮਰਗੜ੍ਹ 'ਚ ਅਸਰ ਪਿਆ। ਸਿਮਰਨਜੀਤ ਸਿੰਘ ਹੋਰਾਂ ਦੀ ਮਾਨ ਸਾਹਿਬ ਦੀ ਪਾਰਟੀ ਦੇ ਬਹੁਤੇ ਪਿੰਡਾਂ 'ਚ ਬੂਥ ਨਹੀਂ ਸੀ ਲੱਗਦੇ, ਪਰ ਉਦੋਂ ਪਤਾ ਲੱਗਾ ਸੀ ਕਿ ਅਮਰਗੜ੍ਹ ਦੇ ਵਿੱਚ ਕਈ ਐਸੇ ਪਿੰਡਾਂ 'ਚ ਵੀ ਬੂਥ ਲੱਗੇ ਜਿੱਥੇ ਮਾਨ ਸਾਹਿਬ ਨੂੰ ਵੀ ਨਹੀਂ ਪਤਾ ਕਿ ਭਾਈ ਇੱਥੇ ਬੂਥ ਮੇਰਾ ਕੌਣ ਲਾ ਕੇ ਬੈਠਾ। ਇਸ ਕਰਕੇ ਅਮਰਗੜ੍ਹ ਦੇ ਵਿੱਚ, ਕਿਉਂਕਿ ਉੱਥੋਂ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਸਾਹਿਬ ਵੀ ਤਕੜੇ ਨੇ, ਪਿਛਲੇ ਵਾਰੀ ਲੋਕ ਇਨਸਾਫ ਪਾਰਟੀ ਨਾਲ ਸੀ, ਸੁਮਿਤ ਸਿੰਘ ਹੋਰੀ ਨਵਜੋਤ ਸਿੰਘ ਸਿੱਧੂ ਦੇ ਖਾਸਮ ਖਾਸ ਨੇ, ਕੰਮ ਉਹਨਾਂ ਨੇ ਵੀ ਕਰਨਾ। ਅਕਾਲੀ ਦਲ ਵਾਲੇ ਉਮੀਦਵਾਰ ਜਿਹੜੇ ਨੇ ਉਹ ਕਹਿੰਦੇ ਜੀ ਕਿਉਂਕਿ 5 ਧਿਰਾਂ ਦੇ ਵਿੱਚ ਉੱਥੇ ਜੇ ਇਸ ਤਰੀਕੇ ਵੋਟਾਂ ਸੰਧਾਲੀਆ ਸਾਹਿਬ ਵੰਡੀਆਂ ਜਾਣੀਆਂ, ਐਤਕੀ ਜੇ ਲੰਬੀ ਚੇਤੇ 'ਚ ਰੱਖਿਆ ਜਾਣਾ, ਜੇ ਗਿੱਦੜਵਾਹੇ ਤੇ ਨਜ਼ਰਾਂ ਟਿਕਣੀਆਂ, ਜੇ ਜਲਾਲਾਬਾਦ ਲੋਕਾਂ ਦੇ ਚੇਤਿਆਂ 'ਚ ਰਹਿਣਾ ਜਿੱਦਣ ਕਾਊਂਟਿੰਗ ਸ਼ੁਰੂ ਹੋਣੀ ਹੈ। ਤੇ ਅਮਰਗੜ੍ਹ ਦਾ ਵੀ ਤੁਹਾਡੇ ਤੋਂ ਦੇਖਿਓ ਹੈ ਨਾ, ਸਾਡੇ ਪਰਿਵਾਰ ਦੇ ਮੈਂਬਰਾਂ ਨੇ ਬਾਰ-ਬਾਰ ਪੁੱਛਣਾ ਕਿ ਉੱਥੋਂ ਦੱਸਿਓ ਕੌਣ ਅੱਗੇ ਤੇ ਕੌਣ ਪਿੱਛੇ ਹੈ। ਹਾਂਜੀ ਇਹ ਗੱਲ ਤਾਂ ਹੈਗੀ ਆ, ਕਿਉਂਕਿ ਜਦੋਂ ਮੇਰੇ ਖਿਆਲ ਨਾਲ ਉਹ ਸੀਟ ਸੁਮਿਤ ਸਿੰਘ ਹੋਰਾਂ ਨੂੰ ਮਿਲੀ ਆ, ਉਦੋਂ ਬੜੀ ਚਰਚਾ ਸੀ ਵੀ ਕਿਤੇ ਨਾ ਕਿਤੇ ਤੇ ਸਿੱਧੂ ਸਾਹਿਬ ਦੀ ਪੁੱਗੀ ਹੈ ਜੀ। ਤੇ ਜੇ ਆਪਾਂ ਪ੍ਰਚਾਰ ਦੇ ਹਿਸਾਬ ਨਾਲ ਗੱਲ ਕਰੀਏ ਤੇ ਉਸ ਹਲਕੇ ਦੇ ਵਿੱਚ ਹੀ, ਕਿਉਂਕਿ ਸਿੱਧੂ ਸਾਹਿਬ ਬਹੁਤੇ ਹਲਕਿਆਂ 'ਚ ਗਏ ਨਹੀਂ ਪ੍ਰਚਾਰ ਕਰਨ, ਪਰ ਉੱਥੇ ਗਏ ਸੀ ਜੀ। ਹੁਣ ਸੁਮਿਤ ਸਿੰਘ ਹੋਰਾਂ ਦਾ ਪ੍ਰਚਾਰ ਕਰਨ ਸਿੱਧੂ ਸਾਹਿਬ ਵੀ ਜਾਂਦੇ ਆ, ਸੁਮਿਤ ਸਿੰਘ ਹੋਰਾਂ ਦਾ ਪ੍ਰਚਾਰ ਕਰਨ ਚੰਨੀ ਸਾਹਿਬ ਵੀ ਜਾਂਦੇ ਆ, ਚੌਧਰੀ ਸਾਹਿਬ ਵੀ ਜਾਂਦੇ ਆ, ਚੌਧਰੀ ਸਾਹਿਬ ਵੀ ਜਾਂਦੇ। ਮਤਲਬ ਇਹ ਕਿ ਵੀ ਜਿਹੜੀ ਕਰੀਮ ਹੈ ਕਾਂਗਰਸ ਪਾਰਟੀ ਦੀ ਉਹ ਉਸ ਹਲਕੇ 'ਚ ਗਈ। ਹੁਣ ਉੱਥੋਂ ਉਹਨਾਂ ਨੂੰ ਲੱਗਦਾ ਕਾਂਗਰਸ ਪਾਰਟੀ ਨੂੰ ਵੀ ਸਾਡੀ ਇੱਥੋਂ ਗੱਲ ਬਣ ਸਕਦੀ, ਪਰ ਇਹ ਗੱਲ ਤੁਹਾਡੀ ਠੀਕ ਹੈ, ਕਿਉਂਕਿ ਸਿਮਰਜੀਤ ਸਿੰਘ ਮਾਨ ਹੋਰਾਂ ਨਾਲ ਇਲੈਕਸ਼ਨਾਂ ਤੋਂ ਪਹਿਲਾਂ ਕੈਂਪੇਨ ਦੇ ਦੌਰਾਨ ਜਿਹੜੀ ਪ੍ਰਾਈਮ ਮਿਨਿਸਟਰ ਨੇ ਗੱਲਬਾਤ ਕੀਤੀ, ਉਹਦੇ 'ਚ ਵੀ ਉਹਨਾਂ ਨੇ ਗਿਲਾ ਕੀਤਾ ਇਸ ਚੀਜ਼ ਦਾ ਕਿ ਵੀ ਜੇ ਉਸ ਹਲਕੇ ਦਾ ਇਤਿਹਾਸ ਵੀ ਉਹ ਦੱਸਦੇ ਸੀ ਵੀ ਆਹ ਇਤਿਹਾਸ ਰਿਹਾ, ਪਰ ਸਾਨੂੰ ਅਫਸੋਸ ਆ ਕਿ ਵੀ ਹੁਣ ਜਦੋਂ ਸਮਾਂ ਆ ਗਿਆ ਤੇ ਉਦੋਂ ਜਿਹੜੇ ਲੋਕ ਅੱਜ ਵੀ ਸਿੱਖੀ ਦੀ ਗੱਲ ਕਰਦੇ ਨੇ, ਉਹਨਾਂ ਦੀ ਗੱਲ ਨਾ ਸੁਣ ਕੇ ਲੋਕ ਹੋਰਨਾਂ ਪਾਸੇ ਲਾਲਚਾਂ ਲੂਲਚਾਂ 'ਚ ਪੈ ਜਾਂਦੇ ਨੇ ਤੇ ਅਖੀਰ ਕਹਿੰਦੇ ਵੀ ਅਸੀਂ ਤੇ ਆਪਣੀ ਥਾਂ ਤੇ ਖਲੋਤੇ ਹਾਂ। ਪਰ ਇਹ ਗੱਲ ਦਾ ਗਿਲਾ ਰਹੂਗਾ ਵੀ ਸਾਨੂੰ ਵੋਟ ਨਹੀਂ ਪੈਂਦੀ। ਪਰ ਇਹ ਗੱਲ ਤੁਹਾਡੀ ਠੀਕ ਹੈ ਵੀ ਆਖਰੀ ਜੇ ਟਾਈਮ ਦੇ ਉੱਪਰ ਜੋ ਕੁਝ ਬਦਲਿਆ, ਹੋ ਸਕਦਾ ਵੀ ਜਿਹੜਾ ਐਤਕੀ ਉਲਾਂਭਾ ਸੀ ਮਾਨ ਸਾਹਿਬ ਦਾ ਉਹ ਦੂਰ ਹੋ ਜੇ, ਕਿਉਂਕਿ ਵੋਟਾਂ ਵੰਡੀਆਂ ਵੀ ਬਹੁਤ ਜਾਣੀਆਂ ਨਾ, ਕਿਉਂਕਿ 5-6 ਹਿੱਸਿਆਂ ਦੇ ਵਿੱਚ ਵੋਟਾਂ ਵੰਡੀਆਂ ਜਾਣੀਆਂ, 30-35 ਹਜ਼ਾਰ ਵਾਲੇ ਦਾ ਵੀ ਉੱਥੇ ਦਾ ਲੱਗ ਜਾਣਾ। ਤੇ ਇਹ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਦੇ ਲਈ ਬਹੁਤ ਮਹੱਤਵਪੂਰਨ ਇਲੈਕਸ਼ਨ ਹੈ। ਜੇ ਮਾਨ ਸਾਹਿਬ ਐਮਐਲਏ ਬਣ ਗਏ ਤਾਂ ਇੱਕ ਤਰ੍ਹਾਂ ਦੇ ਨਾਲ ਪਾਰਟੀ ਦੇ ਮੁੜ ਸੁਰਜੀਤ ਹੋਣ ਵਾਲੀ ਗੱਲ ਹੀ ਆ, ਕਿਉਂਕਿ ਲੰਬਾ ਸਮਾਂ ਹੋ ਗਿਆ ਹੁਣ ਕਦੇ ਵੀ ਲੋਕ ਸਭਾ 'ਚ ਵਿਧਾਨ ਸਭਾ 'ਚ ਕਿਸੇ ਵੀ ਪਾਸੇ ਜਿਹੜਾ ਉਹ ਪੈਰ ਰੱਖਣ ਦਾ ਮੌਕਾ ਨਹੀਂ ਮਿਲਿਆ। ਗੱਠਜੋੜ ਕਈ ਪਾਸੇ ਹੋਏ ਆ, ਸੋ ਐਤਕੀ ਅਮਰਗੜ੍ਹ ਦੇ ਉੱਤੇ ਨਜ਼ਰਾਂ ਟਿਕੀਆਂ ਰਹਿਣੀਆਂ। ਬਾਕੀ ਅਮਰਗੜ੍ਹ ਦੇ ਉੱਤੇ ਇਕੱਲੀਆਂ ਅਮਰਗੜ੍ਹੀਆਂ ਦੀ ਨਜ਼ਰਾਂ ਨਹੀਂ ਟਿਕੀਆਂ ਰਹਿਣੀਆਂ, ਕਿਉਂਕਿ ਅਮਰਗੜ੍ਹ ਤੋਂ ਸੁਰਜੀਤ ਸਿੰਘ ਧਮਾਨ ਪਿਛਲੀ ਵਾਰੀ ਐਮਐਲਏ ਸੀ ਕਾਂਗਰਸ ਦੇ, ਉਹਨਾਂ ਦੇ ਪਰਿਵਾਰ ਦੇ ਮੈਂਬਰ ਨੂੰ ਜਾ ਕੇ ਸੁਨਾਮ ਤੋਂ ਟਿਕਟ ਦਿੱਤੀ ਤੇ ਸੁਨਾਮ ਤੋਂ ਫਿਰ ਬੀਬੀ ਜੀ ਜਮਨ ਬਾਜਵਾ ਥਿੰਦ ਉਹ ਭਾਰਤੀ ਜਨਤਾ ਪਾਰਟੀ ਚਲੇ ਗਿਆ ਸੀ। ਜਾਣੀ ਇੱਥੋਂ ਦਾ ਖੜਕਾ ਸੁਨਾਮ ਤੱਕ ਸੁਣਾਈ ਦਿੱਤਾ ਹੀ। ਹਾਂ ਨਹੀਂ ਉਹ ਤੇ ਫਿਰ ਹੋਣਾ ਹੀ ਆ। ਸੁਨਾਮ ਹਲਕੇ ਬਾਰੇ ਵੈਸੇ ਹੀ ਬੜੀਆਂ ਚਰਚਾਵਾਂ ਸੀ ਵੀ ਸ਼ਾਇਦ ਫਲਾਨੀ ਦਾ ਦਾ ਲੱਗ ਜੂ, ਢੀਂਡ ਦਾ ਲੱਗ ਜੂ, ਜਾਂ ਉਦੋਂ ਪਹਿਲਾਂ ਇਹ ਵੀ ਸੀ ਕਿ ਉਹ ਕਹਿੰਦੇ ਜੀ ਉਹ ਤਾਂ ਬਣਦਾ ਹੀ ਸਾਡਾ ਹੈ। ਪਰ ਐਤਕੀ ਟਿਕਟ ਵੰਡਣ ਵਾਲੇ ਵਾਕਈ ਇਹ ਗੱਲਾਂ ਬਾਤਾਂ ਹੋਈਆਂ ਗਾਂਹ ਪਛਾਂ। ਹੁਣ ਜਿਹਨੂੰ ਟਿਕਟ ਮਿਲ ਗਈ ਉਹਨਾਂ ਤਾਂ ਜ਼ੋਰ ਲਾਉਣਾ ਹੀ ਲਾਉਣਾ, ਪਰ ਐਤਕੀ ਵੀ ਕਾਂਗਰਸ ਪਾਰਟੀ 'ਚ ਉਹ ਕੰਮ ਤੇ ਚੱਲੇ ਨਾ ਵੀ ਜਿਹਨੂੰ ਟਿਕਟ ਨਹੀਂ ਮਿਲੀ ਉਹ ਕਹਿੰਦੇ ਫਿਰ ਜ਼ੋਰ ਤੇ ਸਾਨੂੰ ਹੀ ਲਾਉਣਾ ਪੈਣਾ ਨਾ, ਹੁਣ ਫਿਰ ਇਹ ਜਿੱਤ ਕੇ ਵਿਖਾਵੇ। ਅੱਛਾ ਹੁਣ ਇਹਦੇ ਤੋਂ ਬਾਅਦ ਫਿਰ ਰਹਿਣਾ ਤਾਂ ਜੇ ਮਾਲਵੇ 'ਚ ਹੀ ਪੈਣਾ। ਲੁਧਿਆਣਾ ਕਰੀਏ ਜ਼ਰੂਰ ਆਪਾਂ, ਪਹਿਲਾਂ ਥੋੜਾ ਜਿਹਾ ਬਹਿਸ ਹੋਰਾਂ ਦੀ ਗੱਲ ਹੈ। ਅੱਛਾ ਨਹੀਂ ਮੈਨੂੰ ਇਸ ਵੀ ਬਾਕੀ ਬਾਰੇ ਛੱਡ ਆਉਣੇ ਨਹੀਂ ਛੱਡ ਕੇ ਨਹੀਂ ਆਉਣੇ, ਜਾਣੀ ਕਈ ਵਾਰੀ ਉਹ ਫਿਰ ਰਹਿ ਜਾਂਦੇ ਹੁੰਦੇ ਆ। ਅੱਛਾ ਮੈਨੂੰ ਸੀ ਵੀ ਉਧਰ ਹੋ ਕੇ ਭਾਵੇਂ ਆ ਜਾਈਏ, ਕਿਉਂਕਿ ਮੁੜ ਕੇ ਫਿਰ ਜਿੱਧਰ ਹੁੰਦਾ ਨਾ ਕਿ ਸਵੇਰ ਨੂੰ ਜਿਹੜੇ ਪਿੰਡ 'ਚ 3 ਰਿਸ਼ਤੇਦਾਰੀਆਂ ਹੁਣ ਆ ਪਹਿਲਾਂ 2 ਘਰਾਂ 'ਚ ਹੋਈਏ, ਮੁੜ ਕੇ ਉੱਥੇ ਆਰਾਮ ਨਾਲ ਬੈਠਾਂਗੇ। ਚਲੋ ਅੱਛਾ ਬਹਿਸ ਭਰਾਵਾਂ ਦੀ ਗੱਲ ਇਹ ਆ ਵੀ ਐਤਕੀ
ਉਹ ਜਿਹੜਾ ਖਾਸ ਕਰਕੇ ਕਿਉਂਕਿ ਹਲਕਾ ਤੇ ਹਰੇਕ ਵਾਰੀ ਉਹ ਚਰਚਾ 'ਚ ਰਹਿੰਦਾ। ਪਰ ਐਤਕੀ ਮੇਰੇ ਖਿਆਲ ਨਾਲ ਜੇ ਇਲੈਕਸ਼ਨਾਂ ਤੋਂ ਪਹਿਲਾਂ ਕਿਸੇ ਹਲਕੇ 'ਚ ਖੜਕਾ ਦੜਕਾ ਹੋਇਆ ਤੇ ਉਹ ਹਲਕਾ ਸੀ। ਹਾਲਾਂਕਿ ਆਸ ਉਮੀਦ ਜ਼ਿਆਦਾ ਸੀ ਕਿ ਉਹ ਅੰਮ੍ਰਿਤਸਰ ਪੂਰਬੀ ਵਾਲੇ ਪਾਸੇ ਸੀ ਵੀ ਖੜਕਾ ਹੋਊ ਤੇ ਇੱਧਰ ਹੋਊ, ਉੱਧਰ ਤੇ ਨਹੀਂ ਹੋਇਆ ਪਰ ਉੱਥੇ ਜ਼ਰੂਰ ਹੋਇਆ। ਦੇਖੋ ਸਿਮਰਜੀਤ ਸਿੰਘ ਬੈਂਸ ਹੋਰਾਂ ਦੀ ਪਾਰਟੀ ਦਾ ਐਤਕੀ ਚਰਚਾ ਸੀ ਕਿ ਕਿਤੇ ਨਾ ਕਿਤੇ ਗੱਠਜੋੜ ਹੋ ਜੂ, ਕਦੇ ਸੀ ਸ਼ਾਮਲ ਹੋ ਜਾਣਾ। ਉਹ ਨਾ ਕਿਸੇ ਪਾਰਟੀ ਸ਼ਾਮਲ ਹੋਏ ਨਾ ਗੱਠਜੋੜ ਹੋਇਆ, ਆਪੇ ਚੋਣ ਲੜ ਰਿਹਾ। ਹੁਣ ਸੰਧਾਲੀਆ ਸਾਹਿਬ ਹਾਲਾਤ ਕੀ ਬਣੇ? ਇੱਕ ਤਾਂ ਪਹਿਲਾਂ ਝਗੜੇ ਹੋ ਗਏ, ਕੁਝ ਘੰਟੇ ਲਈ ਸਿਮਰਜੀਤ ਸਿੰਘ ਬੈਂਸ ਹੋਰਾਂ ਨੂੰ ਅੰਦਰ ਵੀ ਰੱਖਿਆ, ਫਿਰ ਉਹਦੇ ਤੋਂ ਬਾਅਦ ਉਹ ਬਾਹਰ ਵੀ ਆ ਗਏ, ਗੋਲੀਆਂ ਵੀ ਚੱਲੀਆਂ, ਵਾਹਵਾ ਕੁਝ ਜੋ ਕੁਝ ਹੋ ਸਕਦਾ ਸੀ ਉਸ ਹਲਕੇ 'ਚ ਸਭ ਤੋਂ ਵੱਧ ਝਗੜੇ ਉੱਥੇ। ਹਾਲਾਂਕਿ ਗਿੱਦੜਵਾਹੇ 'ਚ ਬੜੇ ਚਾਂਸ ਸੀਗੇ ਝਗੜੇ ਹੋਣਗੇ, ਉਹ ਗਿੱਦੜਵਾਹੇ ਵਾਲੇ ਨਹੀਂ ਝਗੜੇ, ਪਰ ਲੁਧਿਆਣੇ 'ਚ ਆਤਮਨਗਰ ਝਗੜਾ ਹੋਇਆ। ਸਿਮਰਜੀਤ ਸਿੰਘ ਬੈਂਸ ਤੇ ਜਿਹੜੇ ਉਹਨਾਂ ਦੇ ਭਾਈ ਬਲਵਿੰਦਰ ਸਿੰਘ ਬੈਂਸ ਹੋਰੀ ਨੇ, ਇੱਕ ਗੱਲ ਉਹਨਾਂ ਦੇ ਪੱਖ 'ਚ ਜਾਂਦੀ ਆ ਕਿ ਉਹ ਲੋਕਾਂ 'ਚ ਵਿਚਰਦੇ ਆ, ਕਿ ਉਹਨਾਂ ਨੇ ਆਪਣਾ ਦਫ਼ਤਰ ਬਣਾਇਆ, ਕੋਈ ਬੰਦਾ ਜਦੋਂ ਮਰਜ਼ੀ ਆਵੇ ਕੰਮ ਧੰਦਾ ਉਹਦਾ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਟੈਲੀਫੋਨ ਕਰਦੇ ਆ। ਉਸ ਪੱਖੋਂ ਉਹਨਾਂ ਦੀ ਦਾਅਵੇਦਾਰੀ ਬੜੀ ਮਜ਼ਬੂਤ ਹੈ। ਪਰ ਪਿਛਲੀ ਵਾਰ ਜਦੋਂ ਉਹ ਜਿੱਤੇ ਸੀ ਤਾਂ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਸੀ। ਹੋ ਸਕਦਾ ਕੋਈ ਕਹਿਣ ਵਾਲਾ ਆਖੇ ਕਿ ਨਹੀਂ ਜੀ ਲੋਕ ਸਭਾ ਦੀਆਂ ਚੋਣਾਂ ਵੀ ਤਾਂ 2 ਲੱਖ ਤੋਂ ਉੱਪਰ ਵੋਟਾਂ ਲੈ ਗਏ ਬੈਂਸ ਸਾਹਿਬ, ਪਰ ਉਦੋਂ ਵੀ ਗੱਠਜੋੜ ਸੀ, ਉਦੋਂ 3-4 ਧਿਰਾਂ ਦੇ ਨਾਲ ਗੱਠਜੋੜ ਸੀ। ਤੇ ਐਤਕੀ ਲੰਬੇ ਸਮੇਂ ਬਾਅਦ ਸਿਮਰਜੀਤ ਸਿੰਘ ਬੈਂਸ ਹੋਰਾਂ ਦਾ ਕਿਸੇ ਵੀ ਧਿਰ ਦੇ ਨਾਲ ਕੋਈ ਗੱਠਜੋੜ ਨਹੀਂ ਹੈ। ਤੇ ਜਦੋਂ ਗੱਠਜੋੜ ਨਹੀਂ, ਇੱਕ ਪਾਸੇ ਤਾਂ ਆਪਣੀਆਂ ਦੋਨਾਂ ਸੀਟਾਂ ਨੂੰ ਬਚਾਉਣਾ ਜ਼ਰੂਰੀ ਹੈ, ਦੂਸਰਾ ਸੀਟਾਂ ਦੀ ਲੀਡ ਬਚਾਉਣੀ ਜ਼ਰੂਰੀ ਹੈ, ਤੇ ਤੀਸਰਾ ਐਤਕੀ ਜਦੋਂ ਵਿਸ਼ਲੇਸ਼ਣ ਕੀਤਾ ਜਾਣਾ ਨਾ, ਇਦਾਂ ਨਹੀਂ ਕੀਤਾ ਜਾਣਾ ਕਿ ਬੈਂਸ ਭਰਾਵਾਂ ਨੇ ਆਪਣੀਆਂ ਸੀਟਾਂ ਦੇ ਵਿੱਚੋਂ ਕਿੰਨੀਆਂ ਵੋਟਾਂ ਲਈਆਂ, ਜਿੱਤੇ ਕਿ ਨਹੀਂ ਜਿੱਤੇ, ਜੇ ਜਿੱਤੇ ਤਾਂ ਕਿੰਨੀਆਂ ਵੋਟਾਂ ਨਾਲ ਜਿੱਤੇ, ਕਿਉਂਕਿ ਐਤਕੀ ਸੁੱਖ ਨਾ 2.5 ਦਰਜਨ ਤੋਂ ਵੱਧ ਉਹਨਾਂ ਦੇ ਉਮੀਦਵਾਰ ਖੜੇ ਆ। ਐਤਕੀ ਇਦਾਂ ਵੀ ਲੋਕਾਂ ਨੇ ਦੇਖਣਾ ਕਿ ਇੰਨੇ ਉਮੀਦਵਾਰ ਖੜੇ ਸੀ ਵਿੱਚੋਂ ਜਿੱਤੇ ਕਿੰਨੇ, ਇੰਨੇ ਉਮੀਦਵਾਰ ਖੜੇ ਸੀ ਵਿੱਚੋਂ ਜ਼ਮਾਨਤਾਂ ਕਿੰਨਿਆਂ ਦੀਆਂ ਬਚੀਆਂ ਤੇ ਕਿੰਨਿਆਂ ਦੀਆਂ ਜ਼ਬਤ ਹੋਈਆਂ। ਸੋ ਲੋਕ ਇਨਸਾਫ ਪਾਰਟੀ ਦੇ ਲਈ ਵੀ ਹੋਂਦ ਦੀ ਲੜਾਈ ਹੈ ਵਿਧਾਨ ਸਭਾ ਦੀ ਚੋਣ। ਨਹੀਂ ਨਾਲ ਪਰ ਇੱਕ ਗੱਲ ਨਾ, ਪੋਜ਼ਿਟਿਵਿਟੀ ਲੀਡਰ ਲੱਭ ਲੈਂਦੇ ਹੁੰਦੇ ਆ। ਜੀ ਹੋ ਸਕਦਾ ਬਾਅਦ 'ਚ ਬੰਦਾ ਹਿਸਾਬ ਲਾਵੇ ਵੀ ਇੰਨਿਆਂ ਦੇ ਵਿੱਚੋਂ ਇੰਨੀਆਂ ਹੀ ਸੀਟਾਂ ਆਈਆਂ, ਪਰ ਉਹ ਕਹਿੰਦਾ ਨਹੀਂ ਸੀਟਾਂ 'ਚ ਨਾ ਪਾਓ, ਪਿਛਲੀ ਵਾਰ ਸਾਡੀ ਪਰਸੈਂਟੇਜ ਦੇਖੋ, ਵੋਟ ਪਰਸੈਂਟੇਜ। ਐਤਕੀ ਤੇ ਉਹ ਗੱਲ ਕਲੀਅਰ ਹੀ ਹੈ ਵੀ ਜੇ ਕੈਂਡੀਡੇਟ ਜ਼ਿਆਦਾ ਨੇ ਤੇ ਉਹ ਵਧਣੀ ਹੈ ਜੀ, ਵੀ ਸਾਡੀ ਵੋਟ ਪਰਸੈਂਟੇਜ ਵੱਧ ਗਈ, ਇਸ ਕਰਕੇ ਅਸੀਂ ਅੱਗੇ ਨਾਲੋਂ ਵੱਡੇ ਹੋ ਗਏ। ਪਰ ਜੇ ਗੱਠਜੋੜ ਦੀ ਗੱਲ ਕਰੀਏ ਤੇ ਪਹਿਲਾਂ ਜਦੋਂ ਚੰਨੀ ਸਾਹਿਬ ਅਜੇ ਬਣੇ ਹੀ ਨੇ ਮੁੱਖ ਮੰਤਰੀ, ਕੁਛ ਕੁ ਦਿਨ ਕੰਮ ਸ਼ਾਂਤ ਹੋ ਗਿਆ, ਕਿਉਂਕਿ ਕੈਪਟਨ ਸਾਹਿਬ ਦੇ ਜਾਣ ਤੱਕ ਮਾਮਲਾ ਇੰਨਾ ਗਰਮ ਸੀ ਕਿ ਮੇਰੇ ਖਿਆਲ ਨਾਲ ਰੋਜ਼ ਖਬਰ ਆਉਂਦੀ ਸੀ ਵੀ ਅੱਜ ਸ਼ਾਇਦ ਬੈਂਸ ਸਾਹਿਬ ਦੀ ਮੁਸ਼ਕਲ ਵੱਧ ਸਕਦੀ ਆ, ਅੱਜ ਆ ਹੋ ਸਕਦਾ, ਫਲਾਣੇ ਥਾਂ ਧਰਨਾ ਲੱਗ ਗਿਆ, ਢੀਂਗੜੇ ਥਾਂ ਦੇ ਉੱਪਰ ਕਹਿੰਦੇ ਜੀ ਇੱਦਾਂ ਹੋ ਗਿਆ। ਐਂਡ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਕਾਂਗਰਸ ਪਾਰਟੀ ਵਾਲੇ ਪਾਸੋਂ ਕੰਮ ਸੀਗਾ, ਬੜੀ ਵਾਰ ਆਪਾਂ ਸੁਣਿਆ ਵੀ ਉਹ ਲਾਂਭਾ ਦਿੰਦੇ ਸੀ ਬੈਂਸ ਸਾਹਿਬ, ਯਾਰ ਸਾਨੂੰ ਕੀ ਗੱਲ ਕੈਪਟਨ ਸਾਹਿਬ ਪਾਰਟੀ ਨਹੀਂ ਗਿਣਦੇ, ਵੀ ਜਦੋਂ ਵੀ ਕਿਤੇ ਹੁੰਦੀ ਨਾ ਆਲ ਪਾਰਟੀ ਮੀਟਿੰਗ, ਕਹਿੰਦੇ ਸਾਨੂੰ ਉੱਥੇ ਰੱਖਿਆ ਨਹੀਂ ਜਾਂਦਾ ਭਾਈ ਸਾਹਿਬ, ਉਤਰਾਅ ਸੀ ਉਹਨਾਂ ਦਾ ਇਸ ਚੀਜ਼ ਦਾ। ਪਰ ਫਿਰ ਜਦੋਂ ਚੰਨੀ ਸਾਹਿਬ ਆਏ ਤੇ ਵਿੱਚੋਂ ਚਰਚਾ ਚੱਲੀ ਵੀ ਸ਼ਾਇਦ ਕਿਤੇ ਨਾ ਕਿਤੇ ਹੁਣ ਕਿਉਂਕਿ ਅਹੁਦੇਦਾਰੀਆਂ ਬਦਲੀਆਂ ਨੇ ਤੇ ਗੱਠਜੋੜ ਵਾਲੀ ਗੱਲ ਚੱਲੇ, ਨਹੀਂ ਗੱਲ ਬਣੀ, ਫਿਰ ਚਰਚਾ ਚੱਲ ਪਿਆ ਵੀ ਸ਼ਾਇਦ ਬੀਜੇਪੀ ਨਾਲ ਕੋਈ ਗੱਲ ਚੱਲ ਜਾਵੇ, ਉਹ ਵੀ ਗੱਲ ਨਹੀਂ ਬਣੀ। ਤੇ ਫਿਰ ਮਗਰੋਂ ਜੋ ਕਹਿੰਦੇ ਵੀ ਨਾ ਗੱਠ-ਗੁੱਠ ਜੋੜ ਕੋਈ ਨਹੀਂ, ਸਾਡੀ ਆਪਣੀ ਪਾਰਟੀ, ਅਸੀਂ ਆਪ ਲੜਨੀਆਂ ਇਲੈਕਸ਼ਨਾਂ ਸਾਰੀਆਂ। ਸੰਧਾਲੀਆ ਸਾਹਿਬ ਐਤਕੀ ਨਾ ਇੱਕ ਕੰਮ ਹੋਰ ਵੀ ਹੋ ਸਕਦਾ, ਕਈ ਵਾਰੀ ਜਦੋਂ ਨਾ ਬਰਾਤ ਬਹੁਤੀ ਵੇਲੇ ਸਿਰ ਆ ਜਾਏ, ਮੇਲ ਕਈ ਵਾਰੀ ਆਇਆ ਨਹੀਂ ਹੁੰਦਾ ਪੂਰਾ, ਆਮ ਤੌਰ ਤੇ ਹੁੰਦਾ ਜੀ ਸਵਾਗਤੀ ਬਰਾਤ ਕਿੰਨੇ ਵਜੇ ਆਉਣਾ, 9:30 ਤੇ ਆਮ ਤੌਰ ਤੇ ਤੁਹਾਡੇ ਵਰਗੇ ਵੱਡੇ 11 ਕੁ ਵਜੇ ਨਾਲ ਚੱਲਦੇ ਆ, ਸਵੇਰੇ ਹੀ ਕਿਹੜਾ ਆਉਂਦਾ, ਤੁਸੀਂ 11 ਵਜੇ ਦੇ ਹਿਸਾਬ ਨਾਲ ਤੁਰਨਾ, ਮੋਢੇ 2 ਫਾਟਕ ਲੱਗ ਜਾਣੇ, 11:45 ਪਹੁੰਚਣਾ, ਯਾਨੀ ਬਰਾਤ 9:30 ਵਜੇ ਆ ਜਾਣੀ। ਅਗਲੇ ਕਈ ਵਾਰੀ ਪਾਬੰਦ ਹੁੰਦੇ ਨੇ ਬਹੁਤ, 9:30 ਬਰਾਤ ਆ ਗਈ, ਮੇਲ ਮੂਹਰੇ ਥੋੜ੍ਹਾ ਜਿਹਾ ਘੱਟ ਹੈ, ਅਗਲਿਆਂ ਦੇ ਫੁੱਫੜ ਵੀ ਪੂਰੇ ਆ ਬਰਾਤੀਆਂ ਦੇ, ਮਾਮੇ ਵੀ ਐਨ ਖੜੇ ਆ ਉੱਥੇ, ਪ੍ਰਾਹੁਣਾ ਸਾਹਿਬ ਵੀ ਐਨ ਮਿਲਣੀ ਕਰਨ ਨੂੰ ਖੜੇ ਆ, ਤੇ ਮੂਹਰਲੇ ਪਾਸੇ ਬੰਦਾ ਲੱਭਦਾ ਕੋਈ ਨਹੀਂ। ਉਸ ਵੇਲੇ ਨਾ ਕਈ ਵਾਰੀ ਬੰਦਾ ਇੱਕ ਸਕੂਟਰ ਜੇ ਲਾਉਂਦਾ ਹੀ ਹੁੰਦਾ, ਉਹਨੇ ਜਾਣੀ ਫਿਰ ਰੁਮਾਲ ਮੂੰਹ ਤੋਂ ਖੋਲ੍ਹਣਾ ਹੁੰਦਾ ਆ, ਮਾੜਾ ਮੋਟੇ ਕੱਪੜੇ ਝਾੜਨੇ ਹੁੰਦੇ ਆ, 2 ਜਣੇ ਭੱਜਦੇ, ਇੱਕ ਸਕੂਟਰ ਫੜ ਲੈਂਦਾ, ਦੂਜਾ ਉਹਨੂੰ ਬਾਹਾਂ ਫੜੇ, ਭਾਜੀ ਆਇਓ ਮਾੜਾ ਜਿਹਾ ਮਿਲਣੀ ਕਰਨੀ, ਬੰਦੇ ਨੂੰ ਲੱਭਦੇ। ਯਾਨੀ ਜੇ ਤਾਂ ਐਤਕੀ ਕਿਸੇ ਨੂੰ ਬਹੁਮਤ ਮਿਲ ਗਿਆ ਠੀਕ ਹੈ, ਹੋ ਸਕਦਾ ਕਿ 1-2 ਵਿਧਾਇਕਾਂ ਦੇ ਉੱਤੇ ਸਰਕਾਰ ਦਾ ਜੇ ਪੇਚ ਫਸ ਗਿਆ ਤਾਂ ਮਿਲਣੀ ਵਾਲੀ ਜਿਹੜੀ ਆ ਸਾਰੇ ਕੁਛ ਨਾ, ਉਹ 100 ਰੁਪਈਆ ਵੀ ਕੋਲੋਂ ਕੱਢ ਕੇ ਫੜਾਉਂਦੇ ਹੁੰਦੇ ਆ ਕਿ ਭਾਈ ਆ ਵਾਰਨੇ ਦਾ, ਹਾਰ ਵੀ ਦਿੰਦੇ ਹੁੰਦੇ, ਤੇ ਇਹਨਾਂ ਨਾਲ ਮਿਲਣੀ ਕਰਨੀ ਆ ਤੇ ਚੱਕਣ ਦੀ ਕੋਸ਼ਿਸ਼ ਨਹੀਂ ਕਰਨੀ। ਹੋ ਸਕਦਾ ਕਿ ਸਿਮਰਜੀਤ ਸਿੰਘ ਬੈਂਸ ਸਾਹਿਬ ਦੇ ਆਓ ਭਗਤ ਐਤਕੀ ਇੱਦਾਂ ਵੀ ਹੋਵੇ। ਆਹੋ ਨਹੀਂ ਗੱਲ ਬਣ ਸਕਦੀ ਹੈ, ਕਿਉਂਕਿ ਇਹ ਤੇ ਐਤਕੀ 3-4 ਸੀਟਾਂ ਦੇ ਉੱਪਰ ਹੋਰਨਾਂ ਥਾਵਾਂ ਤੇ ਵੀ ਹੈਗਾ ਨਾ ਜਿੱਥੇ ਆਜ਼ਾਦ ਕੈਂਡੀਡੇਟ ਵੀ ਨੇ, ਕਿਉਂਕਿ ਉਹਨਾਂ 'ਚੋਂ ਜੇ 1-2 ਦਾ ਦਾਅ ਲੱਗ ਗਿਆ ਤੇ ਫਿਰ ਉਹਨਾਂ ਦਾ ਮੁੱਲ ਵੀ ਹੋਣਾ, ਵੀ ਹੋ ਸਕਦਾ ਵੀ ਕਹਿੰਦੇ ਬਾਕੀ ਦੇ ਬਾਅਦ 'ਚ ਲੱਭਿਓ, ਉਹ ਸਰਦਾਰ ਜੀ ਕਿੱਥੇ ਬਲਾ, ਉਹਨਾਂ ਨੂੰ ਨਾਲ ਰੱਖੋ, ਉਹਨਾਂ ਨੂੰ ਨਾਲ ਰੱਖੋ, ਬਾਕੀ ਤਾਂ ਠੀਕ ਹੈ। ਪਰ ਚਲੋ ਇਹ ਤਾਂ ਹੁਣ ਲੁਧਿਆਣਾ ਦੱਸੂਗਾ ਜੀ ਵੀ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ। ਪਰ ਹੁਣ ਆਪਾਂ ਫਿਰ ਲੁਧਿਆਣੇ ਪਿੱਛੇ ਮੁੜੋ ਜੀ। ਚੰਨੀ ਸਾਹਿਬ 2 ਹਲਕਿਆਂ ਤੋਂ ਐਤਕੀ ਭਾਈ ਸਾਹਿਬ ਕੈਂਡੀਡੇਟ ਨੇ, ਤੇ ਜਦੋਂ ਸ੍ਰੀ ਚਮਕੌਰ ਸਾਹਿਬ ਛੱਡ ਕੇ ਭਦੌੜ ਵਾਲੇ ਪਾਸੇ ਆਏ, ਪਹਿਲਾ ਰੌਲਾ ਇਹੋ ਪਿਆ ਸੀ, ਲਓ ਬਣਾ ਲਓ ਮੁੱਖ ਮੰਤਰੀ, ਆਪਣੇ ਹਲਕੇ ਤੋਂ ਵੀ ਭੱਜ ਗਿਆ ਬੰਦਾ। ਪਰ ਚੰਨੀ ਸਾਹਿਬ ਕਹਿੰਦੇ ਨਹੀਂ ਇੱਦਾਂ ਨਹੀਂ ਹੈ, ਕਿਉਂਕਿ ਹੁਣ ਮੈਂ ਲੀਡ ਕਰ ਰਿਹਾ, ਇਸ ਕਰਕੇ ਪਾਰਟੀ ਨੇ ਜ਼ਿੰਮੇਵਾਰੀ ਲਾਈ ਹੈ ਵੀ ਚਮਕੌਰ ਸਾਹਿਬ ਦਾ ਜਿਹੜਾ ਜਿੰਨੇ ਕੁ ਏਰੀਏ ਦੇ ਵਿੱਚ ਹੈਗਾ ਦਬਦਬਾ, ਉਹ ਤਾਂ ਹੈਗਾ ਹੀ ਹੈਗਾ,
ਤੁਸੀਂ ਜਰਾ ਮਾਲਵੇ ਦੇ ਗੜ੍ਹ 'ਚ ਜਾਓ ਤਾਂ ਜੋ ਮਾਲਵੇ 'ਚ ਵੀ ਇੱਕ ਤਰ੍ਹਾਂ ਨਾਲ ਆਪਣੀ ਵੇਵ ਚੱਲੇ। ਮੈਂ ਤੇ ਇਸ ਕਰਕੇ 2 ਥਾਵਾਂ ਤੋਂ ਇਲੈਕਸ਼ਨ ਲੜ ਰਿਹਾ। ਹੁਣ ਸੀਟਾਂ ਉਹਨਾਂ ਨੇ 2 ਸੇੜ ਲੀਆਂ ਨੇ ਤੇ ਆਹੋ ਦੇਖੋ ਮੈਨੂੰ ਇਹ ਨਹੀਂ ਪਤਾ ਕਿ ਚੰਨੀ ਸਾਹਿਬ ਤੇ ਲਾਭ ਸਿੰਘ ਦੀ ਜਿਹੜੀ ਟੱਕਰ ਹੈ ਉੱਥੇ ਲਾਭ ਸਿੰਘ ਗੁੱਕੇ ਆਮ ਆਦਮੀ ਪਾਰਟੀ ਵਾਲੀ ਵੀ ਉਹਦੇ ਵਿੱਚੋਂ ਕੌਣ ਜਿੱਤਦਾ ਜਾਂ ਹਾਰਦਾ। ਮੈਨੂੰ ਇਹ ਵੀ ਨਹੀਂ ਪਤਾ ਕਿ ਸ਼੍ਰੀ ਚਮਕੌਰ ਸਾਹਿਬ ਤੋਂ ਚੰਨੀ ਸਾਹਿਬ ਦੇ ਮੁਕਾਬਲੇ ਡਾਕਟਰ ਚਰਨਜੀਤ ਸਿੰਘ ਹੋਰੀ ਆ ਆਮ ਆਦਮੀ ਪਾਰਟੀ ਦੇ, ਕਿ ਇਹਨਾਂ 'ਚੋਂ ਕੌਣ ਜਿੱਤਦਾ ਹਾਰਦਾ। ਇੱਕ ਬੰਦਾ ਹੋਰ ਹੈ ਜਿਹੜਾ ਇਲੈਕਸ਼ਨ 'ਚ ਨਹੀਂ ਖੜਾ, ਜਿਹਨੇ ਕਾਗਜ਼ ਵੀ ਨਹੀਂ ਭਰੇ, ਜਿਹੜਾ ਉਸ ਦਿਨ ਜਾ ਕੇ ਐਜ਼ ਏ ਕੈਂਡੀਡੇਟ ਗਿਣਤੀ ਵੀ ਨਹੀਂ ਕਰਾ ਸਕਦਾ, ਪਰ ਉਹਦੀ ਜਿੱਤ ਹਾਰ ਵੀ ਚੰਨੀ ਸਾਹਿਬ ਦੇ 2 ਹਲਕਿਆਂ ਦੇ ਟਿਕੀ ਆ। ਤੇ ਉਸ ਬੰਦੇ ਨਾਲ ਜਗਮੋਹਨ ਸਿੰਘ ਕੰਗ ਹੈ ਜਿਹਨਾਂ ਨੂੰ ਕਰਨ ਤੋਂ ਟਿਕ ਨਹੀਂ ਸੀ ਦਿੱਤੀ। ਉਹ ਕਹਿੰਦਾ ਸੀ ਮੈਂ ਬਾਕੀ ਕੋਈ ਕਰਾਂ ਨਾ ਕਰਾਂ, ਆਮ ਆਦਮੀ ਪਾਰਟੀ ਸ਼ਾਮਲ ਹੋਏ, ਚੰਨੀ ਨਹੀਂ ਜਿੱਤਣ ਦੇਣਾ। ਨਹੀਂ ਉਹ ਤੁਸੀਂ ਇਹ ਦੇਖੋ ਵੀ ਪਹਿਲਾਂ ਤਾਂ ਕੰਗ ਸਾਹਿਬ 3-4 ਦਿਨ ਬਿਆਨ ਦਿੰਦੇ ਰਹੇ ਵੀ ਪੱਕੇ ਕਾਂਗਰਸੀ, ਪੁਰਾਣੇ ਕਾਂਗਰਸੀ, ਸ਼ੁਰੂ ਤੋਂ ਆਹ ਕੰਮ ਕੀਤਾ, ਪਾਰਟੀ ਲਈ ਆਹ ਕੀਤਾ ਜੀ। ਜਦੋਂ ਉਹਨਾਂ ਵੇਖਿਆ ਵੀ ਨਾ ਤੇ ਪਾਰਟੀ ਬੋਲਦੀ, ਨਾ ਪਾਰਟੀ ਹਾਈ ਕਮਾਂਡ ਬੋਲਦੀ, ਨਾ ਪਾਰਟੀ ਦੀ ਲੋਕਲ ਲੀਡਰਸ਼ਿਪ ਹੀ ਬੋਲਦੀ ਹੈ, ਉਹ ਕਹਿੰਦੇ ਚੰਗਾ ਫਿਰ ਚੱਕੋ ਤੁਸੀਂ ਆਪਣਾ ਕੰਮ ਤੇ ਮੈਂ ਇੱਧਰ ਹੋ ਜਾਣਾ। ਉਹ ਜਿਸ ਹਿਸਾਬ ਨਾਲ ਉਹਨਾਂ ਨੇ ਕੰਮ ਕੀਤਾ, ਕਿਉਂਕਿ ਜੋ ਚੰਡੀਗੜ੍ਹ ਦੇ ਲਾਗੋਂ ਲੈ ਕੇ ਤੇ ਸ੍ਰੀ ਚਮਕੌਰ ਸਾਹਿਬ ਤੇ ਭਦੌੜ ਤੱਕ ਅਸਰ ਉਹਨਾਂ ਦਾ, ਉਹ ਅਸਰ ਕਿੰਨਾ ਕੁ ਚੰਨੀ ਸਾਹਿਬ ਨੂੰ ਮਾਰਦਾ ਨਹੀਂ ਮਾਰਦਾ ਇਹ ਵੀ ਟਾਈਮ ਦੱਸੂਗਾ। ਨਹੀਂ ਬਿਲਕੁਲ ਇਹ ਗੱਲ ਤੁਹਾਡੀ ਠੀਕ ਆ, ਪਰ ਇੱਕ ਗੱਲ ਹੈਗੀ ਆ, ਜੇ ਭਦੌੜ ਤੋਂ ਨਤੀਜਾ ਚੰਨੀ ਸਾਹਿਬ ਦੇ ਹੱਕ 'ਚ ਨਾ ਆਇਆ, ਜੇ ਲਾਭ ਸਿੰਘ ਦਾ ਦਾਅ ਲੱਗ ਗਿਆ, ਜਿੱਦਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਭਾਈ ਮੁੰਡੇ ਨੇ ਕੰਮ ਬੜਾ ਕੀਤਾ, ਮੁੰਡਾ ਵਿਚਰਦਾ ਰਿਹਾ, ਪਿਛਲੀ ਵਾਰੀ ਭਾਵੇਂ ਟਿਕਟ ਨਹੀਂ ਸੀ ਮਿਲੇ, ਪਾਰਟੀ ਤੋਂ ਲਾਂਭੇ ਨਹੀਂ ਹੋਇਆ, ਹੁਣ ਵੀ ਕਹਿੰਦੇ ਆ ਕਿ ਜੇ ਜਾਓ ਤਾਂ ਇਹ ਲਾਭ ਸਿੰਘ ਦੇ ਘਰ ਦਾ ਬੂਹਾ ਖੜਕਾਓ ਤਾਂ ਉਹਨਾਂ ਦੀ ਮਾਤਾ ਜੀ ਜਾਂ ਉਹਨਾਂ ਦੇ ਘਰੋਂ ਜਿਹੜੇ ਆ ਉਹ ਕੋਈ ਨਾ ਕੋਈ ਕੰਮ ਕਰਦੇ ਹੁੰਦੇ। ਪਿਛਲੇ ਦਿਨ ਵੀ ਪੱਤਰਕਾਰ ਗਏ ਸੀ ਤਾਂ ਉਹ ਜਿਉਂ ਬਾਲਟੀ 'ਚ ਕੱਪੜੇ ਡੋਬਣ ਡੇ ਸੀ, ਕਹਿੰਦੇ ਜੀ ਸਾਡੇ ਤੋਂ ਤਾਂ ਘਰ ਦੇ ਕੰਮ ਨਹੀਂ ਮੁੱਕਦੇ, ਸਾਡੇ ਤੋਂ ਜਾ ਹੁੰਦਾ। ਉਹ ਗਏ ਹੋਏ ਨੇ, ਸਮਰਪਿਤ ਨੇ ਉਹ ਫਿਰ ਉਹਨਾਂ ਦੇ ਜੀ ਖੰਡ ਲੈਣ ਭੇਜਿਆ, ਉਹ ਥੋੜ੍ਹਾ ਸੌਦਾ ਮੁੱਕਾ, ਸੌਦਾ ਲੈਣ ਗਏ, ਬਹਿ ਜਾਓ 10 ਮਿੰਟ 'ਚ ਆਉਂਦੇ ਹੋਣੇ ਆ। ਆਹੋ ਨਹੀਂ ਇਹ ਜਿਹੜੀ ਚੀਜ਼ ਆ, ਜੇ ਇਹ ਨਤੀਜਾ ਵਾਕਈ ਇਦਾਂ ਆ ਗਿਆ ਤੇ ਇਹਦੀ ਚਰਚਾ ਸਭ ਤੋਂ ਵੱਧ ਹੋਣੀ, ਕਿਉਂਕਿ ਆਪਾਂ ਉਹਨਾਂ ਹਲਕਿਆਂ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਗੱਲ ਕਰਨ ਦੀ ਤੁਹਾਡੇ ਨਾਲ, ਵੀ ਜਿਹੜੇ ਹਲਕਿਆਂ ਦੇ ਉੱਪਰ ਉਸ ਦਿਨ ਬਹੁਤਾ ਕਰਕੇ ਧਿਆਨ ਲੱਗਾ ਰਹਿਣਾ, ਕਿਉਂਕਿ ਸੀਐਮ ਫੇਸ ਨੇ ਚੰਨੀ ਸਾਹਿਬ ਕਾਂਗਰਸ ਪਾਰਟੀ ਦੇ, ਤੇ ਸੀਐਮ ਫੇਸ ਉਹ ਵੀ 2 ਥਾਵਾਂ ਤੋਂ ਇਲੈਕਸ਼ਨ ਲੜ ਰਹੇ ਆ ਤੇ ਦੋਨੇ ਥਾਵਾਂ ਤੋਂ ਜਿੱਤਣਾ ਉਹਨਾਂ ਲਈ ਬੜਾ ਜ਼ਰੂਰੀ ਆ। ਇਹ ਥੋੜਾ ਜਿਹਾ ਇੱਥੇ ਲਾਭ ਸਿੰਘ ਦਾ ਮੁਕਾਬਲਾ ਇਕੱਲੇ ਚੰਨੀ ਸਾਹਿਬ ਨਾਲ ਹੈ ਨਹੀਂ ਸੀ। ਲਾਭ ਸਿੰਘ ਦਾ ਮੁਕਾਬਲਾ ਮੌਜੂਦਾ ਮੁੱਖ ਮੰਤਰੀ ਨਾਲ ਵੀ ਸੀ, ਮੌਜੂਦਾ ਵਿਧਾਇਕ ਪਰਮਲ ਸਿੰਘ ਨਾਲ ਵੀ ਸੀ, ਇੱਕ MP ਆਪਾਂ ਨੂੰ ਪਤਾ ਮੁਹੰਮਦ ਸਦੀਕ ਸਾਹਿਬ ਇੱਕ ਵਾਰੀ ਇੱਥੋਂ ਚੋਣ ਲੜ ਕੇ ਇੱਕ ਵਾਰੀ MLA ਬਣੇ ਸੀ 12 ਦੇ ਵਿੱਚ, ਦਰਬਾਰਾ ਸਿੰਘ ਗੁਰੂ ਹੋਰਾਂ ਨੂੰ ਹਰਾ ਕੇ, ਉਹ ਵੀ ਪ੍ਰਚਾਰ ਐਨ ਬਰਾਬਰ ਹੱਕ ਕਰਦੇ ਸੀ, ਉਹਨਾਂ ਦੇ ਨਾਲ ਵੀ ਸੀ। ਉੱਥੇ ਜੇ ਕਿਤੇ ਨਤੀਜਾ ਬਦਲਿਆ, ਕਿਉਂਕਿ ਕਈ ਬੰਦੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਉਹ ਹੋ ਸਕਦਾ ਜਾ ਕੇ ਸਾਰੀ ਜਗ੍ਹਾ ਪ੍ਰਸ਼ਾਦ ਸੁਖਦੇ ਹੋਣ, ਬਾਬਾ ਜੀ ਚੰਨੀ ਸਾਹਿਬ ਨੂੰ ਦੋਨਾਂ ਹਲਕਿਆਂ ਤੋਂ ਜਿਤਾ ਦਿਓ, ਕਿਉਂ ਫੇਰ ਹੀ ਹਲਕਾ ਖਾਲੀ ਕਰਨਗੇ ਤਾਂ ਨਹੀਂ। ਫਿਰ ਇੱਕ ਮੁਕਾਬਲਾ ਤੁਸੀਂ ਨਾਂ ਨਹੀਂ ਲਿਆ, ਦਰਬਾਰਾ ਸਿੰਘ ਗੁਰੂ ਸਾਹਿਬ ਵੀ ਐਂਡ ਦੇ ਮੌਕੇ ਦੇ ਨਾਲ ਹੀ ਹੋ ਗਏ ਸੀ, ਐਨ ਨਾਲ ਹੋ ਗਏ ਸੀ। ਹਾਂ, ਮਤਲਬ ਇਹ ਬੜੀ ਹੈਰਾਨੀ ਵਾਲੀ ਗੱਲ ਹੋ ਗਈ ਵੀ ਮਾਲਵੇ ਦੇ ਵਿੱਚ ਉਹੀ ਸਦੀਕ ਸਾਹਿਬ ਤੇ ਉਹੀ ਦਰਬਾਰਾ ਸਿੰਘ ਗੁਰੂ ਹੋਰੀ ਜਿਹੜੇ ਕਦੀ ਮਤਲਬ ਇੱਧਰ ਉੱਧਰ ਹੀ ਜਾਂਦੇ ਹੁੰਦੇ, ਵਕੀਲ ਉਹਨਾਂ ਦੇ ਵੱਖਰੇ ਹੁੰਦੇ ਸੀ, ਉਹਨਾਂ ਦੇ ਵੱਖਰੇ ਹੁੰਦੇ ਸੀ, ਜੱਜ ਸਾਹਿਬ ਸੁਣਵਾਈ ਕਰਦੇ ਹੁੰਦੇ। ਅੱਛਾ ਜੀ ਰੌਲਾ ਹੈ ਕਿ ਉਹ ਕਹਿੰਦੇ ਜੀ ਇਹ ਬੰਦੇ ਨੂੰ ਟਿਕਟ ਗਲਤ ਦਿੱਤੀ ਹੈ, ਮੇਰਾ ਹੱਕ ਬਣਦਾ ਸੀ। ਕਿੱਥੇ ਲੜਾਈ ਲੜਦੇ ਤੇ ਅਖੀਰ ਬੰਦੇ ਇਕੱਠੇ ਇੱਕੋ ਟੈਂਪੂ ਤੇ ਚੜ੍ਹ ਕੇ ਪ੍ਰਚਾਰ ਕਰਦੇ ਫਿਰਦੇ ਚੰਨੀ ਸਾਹਿਬ। ਐਨ ਸਤਿ ਸ੍ਰੀ ਅਕਾਲ ਬੁਲਾਉਂਦੇ ਇੱਕ ਦੂਜੇ ਨੂੰ, ਸਤਿ ਸ੍ਰੀ ਅਕਾਲ ਜੀ, ਆਓ ਜੀ, ਸਿਹਤਾਂ ਠੀਕ ਨੇ ਤਕੜੇ। ਨਹੀਂ ਵੈਸੇ ਸਦੀਕ ਸਾਹਿਬ ਦੀ ਸਿਹਤ ਦਾ ਤਾਂ ਪੁੱਛਣਾ ਚਾਹੀਦਾ, ਕਿਉਂਕਿ ਪਿਛਲੇ ਦਿਨਾਂ ਵਾਹ ਕਈ ਵਾਰ ਕੋਈ ਮੋਢਾ ਉਤਰ ਗਿਆ, ਕਈ ਵਾਰ ਕੁਝ ਹੋਰ ਹੋ ਗਿਆ, ਉਹ ਢਿੱਲੇ ਮਿੱਠੇ ਵਾਹ ਰਹੇ। ਚਲੋ ਆਪਾਂ ਇਹਦੇ ਤੋਂ ਬਾਅਦ ਪਟਿਆਲੇ ਜਾਣਾ, ਸ਼ਹਿਰੀ। ਦੇਖੋ ਕੈਪਟਨ ਸਾਹਿਬ ਐਤਕੀ ਇੱਕੋ ਉਹ ਹਲਕਾ ਹੈ, ਜੇ ਇਸ ਹਲਕੇ ਦੇ ਵਿੱਚ ਜਿੱਤ ਹਾਰ ਦੇ ਲਈ ਇੱਕ MP ਬੀਬੀ ਨੇ ਆਪਦੀ ਪਾਰਟੀ ਦੇ ਉਮੀਦਵਾਰ ਲਈ ਪ੍ਰਚਾਰ ਨਹੀਂ ਕੀਤਾ, ਸਗੋਂ ਦੂਸਰੀ ਪਾਰਟੀ ਦੇ ਉਮੀਦਵਾਰ ਲਈ ਪ੍ਰਚਾਰ ਕੀਤਾ, ਬੀਬੀ ਪ੍ਰਨੀਤ ਕੌਰ ਹੋਰਾਂ ਨੇ। ਹੋਰ ਕੋਈ ਬੰਦਾ ਖੁੱਲ੍ਹ ਕੇ ਇਦਾਂ ਨਹੀਂ ਆਇਆ। ਹੁਣ ਕੈਪਟਨ ਅਮਰਿੰਦਰ ਸਿੰਘ ਪੰਜਾਬ ਲੋਕ ਕਾਂਗਰਸ ਦੇ ਮੁਖੀ ਨੇ, ਉਮੀਦਵਾਰ ਵੀ ਨੇ, ਮੁੱਖ ਮੰਤਰੀ 2 ਵਾਰੀ ਰਹੇ, ਪੌਣੇ 10 ਸਾਲ ਦਾ ਸਮਾਂ ਉਹਨਾਂ ਨੇ ਲੰਘਾਇਆ, ਤੇ ਮੁਕਾਬਲਾ ਵਿਸ਼ਨੂੰ ਸ਼ਰਮਾ ਹੋਰਾਂ ਦੇ ਨਾਲ, ਕੋਹਲੀ ਸਾਹਿਬ ਦੇ ਨਾਲ ਤੇ ਜੁਨੇਜਾ ਸਾਹਿਬ, ਹਰਪਾਲ ਸਿੰਘ ਹੋਰੀ। ਉਹ 5 ਕੋਣੇ ਮੁਕਾਬਲੇ ਦੇ ਵਿੱਚ ਵੈਸੇ ਲੋਕ ਦੱਸਦੇ ਆ ਕਿ ਹੋ ਸਕਦਾ ਕੈਪਟਨ ਸਾਹਿਬ ਦਾ ਦਾਅ ਲੱਗ ਜਾਏ, ਪਰ ਜਿੱਦਾਂ ਉਹਨਾਂ ਨੇ ਕਿਹਾ ਸੀ ਨਾ, ਵੈਸੇ ਗੱਲ ਹੀ ਹੈ ਕਿ ਸਿੱਧੂ ਨਹੀਂ ਜਿੱਤਦਾ। ਹੁਣ ਸਿੱਧੂ ਦਾ ਪਤਾ ਨਹੀਂ ਉੱਥੇ ਅੰਮ੍ਰਿਤਸਰ ਪੂਰਬੀ ਤੋਂ ਕੀ ਹੋਊਗਾ, ਪਰ ਪਟਿਆਲੇ ਤੋਂ ਵੀ ਕਹਿੰਦੇ ਕੰਮ ਆਹੋ ਐਤਕੀ ਪਟਿਆਲਾ ਸ਼ਹਿਰੀ ਹਲਕੇ ਦੇ ਵਿੱਚ ਬੜੀ ਅਜੀਬ ਗੱਲ ਦੇਖਣ ਨੂੰ ਮਿਲੀ ਸੀ ਵੀ ਇੱਕ ਦਿਨ ਪਹਿਲਾਂ ਕਹਿੰਦੇ ਵੀ ਉਧਰੋਂ ਮੋਟਰਸਾਈਕਲ ਧੂਰਾਂ ਪੁੱਟਦੇ ਆਉਣ ਤੇ ਵੀ ਫਲਾਨਾ ਜਿੰਦਾਬਾਦ, ਆਹ ਜਿੰਦਾਬਾਦ, ਉਹ ਜਿੰਦਾਬਾਦ, ਤੇ ਬੰਦਾ ਕਹਿੰਦੇ ਇੱਕ ਖੱਟੇ ਰੰਗ ਦੀ ਪੱਗ ਬੰਨ੍ਹ ਕੇ ਗੱਡੀ ਦੇ ਉੱਤੇ ਬੈਠਾ, ਖੱਟੇ ਰੰਗ ਦੇ ਉਹਦੇ ਤੇ ਫੁੱਲ ਸੁੱਟੀ ਜਾਂਦੇ। ਅਚਾਨਕ ਕੋਈ ਮਤਲਬ ਜਨਾਬ ਉੱਥੇ ਆਉਂਦੇ ਨੇ ਤੇ ਉਹ ਕਹਿੰਦੇ ਜੀ ਕਿੱਧਰ ਉਹ, ਕਹਿੰਦੇ ਜੀ ਹਲਕੇ 'ਚ ਪ੍ਰਚਾਰ ਕਰਨਾ। ਕਹਿੰਦਾ ਨਾ 144 ਲੱਗ ਗਈ ਇੱਥੇ। ਉਹ ਕਹਿੰਦੇ ਜੀ ਹੁਣੇ ਹੀ ਲੱਗ ਗਈ ਕਿਤੇ। ਕਹਿੰਦੇ ਨਾ ਬਾਹਰਲਾ ਬੰਦਾ ਤੇ ਜਾ ਨਹੀਂ ਸਕਦਾ, ਤੁਸੀਂ ਇੱਦਾਂ ਕਰੋ ਇੱਥੋਂ ਬਾਈਪਾਸ ਪਾ ਲਓ, ਤੁਸੀਂ ਬਾਹਰੋਂ ਬਾਹਰ ਪਾ ਲਓ, ਤੁਸੀਂ ਪਟਿਆਲਾ ਸ਼ਹਿਰੀ ਹਲਕੇ 'ਚ ਨਹੀਂ ਵੜ ਸਕਦੇ। ਐਂਡ ਇਸ ਚੀਜ਼ ਦਾ ਰੋਸ ਵੀ ਆਮ ਆਦਮੀ ਪਾਰਟੀ ਨੇ ਕੀਤਾ ਸੀ ਵੀ ਇਹ ਅਚਾਨਕ ਪੂਰੇ ਪੰਜਾਬ ਨੂੰ ਛੱਡ ਕੇ ਇਸੇ ਹਲਕੇ 'ਚ 144 ਕਿੱਦਾਂ ਲੱਗ ਗਈ। ਤੇ ਉਦੋਂ ਬਾਅਦ ਮੇਰੇ ਖਿਆਲ ਅਗਲੇ ਦਿਨ ਹੀ
ਰਾਜਨਾਥ ਸਿੰਘ ਹੋਰੀ ਵੀ ਆਏ ਸੀ, ਉਹ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਮਹਾਰਾਣੀ ਪ੍ਰਨੀਤ ਕੌਰ ਹੋਰੀ ਤੇ ਕੈਪਟਨ ਸਾਹਿਬ, ਮਤਲਬ ਉਹ ਹੋ ਸਕਦਾ ਵੀ ਉਸ ਪੂਰੇ ਜੰਗਲੇ ਦੇ ਵਿੱਚ ਜਿਹੜਾ ਟੈਂਪੂ ਦੇ ਜਿੱਤੇ ਉਹ ਸੀਗੇ, ਉਸ ਟੈਂਪੂ ਨੂੰ ਨਾ ਸਮਝ ਲੱਗੀ ਹੋਵੇ ਵੀ ਯਾਰ ਅੱਜ ਮੇਰੇ 'ਚ ਕਿਹੜੀ ਪਾਰਟੀ ਵਾਲੇ ਲੀਡਰ ਪ੍ਰਚਾਰ ਕਰ ਗਏ ਨੇ ਨਾ, ਇੱਕ ਬੀਜੇਪੀ ਤੋਂ, ਇੱਕ ਕਾਂਗਰਸ ਤੋਂ, ਇੱਕ ਪੰਜਾਬ ਲੋਕ ਕਾਂਗਰਸ ਤੋਂ। ਹੋ ਸਕਦਾ ਜਾਣੀ ਜਿੱਥੇ ਇਕੱਠੇ ਟੈਂਪੂ ਮੁੜ ਕੇ ਡੱਕੇ ਹੁੰਦੇ ਆ, ਉਹ ਜਾਣੀ ਟੈਂਪੂ ਵਾਲੇ ਅੱਡੇ ਆ ਦੇ ਉੱਤੇ, ਤੇ ਉੱਥੇ ਉਹ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ, ਭਾ ਤੂੰ ਕਿੱਧਰੋਂ, ਮੈਂ ਅੱਜ ਫਲਾਨੀ ਪਾਰਟੀ ਆਇਆ, ਤੂੰ ਕਿੱਧਰੋਂ, ਯਾਰ ਮੈਨੂੰ ਤਾਂ ਅੱਜ ਆਪ ਨੂੰ ਨਹੀਂ ਪਤਾ ਮੈਂ ਕਿੱਧਰੋਂ ਆ, ਮੈਨੂੰ ਸਮਝ ਨਹੀਂ ਆਉਂਦੀ ਹੈਗੀ, ਮੇਰੇ ਸਿਰ 'ਚ ਪਾਣੀ ਪੂਣੀ ਪਾਓ ਤੁਸੀਂ। ਆਹ ਨਹੀਂ, ਇਹ ਚਰਚਾ ਤੇ ਹੈਗੀ ਆ, ਬਾਕੀ ਹੁਣ ਦੇਖੋ ਉੱਥੋਂ ਕੀ ਬਣਦਾ ਕੀ ਨਹੀਂ ਬਣਦਾ, ਇਹ ਦੱਸੂ ਟਾਈਮ। ਫਗਵਾੜਾ ਜਿਹੜਾ ਨਾ ਉਹ ਵਿਚਿੱਤਰ ਆ। ਫਗਵਾੜਾ ਇਸ ਕਰਕੇ ਵਿਚਿੱਤਰ ਹੈ ਕਿ ਐਤਕੀ ਉੱਥੋਂ ਬਹੁਤ ਕੁਛ ਦਾ ਤੇ ਲੱਗਿਆ। ਇੱਕ ਤਾਂ ਬਹੁਜਨ ਸਮਾਜ ਪਾਰਟੀ ਜਿਨ੍ਹਾਂ ਨੇ ਸਟੈਪ ਲਿਆ, ਅਕਾਲੀ ਦਲ ਦੇ ਨਾਲ ਸਮਝੌਤਾ ਕੀਤਾ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਫਗਵਾੜੇ ਤੋਂ ਖੜੇ ਨੇ। ਮੁਕਾਬਲਾ ਉਹਨਾਂ ਦਾ ਬੜਾ ਸਖਤ ਹੈ ਕਿਉਂਕਿ ਦੂਜੇ ਪਾਸਿਓਂ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਰਿਹਾ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਮੈਂਬਰ, ਤੇ ਨਾਲ ਦੀ ਨਾਲ ਕਮਿਸ਼ਨ ਛੱਡ ਕੇ ਆਏ ਨੇ, ਉਹਨਾਂ ਦਾ ਨਾਮ ਹੈ ਵਿਜੇ ਸਾਂਪਲਾ। ਦੂਜੇ ਪਾਸੇ ਸਾਂਪਲਾ ਸਾਹਿਬ ਨੂੰ ਟਿਕਟ ਦਿੱਤੀ ਹੈ। ਤੀਜੇ ਪਾਸੇ ਲੋਕ ਇਨਸਾਫ ਪਾਰਟੀ ਨੂੰ ਜੇ ਲੁਧਿਆਣੇ ਦੀਆਂ 2 ਤੇ 3 ਸੀਟਾਂ ਤੋਂ ਛੱਡ ਕੇ ਚੌਥੀ ਸੀਟ ਤੇ ਕਿਸੇ ਆਸ ਹੈ, ਉਹ ਜਰਨੈਲ ਨੰਗਲ ਹੋਰੀ ਇੱਥੋਂ ਖੜੇ ਆ, ਪਹਿਲਾਂ ਵੀ ਇੱਕ ਦੋ ਵਾਰੀ ਇਲੈਕਸ਼ਨ ਇੱਥੋਂ ਲੜ ਹਟਿਆ। ਇਹਦੇ ਤੋਂ ਇਲਾਵਾ ਜੋਗਿੰਦਰ ਸਿੰਘ ਮਾਨ ਹੋਰਾਂ ਨੇ ਜਿਸ ਤਰੀਕੇ ਦੇ ਨਾਲ ਪੱਟਾਂ ਤੇ ਆਖਰੀ ਮੌਕੇ ਤੇ ਜਾ ਕੇ ਥਾਪੀ ਮਾਰੀ ਸੀ ਕਿ ਗੱਲ ਕਿਹੜੀ ਆ, ਖਲੋਤੇ ਆ, ਕਾਂਗਰਸ ਪਾਰਟੀ ਨਾ ਸੀ, ਆਮ ਆਦਮੀ ਪਾਰਟੀ ਸਹੀ, ਜਾਣੀ ਐਤਕੀ ਉੱਥੋਂ ਵੀ ਕੋਈ ਪਤਾ ਨਹੀਂ। ਕਿਉਂਕਿ ਜੇ ਜਸਵੀਰ ਸਿੰਘ ਗੜੀ ਹੋਰੀ ਜਿੱਤਦੇ ਆ, ਆਪਾਂ ਨਹੀਂ ਕਹਿੰਦੇ ਉਹ ਜਿੱਤਦੇ ਆ, ਜੇ ਉਹ ਜਿੱਤਦੇ ਆ ਤਾਂ ਮਤਲਬ ਸਾਂਪਲਾ ਸਾਹਿਬ ਹਾਰਦੇ ਆ। ਇਹਦਾ ਮਤਲਬ ਹੈ ਕਿ 4 ਵਾਰ ਦੇ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਹੋਰੀ ਹਾਰਦੇ ਆ। ਉਹ ਆਪਣੇ ਆਪ ਦੇ ਵਿੱਚ ਬਲਵਿੰਦਰ ਸਿੰਘ ਧਾਲੀਵਾਲ ਸਾਹਿਬ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ, ਮੌਜੂਦਾ ਐਮਐਲਏ ਨੇ ਸੁਖਨਾ। ਨਹੀਂ, ਮੈਂ ਤਦੇ ਕਹਿੰਦਾ ਮੈਂ ਹੈ ਵੀ ਧਾਲੀਵਾਲ ਸਾਹਿਬ ਤਾਂ ਉਹ ਬੰਦੇ ਨੇ ਜਿਹੜੇ ਜ਼ਿਮਨੀ ਚੋਣ ਦੇ ਵਿੱਚ ਉੱਥੇ ਆ ਗਏ ਵੀ ਆ ਛੱਡੋ 17 ਨਹੀਂ ਭਾਈ ਸਾਹਿਬ, ਜ਼ਿਮਨੀ ਚੋਣ 'ਚ ਫਗਵਾੜਾ ਮੇਰਾ। ਮੈਂ ਪਤਾ ਕਿਉਂ ਨਹੀਂ ਸੀ ਨਾਂ ਲੈਂਦਾ, ਜੇ ਮੈਂ ਉਹਨਾਂ ਦਾ ਨਾਂ ਲੈਂਦਾ ਮੈਨੂੰ ਰਾਣਾ ਗੁਰਜੀਤ ਸਿੰਘ ਦਾ ਚੇਤਾ ਆ ਜਾਂਦਾ। ਕਿਉਂਕਿ ਰਾਣਾ ਗੁਰਜੀਤ ਸਿੰਘ ਹੋਰਾਂ ਦੀ ਲਿਸਟ ਦੇ ਉੱਪਰ 4 ਸੀਟਾਂ ਰਹੀਆਂ ਐਤਕੀ, ਕਾਂਗਰਸ ਪਾਰਟੀ ਦੀਆਂ ਰਹੀਆਂ, ਕਿਉਂਕਿ ਕਾਂਗਰਸ ਪਾਰਟੀ 'ਚ ਸੀਗੇ ਵੀ ਇਹ ਬੰਦੇ ਜਿਹੜੇ ਨਹੀਂ ਜੇ ਮੈਂ ਜਿੱਤਣ ਦੇਣੇ। ਫਿਰ ਮੈਨੂੰ ਹੋਰ ਲੱਗਦਾ ਤੇ ਰਾਣਾ ਕਹਿੰਦੇ ਖਲੋਤਾ ਜੇ ਕਪੂਰਥਲਿਓਂ ਆ ਜਾਓ। ਫਿਰ ਮੈਨੂੰ ਐਂ ਲੱਗਦਾ ਕਿ ਜੇ ਕਿਤੇ ਇਹਨਾਂ 4 ਸੀਟਾਂ 'ਚੋਂ 2-3 ਵੀ ਕਾਂਗਰਸ ਦੇ ਹੱਥੋਂ ਚਲੇ ਗਈਆਂ ਤੇ ਉਧਰ ਰਾਣਾ ਗੁਰਜੀਤ ਸਿੰਘ ਨੇ ਕਿਹਾ ਆਹ 2 ਸੀਟਾਂ ਮੈਂ ਜੀ ਕਾਂਗਰਸ ਦੀ ਝੋਲੀ ਪਾਉਣ ਲੱਗਿਆ, ਉਹ ਕਹਿੰਦੇ ਜੀ 3 ਤੁਸੀਂ ਕਿਸੇ ਹੋਰ ਦੀ ਝੋਲੀ। ਨਹੀਂ ਹੋ ਸਕਦਾ ਰਾਣਾ ਸਾਹਿਬ ਉਦੋਂ ਕਹਿੰਦੇ ਜੀ ਮੈਂ ਤੁਹਾਨੂੰ ਉਦੋਂ ਕਿਹਾ ਵੀ ਜਾਂ ਤੁਸੀਂ ਮੇਰੀ ਮੰਨ ਲੈਂਦੇ, ਤੇ ਹੁਣ ਤੁਸੀਂ ਨਹੀਂ ਮੰਨੇ, ਮੈਂ ਤੇ ਪਾਰਟੀ ਦਾ ਸਿਪਾਹੀ ਹਾਂ, ਕਾਕਾ ਜੀ ਵੀ ਪਾਰਟੀ ਦੇ ਸਿਪਾਹੀ ਨੇ। ਹੁਣ ਉੱਥੇ 3 ਬੰਦੇ ਜੇ ਕਿਤੇ ਆਪਣੇ ਹੁੰਦੇ ਫਿਰ ਕੋਈ ਬਾਕੀ ਇਹ ਵੀ ਪਤਾ ਨਹੀਂ ਹੈਗਾ ਮੌਕੇ ਦੇ ਵੀ ਜਿਹੜੇ ਉੱਥੇ ਬੰਦੇ ਖਲੋਤੇ ਨੇ ਉਹਨਾਂ ਦੇ ਵਿੱਚੋਂ ਜੇ ਕੋਈ ਇੱਕ ਅੱਧਾ ਬੰਦਾ ਉਹੋ ਜਿਹਾ ਜਿੱਤ ਗਿਆ ਤੇ ਬਾਅਦ 'ਚ ਕਹਿਣ ਜੀ ਉਹ ਬੰਦਾ ਕੋਈ ਨਹੀਂ ਆਪਣਾ ਹੀ ਆ, ਦੱਸੋ ਕਦੋਂ। ਗੱਲ ਕਿਹੜੀ ਆ, ਕੋਈ ਬਾਹਰ ਥੋੜੀ ਆ, ਨਾਲ ਹੀ ਹੁੰਦੇ ਆ ਸਾਰੇ, ਇੰਨੀ ਕੁ ਤਾਂ ਬਣੀ ਹੈਗੀ ਆ। ਚਲੋ ਬਾਕੀ ਸੰਧਾਲੀਆ ਸਾਹਿਬ ਇਦਾਂ ਹੈ ਕਿ ਕੁੱਲ ਮਿਲਾ ਕੇ ਆ ਸਾਰੀਆਂ ਸਥਿਤੀਆਂ ਦੇ ਵਿੱਚੋਂ ਆਪਾਂ ਅੰਮ੍ਰਿਤਸਰ ਪੂਰਬੀ ਦਾ ਜ਼ਿਕਰ ਕਰ ਲਈਏ। ਅੰਮ੍ਰਿਤਸਰ ਪੂਰਬੀ ਤੋਂ ਬਾਅਦ ਥੋੜੀ ਜਿਹੀ ਗੱਲ ਸੁਲਤਾਨਪੁਰ ਲੋਧੀ ਦੀ, ਫਿਰ ਯੂਕਰੇਨ ਜਾ ਵੱਜਾਂਗੇ। ਇਹਦਾ ਮਤਲਬ ਧੂਰੀ ਛੱਡ ਦੇਣਾ ਕਰ ਲਓ। ਨਹੀਂ ਮੈਂ ਕਿਉਂ ਕਰਨਾ, ਮੈਂ ਤਾਂ ਛੱਡ ਦਿਓ, ਪਰ ਉੱਥੋਂ ਕਿਹੜੀ ਕੋਈ ਗੱਲ ਹੈ, ਕੋਈ ਟੱਕਰ ਤੇ ਹੈ ਨਹੀਂ ਉੱਥੇ। ਨਹੀਂ ਜਾਨੀ ਚੋਣ ਨਹੀਂ ਹੋਈ ਉੱਥੇ? ਨਹੀਂ ਚੋਣ ਹੋਈ ਆ ਉੱਥੇ, ਕਹਿੰਦੇ ਵੀ ਇੱਕ ਪਾਸੜ ਹੀ ਕੰਮ ਆ। ਕਹਿੰਦੇ ਕੌਣ ਕਹਿੰਦਾ? ਲੋਕ ਹੀ ਕਹਿੰਦੇ। ਕਿੱਦਾਂ? ਉਹ ਕਹਿੰਦੇ ਵੀ ਇੱਕ ਪਾਸੜ ਹੀ ਆ ਭਾਈ ਸਾਹਿਬ, ਬਾਕੀ ਕੋਈ ਮੁਕਾਬਲਾ ਹੈ ਹੀ ਨਹੀਂ। ਇਹ ਹੁਣ ਮੈਂ ਨਹੀਂ, ਇਹ ਤੇ ਟਿੱਪਣੀ ਕਰਨ ਵਾਲੇ ਲਿਖਣਗੇ, ਮੈਂ ਕਿਉਂ ਕਹਾਂਗੇ। ਇਹ ਤਾਂ ਸਾਰੇ ਹੀ ਕਹਿੰਦੇ, ਜਿਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀ ਉਹ ਵੀ ਕਹਿੰਦੇ ਇੱਕ ਪਾਸੜ ਹੀ ਆ, ਕੰਮ ਨਹੀਂ ਸਾਡੇ ਹੱਕ 'ਚ। ਆਪਾਂ ਇਦਾਂ ਕਰਦੇ ਆਪਾਂ ਧੂਰੀ ਦਾ ਨਤੀਜਾ ਬੋਲਦੇ ਨਹੀਂ ਵੀ ਉੱਥੋਂ ਕੀ ਚਰਚਾ, ਇਹ ਟਿੱਪਣੀ ਮੰਗਾ ਲਈ ਨੇ। ਉਮੀਦਵਾਰ ਬੋਲ ਦਿਓ। ਨਹੀਂ ਵੀ ਇਹ ਵੀ ਲੱਭਣ ਫਿਰ ਬੰਦੇ, ਫਿਰ ਇਦਾਂ ਕਹਦਾ। ਹੁਣ ਜੇ ਆਪਾਂ ਇਹ ਸਵਾਲ ਕਰ ਸਕਦੇ ਵੀ ਐਤਕੀ ਸਰਕਾਰ ਕਿਹਦੀ ਬਣੂ, ਤੇ ਫਿਰ ਉਮੀਦਵਾਰ ਵੀ ਤਾਂ ਪਤਾ ਹੀ ਆ। ਦੇਖੋ ਮੈਂ ਨਾ ਇਸ ਗੱਲੋਂ ਤੁਹਾਡੇ ਨਾਲ ਗੋਲ ਰਹਿਣ ਦਿੰਦੇ ਯਾਰ, ਗੋਲ ਹੀ ਆ। ਇੱਕ ਗੱਲੋਂ ਮੈਂ ਥੋੜੇ ਨਾਲ ਗੁੱਸੇ ਆ, ਯਾਨੀ ਜਿਹੜੇ 11 ਪਲੇਅਰ ਮੈਚ ਦੇ ਵਿੱਚ ਖੇਡਦੇ ਆ, ਤੁਹਾਨੂੰ ਉਹਨਾਂ ਦਾ ਪਤਾ, ਸਪੀਰਾਂ ਦਾ ਪਤਾ ਹੀ ਨਹੀਂ। ਬਰਨਾਲਾ ਪਰਿਵਾਰ ਇੱਥੋਂ ਹੀ ਮੰਗਦਾ ਸੀ ਟਿਕਟ, ਉਹਨਾਂ ਦਾ ਕੋਈ ਜ਼ਿਕਰ ਹੀ ਨਾ। ਨਹੀਂ ਮੈਂ ਨਾਂ ਲਿਆ ਕਿ ਜੇ ਜਗਮੋਹਨ ਸਿੰਘ ਗੰਗ ਦਾ ਨਾਂ ਤੁਸੀਂ ਲੈ ਸਕਦੇ ਹੋ ਤਾਂ ਗਗਨਜੀਤ ਸਿੰਘ ਬਰਨਾਲੇ ਦਾ ਨਾਂ, ਆਹ ਗੱਲ ਥੋੜੋ ਆ ਕੋਈ। ਕੀ ਪਤਾ ਉਹਨਾਂ ਦਾ ਦਾ ਨਹੀਂ ਲੱਗ ਜਾਣਾ। ਕਿੱਦਾਂ ਪਾਗਲ ਵੀ ਅਸੀਂ ਫਲਾਣੇ ਦੀ ਮਤ ਕੀਤੀ ਭਾਉਦਾ ਲੈ ਦੱਸ ਆਦੂ ਤੁਸੀਂ ਐਂ ਧੂਰੀ ਦੀ ਗੱਲ ਨਹੀਂ ਕਰਦੇ ਜੀ, ਉੱਥੋਂ ਕੀ ਬਣਨਾ ਉਹ ਟਿੱਪਣੀਆਂ ਮਾਰੀ ਨੇ। ਆਪਾਂ ਚੱਲਦੇ ਅੰਮ੍ਰਿਤਸਰ ਪੂਰਬੀ। ਆ ਜਾਓ। ਅੰਮ੍ਰਿਤਸਰ ਪੂਰਬੀ ਜੀ ਸਿੱਧੂ ਸਾਹਿਬ ਦਾ ਹਲਕਾ, ਤੇ ਸਿੱਧੂ ਸਾਹਿਬ ਕਹਿੰਦੇ ਵੀ ਕਦੀ ਹਾਰਿਆ ਨਹੀਂ ਮੈਂ, ਤੇ ਕਦੀ ਮੈਂ ਅੰਮ੍ਰਿਤਸਰ ਨੂੰ ਪਿੱਠ ਨਹੀਂ ਵਿਖਾਈ ਜੀ। ਪਰ ਐਤਕੀ ਜਦੋਂ ਮਜੀਠੀਆ ਸਾਹਿਬ ਦੀ ਉੱਥੇ ਐਂਟਰੀ ਹੋਈ ਤੇ ਉਦੋਂ ਕਹਿੰਦੇ ਕਈ ਸਮੀਕਰਨ ਬਦਲੇ ਨੇ। ਦੇਖੋ ਜੇ ਤਾਂ ਉਦੋਂ ਤੱਕ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੇ ਦਾਅਵੇਦਾਰ ਹੁੰਦੇ ਤਾਂ ਗੱਲਾਂ ਹੋਰ ਹੋਣੀਆਂ ਸੀ, ਪਰ ਹੁਣ ਜਦੋਂ ਇਹ ਮਿਲ ਕੇ ਬਹਿ ਗਏ ਉੱਥੇ, ਜਾਣੀ ਆਪਸ ਦੇ ਵਿੱਚ ਮੁਕਾਬਲਾ ਹੋ ਗਿਆ, ਉਹਦੇ ਤੋਂ ਬਾਅਦ ਗੱਲਾਂ ਹੋਰ ਹੋ ਗਈਆਂ। ਨਵਜੋਤ ਸਿੰਘ ਸਿੱਧੂ ਨੇ ਵੀ ਸਾਰਾ ਜ਼ੋਰ ਉੱਥੇ ਲਾਇਆ ਤੇ ਮਜੀਠੀਆ ਸਾਹਿਬ ਨੇ ਵੀ ਜ਼ੋਰ ਸਾਰਾ ਉੱਥੇ ਲਾਇਆ। ਇੱਕ ਗੱਲ ਇੱਥੇ ਹੋਰ ਦੇਖਣ ਵਾਲੀ ਹੋਏਗੀ ਕਿ ਕੀ 10 ਤਰੀਕ ਨੂੰ ਜਦੋਂ ਨਤੀਜਾ ਆਉਣਾ ਹੈ, ਜਦੋਂ ਵੋਟਾਂ ਦੀ ਗਿਣਤੀ ਹੋਣੀ ਹੈ, ਕੀ ਬਿਕਰਮ ਸਿੰਘ ਮਜੀਠੀਆ ਹੋਰੀ ਫਿਜ਼ੀਕਲੀ ਉੱਥੇ ਪ੍ਰੈਜ਼ੈਂਟ ਹੋਣਗੇ? ਕਿਉਂਕਿ 8 ਤਰੀਕ ਤੱਕ ਹੈ ਨਾ ਮੇਰੇ ਖਿਆਲ, ਉਹ ਅੰਦਰ ਨੇ ਹਾਈ ਕੋਰਟ 'ਚ, ਉਦੋਂ ਤੱਕ ਉਹਨਾਂ ਦੀ ਜ਼ਮਾਨਤ ਲਈ ਅਰਜ਼ੀ ਦੇਣੀ ਹੈ, ਫਿਰ ਫੈਸਲਾ ਹਾਈ ਕੋਰਟ ਕੀ ਕਰਦੀ ਹੈ। ਇੱਕ ਤਾਂ ਇਹ ਬਾਅਦ ਵਿੱਚ ਤਬਦੀਲੀ ਹੋਈ ਹੈ, ਪਰ
ਦੋਨਾਂ ਖਿਡਾਰੀ ਖਾਸ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਤੌਰ ਦੇ ਉੱਤੇ ਕਰੀਅਰ ਜਿਹੜਾ ਉਹ ਦਾਅ ਦੇ ਉੱਤੇ ਲੱਗਿਆ ਹੋਇਆ। ਹਾਂ, ਉਹਨਾਂ ਨੂੰ ਜਿੰਨੀ ਵਾਰ ਵੀ ਇਲੈਕਸ਼ਨ ਤੋਂ ਬਾਅਦ ਪੱਤਰਕਾਰਾਂ ਨੇ ਪੁੱਛਿਆ, ਉਹ ਬਾਰ-ਬਾਰ ਇੱਕੋ ਹੀ ਗੱਲ ਕਹਿੰਦੇ ਆ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ, ਜਿੱਤੇ ਹੀ ਪਏ ਆ, ਕਿਉਂਕਿ ਅੰਮ੍ਰਿਤਸਰ ਦੇ ਲੋਕਾਂ ਨੇ ਮੈਨੂੰ ਨਹੀਂ ਵੋਟਾਂ ਪਾਉਣੀਆਂ ਤਾਂ ਹੋਰ ਕਿਹਨੂੰ ਪਾਉਣੀਆਂ। ਪਰ ਸਭ ਤੋਂ ਵੱਧ ਜੇ ਲੋਕਾਂ ਨੇ 10 ਤਰੀਕ ਨੂੰ ਸਵਾਲ ਪੁੱਛਣੇ ਆ ਤੇ ਅੰਮ੍ਰਿਤਸਰ ਪੂਰਬੀ ਦੇ ਹੀ ਪੁੱਛਣੇ ਆ, ਹੁਣ ਵੀ ਪੁੱਛੀ ਜਾਂਦੇ ਆ। ਹਾਂਜੀ, ਇਹ ਗੱਲ ਹੈਗੀ ਆ। ਬਾਕੀ ਇਹਦੇ 'ਚ ਇੱਕ ਗੱਲ ਜਿਹੜੀ ਨਵੇਕਲੀ ਸੀਗੀ ਵੀ ਆਮ ਤੌਰ ਤੇ ਹੁੰਦਾ ਨਾ ਇਲੈਕਸ਼ਨ ਦੇ ਵਿੱਚ ਵੀ ਸਾਡਾ ਕੈਂਡੀਡੇਟ ਹੈ ਜੀ ਤੇ ਕੈਂਡੀਡੇਟ ਦੀ ਪਾਰਟੀ, ਪਰ ਇਸ ਹਲਕੇ 'ਚ ਸਿੱਧੂ ਸਾਹਿਬ ਇਕੱਲੇ ਜਾਪੇ, ਕਿਉਂਕਿ ਮਤਲਬ ਇਹੋ ਇੱਕੋ ਇੱਕ ਹਲਕਾ ਸੀ ਜੇ ਇਸ ਹਲਕੇ ਦੇ ਵਿੱਚ ਬਾਹਰੋਂ ਬੰਦੇ ਲਿਆਣ ਕੇ ਕਹਿੰਦੇ ਵੀ ਤੁਸੀਂ ਕਿੱਦਾਂ ਹੈ ਜੀ, ਉਹ ਜੀ ਉੱਥੇ ਫਿਰ ਬੰਦਿਆਂ ਨੂੰ ਨਾਲ ਤੋਰਨ ਆਏ ਆ। ਉਹ ਬੰਦੇ ਨਾਲ ਤੋਰਨ ਦੀ ਕੋਸ਼ਿਸ਼ ਤਾਂ ਕਰਦੇ ਰਹੇ, ਪਰ ਉਹ ਪਤਾ ਨਹੀਂ ਵੀ ਐਂਡ ਵਾਲੇ ਮੌਕੇ ਤੱਕ ਵੀ ਤੁਰੇ ਕਿ ਨਹੀਂ ਤੁਰੇ। ਕਿਸੇ ਵੇਲੇ ਹੁੰਦਾ ਨਾ ਵੀ ਯਾਰ ਗੱਲ ਕੀ ਹੋਈ ਹੈ, ਕਹਿੰਦੇ ਪਤਾ ਨਹੀਂ ਯਾਰ ਇੰਜਣ ਨਹੀਂ ਸਟਾਰਟ ਹੋਇਆ, ਫਿਰ ਪੱਠੇ ਯਾਰ ਸਬੂਤੇ ਹੀ ਪਾਤੇ ਯਾਰ, ਅੱਜ ਕੁਤਰੇ ਹੀ ਨਹੀਂ। ਦੇਖੋ, ਇਹਦੇ ਨਾਲ ਨਾ ਬਾਕੀ ਹਲਕਿਆਂ ਦੀ ਆਪਾਂ ਗੱਲ ਕਿਸੇ ਦਿਨ ਫਿਰ ਕਰ ਲਾਂਗੇ। ਨਜ਼ਰਾਂ ਟਿਕੀਆਂ ਰਹਿਣਗੀਆਂ ਪਠਾਨਕੋਟ ਤੇ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਾਹਿਬ ਉੱਥੋਂ ਚੋਣ ਲੜ ਰਹੇ ਹੈ। ਜੇ ਇਸ ਹਲਕੇ ਤੋਂ ਭਾਜਪਾ ਦੇ ਨੇਤਾ ਤੇ ਜਿਹੜੇ ਸ਼ੁਰੂ ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਤਾਂ ਉਧਰਲੇ ਪਾਸੇ ਸੀ ਸੁਰਜੀਤ ਜਿਆਣੀ ਤੇ ਮੁੜ ਕੇ ਫਿਰ ਬੀਜੇਪੀ ਦੀ ਪਿੱਠ ਉਹਨਾਂ ਨੇ ਠੋਕ ਕੇ ਪੂਰੀ, ਉਹਨਾਂ ਦੇ ਹਲਕੇ ਤੇ ਵੀ ਨਜ਼ਰਾਂ ਜਿਹੜੀਆਂ ਉਹ ਟਿਕੀਆਂ ਰਹਿਣੀਆਂ। ਇਹਦੇ ਤੋਂ ਇਲਾਵਾ ਜੇ ਆਪਾਂ ਇੱਕ ਹੋਰ ਚਰਚਾ ਭੋਰਾਖ ਜੇ ਕਰਨੀ ਹੋਵੇ ਤੇ ਇੱਕ ਚੀਜ਼ ਇਧਰਲੇ ਪਾਸੇ ਵੀ ਧਿਆਨ ਮੰਗੂਗੀ ਕਿ ਹੋਏਗਾ ਕੀ ਨਵੇਂ ਸ਼ਹਿਰ ਦੇ ਵਿੱਚ, ਕਿਉਂਕਿ ਮੌਜੂਦਾ ਐਮਐਲਏ ਅੰਗਦ ਸਿੰਘ ਹੋਰੀ ਜਿਹੜੇ ਨੇ ਉਹ ਆਜ਼ਾਦ ਉਮੀਦਵਾਰ ਦੇ ਰੂਪ ਦੇ ਵਿੱਚ ਚੋਣ ਲੜ ਰਹੇ ਆ। ਸੁਲਤਾਨਪੁਰ ਲੋਧੀ ਤੋਂ ਤਾਂ ਫਿਰ ਦੇਖਦੇ ਆ, ਕਿਉਂਕਿ ਬਾਰ-ਬਾਰ ਉਹ ਕਹਿੰਦੇ ਸੀ ਤੇਜੀ ਨਵਦੇਵ ਸਿੰਘ ਚੀਮਾ ਹੋਰਾਂ ਨੇ ਜੀ ਤੂੰ ਹੁਣ ਪੁੱਤਰਾ ਭੱਜ ਲਾ, ਫਿਰ ਆ ਗਿਆ ਹੀ ਰਾਣਾ। ਹੁਣ ਦੇਖਦੇ ਆ ਕੀ ਹੁੰਦਾ। ਹਾਂ, ਕਿਉਂਕਿ ਉਹਨਾਂ ਨੇ ਤੇ ਐਲਾਨ ਵੀ ਕੀਤਾ ਪੈਲੀ ਲੈ ਕੇ ਤੇ ਘੋੜੇ ਘਾੜੇ ਰੱਖਣੇ ਆ। ਚਲੋ ਇਹ 10 ਤੋਂ ਬਾਅਦ ਆਪਾਂ ਵੇਖਾਂਗੇ ਵੀ ਕੌਣ ਪੈਲੀ ਲੈਂਦਾ ਕੌਣ ਘੋੜੇ ਰੱਖਦਾ। ਪਰ ਆਪਾਂ ਚਲੋ ਜੇ ਮਜੀਠੀਆ ਸਾਹਿਬ ਦੀ ਗੱਲ ਕੀਤੀ ਸੀ, ਇਸੇ ਅਪਡੇਟ ਤੋਂ ਤੁਰ ਪਈਏ ਕਿ ਮਜੀਠੀਆ ਸਾਹਿਬ ਨਾਲ ਪਿਛਲੇ ਦਿਨ ਇਹ ਚਰਚਾ ਚੱਲੀ ਸੀ ਵੀ ਕੋਈ ਮੁਲਾਕਾਤ ਕਰਨ ਦੇ ਵਿੱਚ ਰੌਲਾ, ਫਿਰ ਅਚਾਨਕ ਕਹਿੰਦੇ ਨੇ ਜੀ ਮੁਲਾਕਾਤਾਂ ਹੁਣ ਹੋ ਰਹੀਆਂ, ਤੇ ਹੁਣ ਕਹਿੰਦੇ ਆ ਕਿ ਵੀ ਪਿਛਲੇ ਦਿਨ ਇਸ ਚੀਜ਼ ਦਾ ਰੌਲਾ ਪੈ ਗਿਆ ਸੀ ਵੀ ਜਿਹੜੇ ਬਾਕੀ ਦੇ ਬੰਦੇ ਨੇ ਜੀ ਉਹਨਾਂ ਨਾਲ ਤੇ ਕੋਈ ਮੁਲਾਕਾਤ ਹੁੰਦੀ ਨਹੀਂ। ਮਜੀਠੀਆ ਸਾਹਿਬ ਨਾਲ ਲਗਾਤਾਰ ਮੁਲਾਕਾਤਾਂ ਦਾ ਸਮਾਂ ਦਿੱਤਾ ਜਾ ਰਿਹਾ ਹੈ, ਜੇਲ੍ਹ ਨਿਯਮਾਂ ਦੀ ਉਲੰਘਣਾ, ਤੇ ਹੁਣ ਕਹਿੰਦੇ ਜੇਲ੍ਹ ਸਖਤ ਹੋ ਗਈ। ਦੇਖੋ, ਹੁਣ ਕਹਿੰਦੇ ਜੀ ਹਫ਼ਤੇ ਜਿੱਦਾਂ ਬਾਕੀਆਂ ਨਾਲ 2 ਮੁਲਾਕਾਤਾਂ ਉੱਦਾਂ ਹੀ ਇਹਨਾਂ ਨਾਲ, ਚਲੋ ਨਿਯਮਾਂ ਦੇ ਮੁਤਾਬਕ ਹੀ ਚੱਲਣਾ ਚਾਹੀਦਾ, ਵੈਸੇ ਬਣਦਾ ਕੁਝ ਨਹੀਂ ਹੁੰਦਾ। ਤੁਹਾਨੂੰ ਯਾਦ ਹੋਣਾ ਪਿਛਲੀ ਵਾਰੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਸੇ ਤਰੀਕੇ ਹੀ ਇੱਕ ਲੀਡਰ ਸਾਹਿਬ ਜੇਲ੍ਹ 'ਚ ਸੀਗੇ, ਉਹਨਾਂ ਨੂੰ ਮਿਲਣ ਦੇ 15-20 ਬੰਦੇ ਚਲੇ ਗਏ ਜੇਲ੍ਹ ਦੇ ਵਿੱਚ, ਪਤਾ ਲੱਗ ਗਿਆ, ਫਿਰ ਪਰਚੇ ਪੁਰਚੇ ਕਈ ਕੁਛ ਹੋਇਆ, ਮੁੜ ਕੇ ਕੁਛ ਵੀ ਨਹੀਂ ਹੋਇਆ। ਐਤਕੀ ਵੀ ਚਲੋ ਠੀਕ ਹੈ, ਬਾਕੀਆਂ ਵਾਂਗੂ ਜਿਹੜੀਆਂ ਮੁਲਾਕਾਤਾਂ ਹੋਣ, ਕਿਉਂਕਿ ਇਹਦੇ ਵਿੱਚੋਂ ਪੰਜਾਬ ਨੂੰ ਕੱਖ ਨਹੀਂ ਲੱਭਣਾ, ਪਰ ਚਰਚਾ ਹੈਗੀ ਹੈ ਕਿ ਪਹਿਲਾਂ ਲਗਾਤਾਰ ਮੁਲਾਕਾਤਾਂ ਹੋਈਆਂ ਤੇ ਹੁਣ ਥੋੜ੍ਹੀ ਜਿਹੀ ਰੋਕ ਲੱਗੀ ਹੈ। ਬਾਕੀ ਸੰਧਾਲੀਆ ਸਾਹਿਬ ਜੇ ਕਿਸਾਨ ਧਿਰਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ਦੇ ਉੱਤੇ ਬਹੁਤ ਸਰਗਰਮ ਨੇ। ਪਹਿਲਾਂ ਬਲਵੀਰ ਸਿੰਘ ਰਾਜੇਵਾਲ ਹੋਰੀ ਰਾਜਪਾਲ ਦੇ ਘਰ ਦੇ ਮੂਹਰੇ ਜਾ ਕੇ ਰੌਲਾ ਰੱਪਾ ਪਾਇਆ, ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੇ ਧਰਨੇ ਦਿੱਤੇ, ਕੱਲ੍ਹ ਨੂੰ ਸੰਯੁਕਤ ਕਿਸਾਨ ਮੋਰਚੇ ਵਾਲੇ ਫਿਰ ਪੰਜਾਬ 'ਚ ਧਰਨੇ ਦੇ ਰਹੇ ਆ। ਜੋਗਿੰਦਰ ਸਿੰਘ ਗੁਰਾਹਾਂ ਹੋਰਾਂ ਦੀ, ਕਿਉਂਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਸਭ ਤੋਂ ਵੱਧ ਜਥੇਬੰਦਕ ਧਿਰ ਕਿਸਾਨਾਂ ਦੀ, ਉਹਨਾਂ ਨੇ ਕੁਝ ਹੋਰ ਜਥੇਬੰਦੀਆਂ ਦੇ ਨਾਲ ਮਿਲ ਕੇ ਸਾਰੇ ਹੀ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤਾ ਤੇ ਕਹਿਤਾ ਕਿ ਭਾਈ ਅਸੀਂ ਇਹ ਪੰਜਾਬ ਨਾਲ ਧੱਕਾ ਹੋਣ ਨਹੀਂ ਦੇਣਾ। ਪਰ ਪਹਿਲਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਉਹਦੇ ਤੋਂ ਬਾਅਦ ਫਿਰ ਭਾਖੜਾ ਬਿਆਸ ਜਾਂ 3 ਡੈਮਾਂ ਦੀ ਸੁਰੱਖਿਆ ਦੇ ਵਿੱਚੋਂ ਪੰਜਾਬ ਲਾਂਭੇ, ਫਿਰ ਭਗਵੰਤ ਮਾਨ ਹੋਰਾਂ ਨੇ ਮੁੱਦਾ ਚੁੱਕਿਆ ਸੀ ਕਿ 100 ਤੋਂ ਵੱਧ ਜਿਹੜੇ ਪੰਜਾਬ ਦੇ ਕੋਟੇ ਦੇ ਡਾਕਟਰ ਨੇ ਸਿਹਤ ਵਿਭਾਗ ਦੇ, ਉਹ ਚੰਡੀਗੜ੍ਹ ਵਾਲਿਆਂ ਨੇ ਤੋਰ ਦਿੱਤੇ। ਅੱਜ ਤੱਕ ਸਿਟਕੋ ਦਾ ਐਮਡੀ ਪੰਜਾਬ ਦੇ ਕੋਟੇ 'ਚ ਹੁੰਦਾ ਸੀ, ਸਿਟਕੋ ਦਾ, ਹੁਣ ਉਹ ਵੀ ਚੁੱਪ ਚਪੀਤੇ ਅਗਲੇ ਕਹਿੰਦੇ ਨਹੀਂ ਜੀ ਕੋਈ ਗੱਲ ਨਹੀਂ, ਹੁਣ ਯੂਟੀ ਕਾਡਰ ਦਾ ਲਾ ਦੇਵਾਂਗੇ ਚੰਡੀਗੜ੍ਹ ਦੇ ਵਿੱਚ। ਜਾਣੀ ਕਿ ਇੱਕ ਹੋਰ ਝਟਕਾ, ਇਧਰ ਸੰਘਰਸ਼ ਹੋਈ ਜਾਂਦਾ ਕਿ ਭਾਈ ਪੰਜਾਬ ਦੇ ਹਾਲਾਤ ਸੁੰਗੜੇ ਜਾ ਰਹੇ ਹੈ, ਉਹਨਾਂ ਨੂੰ ਸੀਮਤ ਕੀਤਾ ਜਾ ਰਿਹਾ ਹੈ, ਪਰ ਉਧਰਲੇ ਪਾਸਿਓਂ ਝਟਕੇ ਤੇ ਝਟਕਾ ਹੋਈ ਜਾਂਦਾ। ਤੇ ਜਦੋਂ ਚੰਡੀਗੜ੍ਹ ਪ੍ਰਸ਼ਾਸਨ ਵਾਲਿਆਂ ਨੂੰ ਪੁੱਛਿਆ, ਉਹ ਕਹਿੰਦੇ ਜੀ ਪਹਿਲੀ ਗੱਲ ਇਹ ਆ ਕਿ ਦੱਸੋ ਤੁਸੀਂ ਕਿ ਕਿੰਨੀ ਵਾਰੀ ਮੰਗਿਆ ਕਿ ਆਪਦੇ ਅਧਿਕਾਰੀ ਦਾ ਨਾਂ ਦੇ ਦਿਓ, ਜਦ 1 ਵਾਰੀ 2 ਵਾਰੀ 3 ਵਾਰੀ 4 ਵਾਰੀ ਕਿਹਾ ਤੇ ਇਹਨਾਂ ਨੇ ਨਹੀਂ ਨਾਂ ਦਿੱਤਾ, ਕਿਸੇ ਨਾ ਕਿਸੇ ਨੂੰ ਤਾਂ ਅਸੀਂ ਲਾਉਣਾ ਹੀ ਹੈ। ਹੁਣ ਇਸ ਮੁੱਦੇ ਤੇ ਪੰਜਾਬ ਸਰਕਾਰ ਨੂੰ ਜ਼ਰੂਰ ਸਪਸ਼ਟੀਕਰਨ ਦੇਣਾ ਚਾਹੀਦਾ ਕਿ ਕੀ ਸੱਚੀ ਉਹਨਾਂ ਨੇ ਸਿਟਕੋ ਦੇ ਐਮਡੀ ਦੀ ਕੁਰਸੀ ਤੇ ਜੇ ਉਹਨਾਂ ਨੇ ਨਾਂ ਮੰਗੇ ਸੀ ਤਾਂ ਇਹਨਾਂ ਨੇ ਵੇਲੇ ਸਿਰ ਨਹੀਂ ਦਿੱਤੇ। ਕਿਉਂਕਿ ਇੱਕ ਤਾਂ ਹੁੰਦਾ ਨਾ ਕਿ ਅਗਲੇ ਨੇ ਧੱਕੇ ਮਾਰ ਕੇ ਕੱਢਿਆ, ਦੂਜਾ ਹੁੰਦਾ ਕਿ ਬੰਦਾ ਪਹਿਲੇ ਪਰਨਾ ਝਾੜ ਕੇ ਤੁਰ ਪਏ, ਚਲੋ ਠੀਕ ਹੈ ਜਿਹਨੇ ਬਹਿਣਾ ਬਹਿ ਜਾਓ, ਸਾਨੂੰ ਕੀ। ਇਹਦੇ ਤੋਂ ਇਲਾਵਾ ਸੰਧਾਲੀਆ ਸਾਹਿਬ ਜਿਹੜੇ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਵੀ ਕਿਸੇ ਸੱਜਣ ਨੇ ਜਾਣਕਾਰੀ ਇਦਾਂ ਦੀ ਭੇਜੀ ਸੀ ਕਿ ਭਾਈ ਬਹੁਤੀਆਂ ਪੋਸਟਾਂ ਖਾਲੀ ਪਈਆਂ ਸੀ, ਅਸਾਮੀਆਂ ਪੰਜਾਬ ਸਰਕਾਰ ਭਰਦੀ ਨਹੀਂ ਸੀ। ਹੁਣ ਇਸ ਮੁੱਦੇ ਦੇ ਉੱਤੇ ਚੁੱਪ ਨਾ ਰਹਿਣ, ਮੂੰਹ ਨਾ ਬੰਦ ਕਰਕੇ ਰੱਖਣ, ਬੁੱਲਾਂ ਦੇ ਉੱਤੇ ਉਂਗਲੀ ਨਾ ਰੱਖਣ। ਕਸੂਰ ਸਾਰਾ ਠੀਕ ਹੈ, ਪੰਜਾਬ ਦਾ ਹੱਕ ਹੈ, ਪੰਜਾਬ ਨੂੰ ਮਿਲਣਾ ਚਾਹੀਦਾ, ਪਰ ਕੀ ਆਪਣੀ ਨੀਂਹ ਕਮਜ਼ੋਰ ਤਾਂ ਨਹੀਂ ਸੀ ਮੁੜ ਕੇ ਇਮਾਰਤ ਭਾਰੀ ਖੜੀ ਕਰ ਲਈ? ਇੱਕੋ ਕਾਰਨ ਇਹ ਆ ਵੀ ਇਹਦੇ 'ਚ ਮੈਨੂੰ ਇਹ ਲੱਗਦਾ ਵੀ ਬਹੁਤਾ ਕਸੂਰ ਵਿਰੋਧੀਆਂ ਦਾ,
ਸਰਕਾਰ ਦਾ ਨਹੀਂ ਹੈਗਾ। ਓਕੇ, ਲੈ ਬੰਦਾ ਸੀ ਕਹਿੰਦਾ ਮੈਂ ਸਾਬਤ ਕਰ ਦਿੰਦਾ। ਕਿਵੇਂ? ਦੇਖੋ ਬੰਦੇ ਤੇ ਉਹਨਾਂ ਕੋਲੇ ਹੈਗੇ ਹੀ ਬਥੇਰੇ, ਵੀ ਜੇ ਤੇ ਉੱਥੇ ਬੰਦਾ ਹੀ ਲਾਉਣਾ ਤੇ ਬੰਦੇ ਦੇ ਬਹੁਤ ਰਿਸ਼ਤੇਦਾਰ ਹੁੰਦੇ ਆ, ਕਿਸੇ ਨੂੰ ਵੀ ਲਾ ਸਕਦੇ। ਆਹੋ ਜਦੋਂ ਫਿਰ ਰੌਲਾ ਹੀ ਪਾ ਦੇਣਾ ਵੀ ਉਹ ਜੀ ਇਹ ਘਰ ਘਰ ਨੌਕਰੀ ਹੁਣ ਫਿਰ ਇਹਨਾਂ ਨੂੰ ਦੇਤੀ ਜੀ ਇੱਦਾਂ ਕਿਤੇ, ਉਹ ਫਿਰ ਤਾਂ ਦਫਾ ਕਰ ਯਾਰ, ਰੌਲਾ ਪਾਉਣ ਨੂੰ ਚੰਗਾ ਤੂੰ ਖਾਲੀ ਰਹਿਣ ਦੇ ਕੁਰਸੀ। ਜੇ ਉੱਦਾਂ ਨਾ ਕਰਦੇ ਵੀ ਮੰਨ ਲਓ ਗੱਲ ਘੁੱਟੀ ਵੱਟੀ ਰਹਿੰਦੀ, ਫਿਰ ਤੇ ਕੀ ਪਤਾ ਅਗਲੇ ਕੁਰਸੀ ਭਾਰੀ ਦਿੰਦੇ। ਪਰ ਮੈਨੂੰ ਇੱਕ ਗੱਲ ਇਹ ਵੀ ਜਾਪਦੀ ਆ ਵੀ ਜੇ 10 ਤੋਂ ਬਾਅਦ ਅਕਾਲੀ ਭਾਜਪਾ ਜਾਂ ਅਕਾਲੀ ਦਲ ਨਹੀਂ ਪਾਵਰ 'ਚ ਆਉਂਦਾ, ਕੋਈ ਵੀ ਵਿਰੋਧੀ ਪਾਰਟੀ ਆ ਜਾਂਦੀ ਆ, ਫਿਰ ਹੋ ਸਕਦਾ ਵੀ ਉਹ ਸਾਰੇ ਦਾ ਸਾਰਾ ਨਜ਼ਲਾ ਅਕਾਲੀ ਦਲ ਤੇ ਸੁੱਟਣ। ਕਿਉਂਕਿ ਉਹਨਾਂ ਨੇ ਕਹਿਣਾ ਵੀ ਚੰਗਾ ਭਲਾ ਚੰਡੀਗੜ੍ਹ ਹੁੰਦਾ ਸੀ, ਚੰਡੀਗੜ੍ਹ ਦੇ ਨਾਲ ਨਿਊ ਚੰਡੀਗੜ੍ਹ ਕਿੰਨੇ ਬਣਾਇਆ ਤੇ ਸਾਰਾ ਕੁਝ ਚੁੱਕ ਚੁਕਾ ਕੇ ਮੋਹਾਲੀ ਕੌਣ ਲਿਆ, ਕਿਉਂਕਿ 10 ਸਾਲਾਂ ਦੇ ਵਿੱਚ ਬਹੁਤ ਸਾਰਾ ਕੁਝ ਬਾਹਰ ਆਇਆ ਚੰਡੀਗੜ੍ਹੋਂ। ਹੁਣ ਜੇ ਉਦੋਂ ਬਾਅਦ ਹੋ ਸਕਦਾ ਵੀ ਅਗਲੇ ਬੰਦੇ ਆਖਣ ਵੀ ਹੁਣ ਬਚ ਕੇ ਨਿਕਲਣ ਦੇ ਲਈ ਇਹ ਇੱਕ ਹੋ ਸਕਦਾ ਵੀ ਦਲੀਲ ਹੋਵੇ, ਭਾਸ਼ਣ ਹੋਵੇ। ਤੇ ਜੇ ਅਕਾਲੀ ਦਲ ਦਾ ਕਹਿ ਲਓ ਕਿ ਵੀ ਆਪਣੀ ਉਹਨਾਂ ਦੀ ਸਰਕਾਰ ਆ ਜਾਂਦੀ ਹੈ, ਫਿਰ ਹੋ ਸਕਦਾ ਕਹਿਣ ਵੀ ਅਸੀਂ ਤੇ 10 ਸਾਲਾਂ 'ਚ ਜਮਾਂ ਸੈੱਟ ਕੀਤਾ ਸੀ ਕੰਮ, ਪਿਛਲੇ 5 ਸਾਲਾਂ 'ਚ ਹੀ ਸਾਰਾ ਇਹਨਾਂ ਨੇ ਖਰਾਬ ਕੀਤਾ। ਇਹ ਤਾਂ ਹੋ ਸਕਦੀ ਆ। ਅਤੇ ਕਿਉਂਕਿ ਲੋਕਾਂ ਕੋਲ ਕਿਹੜਾ ਵੀ ਕੋਈ ਕਾਗਜ਼ ਖਰਾਬ ਹੋਇਆ ਨਹੀਂ, ਲੋਕਾਂ ਕੋਲ ਕਿਹੜਾ ਕਾਗਜ਼ ਆ? ਹਾਂ ਨਹੀਂ, ਕਾਗਜ਼ ਹੈ ਨਹੀਂ ਕਿਸੇ ਕੋਲ, ਕਾਗਜ਼ ਕਿਸੇ ਕੋਲ ਨਹੀਂ ਹੈਗਾ, ਉਹਨੇ ਮੰਨ ਹੀ ਲੈਣੇ ਜਿੰਨੇ ਜੋ ਕਹਿਤਾ। ਨਹੀਂ ਇਹ ਗੱਲ ਤੁਹਾਡੀ ਠੀਕ ਹੈ। ਬਾਕੀ ਸੰਧਾਲੀਆ ਸਾਹਿਬ, ਜੇ ਤੁਹਾਡੇ ਕੋਲ ਟਰੈਕਟਰ ਹੈਗਾ, ਸਕੂਟਰ ਹੈਗਾ, ਮੋਟਰਸਾਈਕਲ ਹੈਗਾ, ਜਿਹੜਾ ਕਾਗਜ਼ਾਂ 'ਚ ਤੁਹਾਡੇ ਨਾਂ ਆ, ਕਿਉਂਕਿ ਜਿਹੜੀ ਤੁਸੀਂ ਵੀ ਆਪਣੇ ਰਿਸ਼ਤੇਦਾਰਾਂ ਨੂੰ ਨਾਂ ਨੂੰ ਲਵਾਈ ਉਹਦੇ ਨਹੀਂ ਗੱਲ ਕਰਦਾ, ਸਾਰਿਆਂ ਨੂੰ ਟੈਲੀਫੋਨ ਕਰ ਦਿਓ ਕਿ ਭਾਈ ਟੈਂਕੀਆਂ ਭਰਾ ਲੈਣ। ਮੈਂ ਨਹੀਂ ਕਹਿੰਦਾ, ਰਾਹੁਲ ਗਾਂਧੀ ਨੇ ਕਿਹਾ, ਉਹ ਕਹਿੰਦੇ ਜੀ ਵੋਟਾਂ ਪੈ ਜਾਣੀਆਂ 7 ਤਰੀਕ ਨੂੰ ਯੂਪੀ ਦੇ ਵਿੱਚ ਆਖਰੀ ਪੜਾ ਦੀਆਂ, ਉਸ ਤੋਂ ਬਾਅਦ ਤੇਲ ਮਹਿੰਗਾ ਹੋ ਜਾਣਾ, ਤੇਲ ਦੇ ਭਾਅ ਨੂੰ ਅੱਗ ਲੱਗ ਜਾਣੀ, ਕੇਂਦਰ ਸਰਕਾਰ ਦਾ ਤੁਹਾਨੂੰ ਪਤਾ ਹੀ ਹੈ, ਲੋਕੋ ਟੈਂਕੀਆਂ ਭਰਾ ਲਓ। ਉਹਦਾ ਪਹਿਲਾਂ ਹੀ ਪੰਪਾਂ ਤੇ ਕਤਾਰਾਂ ਲੱਗੀਆਂ। ਰਾਹੁਲ ਗਾਂਧੀ ਹੋਰਾਂ ਨੂੰ ਵੈਸੇ ਨਾ ਇਲਹਾਮ ਹੀ ਹੋ ਜਾਂਦਾ, ਮੈਂ ਦੇਖਿਆ। ਨਹੀਂ ਇਲਹਾਮ ਨਹੀਂ ਗਾ, ਰਾਹੁਲ ਗਾਂਧੀ ਸਾਹਿਬ ਤੁਹਾਨੂੰ ਪਤਾ ਵੀ ਬਾਹਰਲੇ ਮੁਲਕਾਂ 'ਚ ਜਾਂਦੇ ਰਹਿੰਦੇ ਆ ਛੁੱਟੀਆਂ ਕੱਟਣਾ। ਉਹਨਾਂ ਨੂੰ ਕਿਸੇ ਨਾ ਕਿਸੇ ਦੱਸਤਾ ਨਾ ਵੀ ਬਾਹਰਲੇ ਮੁਲਕਾਂ 'ਚ ਵੱਧ ਗਿਆ, ਹੁਣ ਆਪਾਂ ਜੇ ਇੱਧਰ ਤੇ ਕੈਨੇਡਾ ਦੇ ਹਿਸਾਬ ਨਾਲ ਵੇਖ ਲਈਏ ਤੇ ਤੁਸੀਂ ਜਦੋਂ ਆਏ ਪੁਰਾਣੇ ਆਏ ਉਦੋਂ ਤਾਂ ਕਹਿੰਦੇ ਸੈਂਟਾਂ ਸੂਟਾਂ 'ਚ ਹੁੰਦੇ ਆ, ਉਦੋਂ ਤੇਲ ਉਦੋਂ ਹੀ ਨਲਕੇ 'ਚੋਂ ਨਿਕਲਦਾ ਹੁੰਦਾ ਸੀ। ਹੁਣ ਤੇ $2 ਨੂੰ ਹੋ ਗਿਆ, ਕਹਿੰਦੇ $2 ਨੂੰ ਹੈ ਨਾ, $2 ਨੂੰ ਤੇਲ ਅੱਪੜ ਗਿਆ। ਤੇ ਹੁਣ ਤੁਸੀਂ ਦੇਖੋ ਵੀ ਜੇ ਇੱਥੇ ਵੱਧ ਗਿਆ ਤੇ ਫਿਰ ਇੰਡੀਆ ਦੇ ਵਿੱਚ ਕੋਈ ਇਹ ਤੇ ਹੋ ਨਹੀਂ ਸਕਦਾ ਵੀ ਨਾ ਅਗਲੇ ਵਧਾਉਣ। ਹਾਂ ਇੰਨਾ ਜ਼ਰੂਰ ਸੀ ਵੀ ਇਲੈਕਸ਼ਨਾਂ ਤੋਂ ਪਹਿਲਾਂ ਬਹੁਤ ਸਾਰੇ ਥਾਵਾਂ ਦੇ ਵੀ ਆਪਾਂ ਫਿਰ ਪੈਟਰੋਲ ਘਟਾਤਾ ਜੀ, ਡੀਜ਼ਲ ਘਟਾਤਾ ਜੀ, ਫਲਾਨੀ ਡਿਊਟੀ ਘਟਾਤੀ। ਉਹ ਬੜੇ ਬੰਦੇ ਨੇ ਉਦੋਂ ਪੱਟਾਂ ਦੇ ਥਾਪੀਆਂ ਮਾਰ ਆਖਿਆ ਅਸੀਂ ਲੋਕਾਂ ਦੇ ਲਈ ਕੀਤਾ। ਤੇ ਹੁਣ ਜਦੋਂ ਅਗਲਿਆਂ ਨੇ ਗਾਂਢਾਂ ਬੰਨ੍ਹ ਕੇ ਲੈ ਜਾਣੀਆਂ ਉੱਨ ਦੀਆਂ ਸਾਰੀ ਜੀ, ਤੇ ਫਿਰ 10 ਤੋਂ ਬਾਅਦ ਅਗਲੇ ਨੂੰ ਪਤਾ ਵੀ ਹੁਣ ਇਹਨਾਂ ਦੀ ਲੋੜ ਆਪਾਂ ਨੂੰ 24 'ਚ ਜਾ ਕੇ ਪੈਣੀ। ਹੁਣ ਕੋਈ ਗੱਲ ਨਹੀਂ, ਜਿੰਨਾ ਮਰਜ਼ੀ ਕਰ ਦਿਓ। ਸੰਧਾਲੀਆ ਸਾਹਿਬ ਗੱਲ ਤੁਹਾਡੀ ਠੀਕ ਹੈ, ਪਰ ਤੇਲ ਦੀ ਮਹਿੰਗਾਈ ਦਾ ਸੰਬੰਧ ਜੋੜਿਆ ਜਾ ਰਿਹਾ ਯੂਕਰੇਨ ਤੇ ਰੂਸ ਦੇ ਨਾਲ। ਹੁਣ ਇੱਕ ਆਸ ਦੀ ਕਿਰਨ ਵੱਜੀ ਸੀ, ਕਿਉਂਕਿ 2 ਗੇੜਾਂ ਦੇ ਵਿੱਚ ਯੂਕਰੇਨ ਤੇ ਰੂਸ ਦੇ ਅਧਿਕਾਰੀ ਆਪਸ ਵਿੱਚ ਮਿਲ ਬੈਠੇ, ਜੰਗ ਨਹੀਂ ਰੁਕੀ। ਫਿਰ ਰੂਸ ਨੇ ਅਚਾਨਕ ਕਹਿ ਦਿੱਤਾ ਕਿ ਭਾਈ ਆਹ 2 ਸ਼ਹਿਰ ਨੇ, ਅਸੀਂ ਇੱਥੇ ਗੋਲੀਆਂ ਚਲਾਉਣੀਆਂ ਬੰਦ ਕਰ ਦਿੰਨੇ ਆ, ਵਿਦੇਸ਼ੀ ਜਾਂ ਇੱਥੋਂ ਦੇ ਸਥਾਨਕ ਲੋਕ ਜੇ ਬਾਹਰ ਨਿਕਲਣਾ ਚਾਹੁਣ ਤਾਂ ਨਿਕਲ ਜਾਓ, ਸੇਫ ਲਾਂਘਾ ਦੇ ਦਿੰਨੇ, ਸੁਰੱਖਿਅਤ ਲਾਂਘਾ। ਬਾਅਦ ਵਿੱਚ ਚਲੋ ਚਰਚਾ ਇਹ ਛਿੜ ਪਈ ਜੀ, ਉਹ ਬਹੁਤਾ ਦੇਰ ਨਹੀਂ ਹੋਇਆ, ਫਿਰ ਗੋਲੀਆਂ ਚਲਾਤੀਆਂ। ਦੋਨੇ ਹੀ ਤਰ੍ਹਾਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਉਂਦੀਆਂ। ਪਰ ਤੁਸੀਂ ਦੇਖੋ ਕਿ ਅਚਾਨਕ ਯੂਕਰੇਨ ਦੇ ਰਾਸ਼ਟਰਪਤੀ ਨੇ ਅਪੀਲ ਕੀਤੀ ਸੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ। ਉਹ ਇਜ਼ਰਾਈਲ ਜਿੱਥੇ ਸਾਡੇ ਭਾਰਤ ਦੇ ਕਈ ਵਫਦ ਜਾਂਦੇ ਹੁੰਦੇ ਜੀ, ਉਹ ਪਾਣੀ ਕਿੱਦਾਂ ਸਮੁੰਦਰ ਦਾ ਸ਼ੁੱਧ ਕਰਦੇ ਆ, ਕਿੱਦਾਂ ਸਪਲਾਈ ਕਰਦੇ ਆ, ਉਹਨਾਂ ਦੀ ਖੇਤੀਬਾੜੀ ਦੀ ਟੈਕਨੀਕ ਕੀ ਹੈ, ਅਸੀਂ ਬਹੁਤ ਕੁਝ ਇਜ਼ਰਾਈਲ ਤੋਂ ਖਰੀਦਦੇ ਹਾਂ। ਇਜ਼ਰਾਈਲ ਨੂੰ ਬੇਨਤੀ ਕੀਤੀ ਤੁਸੀਂ ਵਿਚੋਲੇ ਬਣੋ, ਕੋਈ ਗੱਲਬਾਤ ਕਰਾਓ, ਆ ਕੰਮ ਖਰਾਬ ਹੋਈ ਜਾਂਦਾ ਹੀ। ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਅਚਾਨਕ ਫਲਾਈਟ ਲੈ ਕੇ ਰੂਸ ਪਹੁੰਚ ਜਾਂਦੇ ਆ, ਨਾਲ ਉਹਨਾਂ ਦੇ ਕੁਝ ਅਧਿਕਾਰੀ। ਲੰਬੀ ਚੌੜੀ ਪਤਾ ਲੱਗਿਆ ਕਿ ਗੱਲਬਾਤ ਉਹਨਾਂ ਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹੋਰਾਂ ਦੇ ਨਾਲ ਹੋਈ। ਹੁਣ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਜਦੋਂ ਰੂਸ ਦੇ ਰਾਸ਼ਟਰਪਤੀ ਦੇ ਨਾਲ ਗੱਲਬਾਤ ਕਰਦਾ ਹੈ, ਇਹਦਾ ਮਤਲਬ ਹੈ ਕਿ ਉਹਨੇ ਵਿਚੋਲਗੀ ਦੇ ਲਈ ਆਪਣੇ ਵੱਲੋਂ ਪੂਰੀ ਹਿੰਮਤ ਮਾਰਤੀ ਹੈ। ਹੁਣ ਇਜ਼ਰਾਈਲ ਦੇ ਸਬੰਧ ਪੱਛਮੀ ਮੁਲਕਾਂ ਦੇ ਨਾਲ ਕਿੰਨੇ ਚੰਗੇ ਨੇ ਇਹ ਸਾਰੇ ਹੀ ਜਾਣਦੇ ਆ। ਸੋ ਹੋ ਸਕਦਾ ਹੈ ਕਿ ਆ 12 ਲੱਖ ਬੰਦਾ ਜਿਹੜਾ ਸ਼ਰਨਾਰਥੀ ਬਣ ਗਿਆ, ਉਹਦੀ ਗਿਣਤੀ 13 ਲੱਖ, 14 ਲੱਖ ਜਾਂ 15 ਲੱਖ ਨਾ ਹੋਵੇ, ਜਾਂ ਹੋਰ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾਣਾ। ਹੋ ਸਕਦਾ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਦੀ ਮੁਲਾਕਾਤ ਉਹਦੇ ਲਈ ਬਹੁਤ ਅਹਿਮ ਪੁਆਇੰਟ ਸਾਬਿਤ ਹੋਵੇ। ਜੇ ਹੋ ਜਵੇ ਤੇ ਚੰਗੀ ਗੱਲ ਹੈ। ਦੇਖੋ ਇਹ ਤਾਂ ਬੜੀ ਦੇਰ ਤੋਂ ਉਡੀਕੀ ਜਾ ਰਹੀ ਸੀ ਗੱਲ ਨਾ, ਵੀ ਕੋਈ ਤਾਂ ਯਾਰ ਇੱਕ ਬੰਦਾ ਵਿੱਚ ਧਿਰ ਬਣੇ ਵੀ ਜਿਹੜਾ ਆਖੇ ਵੀ ਚੱਲ ਖੜ ਜਾਓ, ਇੱਕ ਮਿੰਟ ਰੋਕੋ ਯਾਰ। ਇਹ ਤੇ ਉਹੀ ਕੰਮ ਹੋ ਗਿਆ ਨਾ ਵੀ ਇੱਧਰ ਵੀ ਗੰਡਾਸੇ ਲੈ ਕੇ ਆ ਤੇ ਉੱਧਰ ਵੀ ਗੰਡਾਸੇ ਲੈ ਕੇ ਖਲੋਤੇ ਆ, ਤੇ ਵਿਚਾਲੇ ਇੱਕ ਬੰਦਾ ਹੁੰਦਾ ਨਾ ਬਾਹਾਂ ਖੜੀਆਂ ਕਰਕੇ ਇੱਕ ਮਿੰਟ ਨੇ ਕਿਹਾ ਗੱਲ ਸੁਣ ਲਓ ਮੇਰੀ, ਬਹਿ ਜਾਓ 10 ਮਿੰਟ, ਆ ਪਾਸੇ ਰੱਖ ਗੰਡਾਸਾ ਕਰਾਂ, ਬਹਿ ਕੇ ਗੱਲ ਨਿਬੇੜ ਲੈਂਦੇ ਆ। ਇਸ ਚੀਜ਼ ਦੀ ਉਡੀਕ ਤੇ ਕੀਤੀ ਜਾ ਰਹੀ ਸੀ। ਬਾਕੀ ਜੇ ਹੋ ਜਵੇ ਤੇ ਚੰਗੀ ਗੱਲ ਹੈ, ਪਰ ਜਿਸ ਹਿਸਾਬ ਨਾਲ ਹੁਣ ਆ ਦੂਸਰੀ ਗੱਲਬਾਤ ਤੋਂ ਬਾਅਦ ਜੰਗਬੰਦੀ ਦੇ ਲਈ, ਗੋਲੀਬਾਰੀ ਦੇ ਲਈ ਥੋੜ੍ਹੀ ਜਿਹੀ ਚਿਰ ਦੀ ਢਿੱਲ ਦਿੱਤੀ ਗਈ, ਜਾਂ ਕਹਿ ਲਓ ਵੀ ਤੁਸੀਂ ਲੋਕਾਂ ਨੂੰ ਵੀ ਨਿਕਲ ਜਾਓ, ਉਹ ਜੇ ਫਿਰ ਚੱਲੀ ਆ ਤੇ ਉਹਦੇ ਵਿੱਚ ਇੱਕ ਚੀਜ਼ ਜਿਹੜੀ ਕਲੀਅਰ ਕੱਟ ਨਜ਼ਰ ਆਉਂਦੀ ਉਹ ਹੈ ਵੀ ਜਾਂ ਤੇ ਵਿਸ਼ਵਾਸ ਦੀ ਘਾਟ ਆ ਦੋਵਾਂ ਧਿਰਾਂ ਦੇ ਵਿੱਚ ਹੀ, ਵੀ ਯਾਰ ਇਹ ਪਤਾ ਨਹੀਂ ਇਹ ਨਾ ਚਲਾ ਦੇਣ ਜਾਂ ਇਹ ਨਾ ਚਲਾ ਦੇਣ, ਜਾਂ ਫਿਰ ਕੋਈ ਨਾ ਕੋਈ ਸ਼ਰਾਰਤ ਆ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਚੀਜ਼ ਦੀ ਵੀ ਇੱਕ ਰੁਕੀ ਜਿਹੀ ਗੱਲ ਚੱਲਦੀ ਸੀ ਵੀ ਯਾਰ ਯੂਕਰੇਨ ਦੇ ਵਾਲੇ ਪਾਸਿਓਂ ਜਿਸ ਹਿਸਾਬ ਨਾਲ ਜ਼ੈਲੈਂਸਕੀ ਸਾਹਿਬ ਇਸ ਵਕਤ ਪੱਟ ਮਾਰ ਰਹੇ, ਉਹ ਕੋਈ ਪੱਟ ਇਕੱਲਾ ਨਹੀਂ ਬੰਦਾ ਮਾਰ ਰਿਹਾ, ਕੋਈ ਬੰਦਾ ਲੱਗਦਾ ਵੀ ਤਗੜਾ ਹੋ, ਕੋਈ ਨਹੀਂ ਖਲੋਤੇ ਆ, ਵੀ ਕਿਤੇ ਉਹ ਕਾਰਨ ਤਾਂ ਨਹੀਂ ਹੈ ਵੀ ਜਦੋਂ ਉਹਨੂੰ ਲੱਗਿਆ
ਵੀ ਯਾਰ ਇਹ ਤੇ ਕੰਮ ਰੁਕ ਚੱਲਿਆ ਹੀ ਤੇ ਕੁਛ ਨਾ ਕੁਛ ਕਰੀਏ। ਇਹਦੀ ਹਲਕੀ ਜੀ ਹਵਾ ਆਪਾਂ ਨੇ ਕਹਿੰਦੇ ਵੀ ਹੈਗੀ ਕਿ ਨਹੀਂ ਹੈਗੀ, 2-4 ਦਿਨਾਂ 'ਚ ਕਲੀਅਰ ਹੋ ਜੂ। ਬਿਲਕੁਲ ਜੀ, 11ਵਾਂ ਦਿਨ ਸ਼ੁਰੂ ਹੋ ਗਿਆ, ਯੁੱਧ ਸ਼ੁਰੂ ਹੋਏ ਨਹੀਂ। ਸਾਨੂੰ ਲੱਗਦਾ ਸੀ 3-4 ਦਿਨਾਂ ਦੇ ਵਿੱਚ ਵਿਸ਼ਵ ਪ੍ਰੈਸ਼ਰ ਪਾਊਗਾ, ਸਮਾਪਤ ਹੋ ਜੂ। ਨੁਕਸਾਨ ਲਗਾਤਾਰ ਹੋ ਰਿਹਾ। ਤੇ ਸੰਧਾਲੀਆ ਸਾਹਿਬ, ਯੂਕਰੇਨ ਦੇ ਰਾਸ਼ਟਰਪਤੀ ਨੇ ਇੱਕ ਨਵੀਂ ਜੁਗਤ ਵਰਤੀ ਸੀ। ਉਹਨਾਂ ਨੇ ਨਾਟੋ ਦੇਸ਼ਾਂ ਨੂੰ ਕਿਹਾ ਸੀ ਕਿ ਭਾਈ ਨੋ ਫਲਾਈ ਜ਼ੋਨ ਡਿਕਲੇਅਰ ਕਰ ਦਿਓ ਸਾਡਾ ਯੂਕਰੇਨ, ਕਿ ਇਹਦੇ ਉੱਤੋਂ ਦੀ ਕੋਈ ਜਹਾਜ਼ ਨਹੀਂ ਉੱਡ ਸਕਦਾ। ਜਹਾਜ਼ ਨਹੀਂ ਉਡੂਗਾ, ਹਮਲਾ ਕਿੱਦਾਂ ਹੋ ਜੂ। ਉਹਨਾਂ ਨੇ ਆਪਣੇ ਵੱਲੋਂ ਇਹ ਖੇਡ ਖੇਡੀ। ਉਧਰੋਂ ਰੂਸ ਦੇ ਰਾਸ਼ਟਰਪਤੀ ਨੇ ਕਹਿ ਤਾ ਫਿਰ ਜਿਹੜਾ ਵੀ ਬੰਦਾ ਯੂਕਰੇਨ ਨੂੰ ਨੋ ਫਲਾਈ ਜ਼ੋਨ ਬਣਾਊਗਾ ਨਾ, ਅਸੀਂ ਮੰਨ ਕੇ ਚੱਲਾਂਗੇ ਕਿ ਜੰਗ ਦੇ ਵਿੱਚ ਯੂਕਰੇਨ ਦੇ ਨਾਲ ਹੈ, ਕਿ ਜੰਗ ਫਿਰ ਸਾਡੀ ਉਹਦੇ ਨਾਲ ਵੀ ਸਹੀ। ਉਹ ਨੈਟੋ ਵਾਲਿਆਂ ਨੇ ਕਹਿ ਦਿੱਤਾ, ਯੂਰਪੀਅਨ ਯੂਨੀਅਨ ਵਾਲੇ ਕਹਿੰਦੇ ਫਿਰ ਇਦਾਂ ਤਾਂ ਨਹੀਂ ਹੋ ਸਕਦਾ, ਅਸੀਂ ਇਹ ਤਾਂ ਨਹੀਂ ਕਰ ਸਕਦੇ, ਅਸੀਂ ਕੁਛ ਹੋਰ ਕਰਦੇ ਹਾਂ। ਤੇ ਉਸੇ ਵੇਲੇ ਫਿਰ ਯੂਕਰੇਨ ਵਾਲੀ ਜਿਹੜੀ ਸਰਕਾਰ ਆ ਉਹ ਕਹਿੰਦੇ ਜੀ ਅਸੀਂ ਨਿਰਾਸ਼ ਬਣੇ ਆ, ਅਸੀਂ ਹੁਣ ਇਕੱਲੇ ਰਹਿ ਗਏ ਆ। ਇਸ ਮੁੱਦੇ ਦੇ ਉੱਤੇ ਨੋ ਫਲਾਈ ਜ਼ੋਨ ਡਿਕਲੇਅਰ ਕਰ ਦਿੰਦੇ, ਕੁਛ ਬਚਾਅ ਹੋ ਜਾਂਦਾ। ਇਹਦੇ ਨਾਲ ਨਾਲ ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ, ਉਹ ਕਹਿੰਦੇ ਜੇ ਸਾਡਾ ਦੇਸ਼ ਦੱਬ ਲਿਆ ਰੂਸ ਨੇ, ਕਿਉਂਕਿ ਪਤਾ ਹੀ ਆ ਕਿ ਜੇ ਇੱਦਾਂ ਹੀ ਕੰਮ ਚੱਲਦਾ ਰਿਹਾ ਦੱਬ ਉਹਨਾਂ ਨੇ ਲੈਣਾ, ਮੁਕਾਬਲਾ ਕੋਈ ਨਹੀਂ ਹੈ। ਨੈਟੋ ਵਾਲੇ ਸਾਹਮਣੇ ਖੁੱਲ੍ਹ ਕੇ ਆਉਂਦੇ ਨਹੀਂ। ਉਹ ਕਹਿੰਦੇ ਜੇ ਸਾਡਾ ਦੇਸ਼ ਦੱਬ ਲਿਆ ਤੇ ਸਾਡੀ ਹਾਰ ਥੋੜੀ ਹੋਣੀ ਆ, ਸਾਰੇ ਯੂਰਪ ਦੀ ਹਾਰ ਹੋਣੀ ਆ। ਕੱਲ੍ਹ ਨੂੰ ਦੇਖੋ ਤੁਹਾਡੀ ਧੌਣ ਦੇ ਉੱਤੇ ਗੋਡਾ ਵੀ ਉਹਨੇ ਰੱਖਣਾ। ਹੁਣ ਇਸ ਸਾਰੀ ਪ੍ਰਕਿਰਿਆ ਦੇ ਨਾਲ ਪ੍ਰੈਸ਼ਰ ਵੀ ਵੱਧ ਰਿਹਾ, ਕਈ ਕੁਛ ਹੋਰ ਵੀ ਹੋ ਰਿਹਾ। ਪਰ ਇੱਕ ਚਰਚਾ ਜਿਸ ਵੇਲੇ 2 ਸ਼ਹਿਰਾਂ ਦੀ ਚੱਲੀ ਨਾ, ਕਿ 2 ਸ਼ਹਿਰਾਂ ਦੇ ਵਿੱਚ ਗੋਲੀਬੰਦੀ ਹੋ ਗਈ, ਇਹ ਇੱਕ ਚੰਗਾ ਕਦਮ ਸੀ। ਸਕਸੈਸਫੁਲ ਹੋ ਸਕਿਆ ਨਹੀਂ ਹੋ ਸਕਿਆ ਵੱਖਰੀ ਗੱਲ ਹੈ। ਉਦੋਂ ਬਹੁਤ ਸਾਰੇ ਭਾਰਤੀ ਲੋਕਾਂ ਨੂੰ ਆਸ ਹੋ ਗਈ ਕਿ ਖਾਰਕੀਵ, ਪੈਸੋਚਿਕ ਤੇ ਦੂਸਰੇ ਪਾਸੇ ਸੂਮੀ ਦੇ ਵਿੱਚ ਜਿਹੜੇ ਭਾਰਤੀ ਵਿਦਿਆਰਥੀ ਫਸੇ ਹੋ ਸੀ, ਕਿ ਸ਼ਾਇਦ ਉਹ ਲੰਘ ਜਾਣਗੇ। ਪਰ ਉਹ ਦੋਨੋਂ ਸ਼ਹਿਰ ਇਹਨਾਂ ਤੋਂ 500 ਤੋਂ ਲੈ ਕੇ 600 ਕਿਲੋਮੀਟਰ ਦੀ ਦੂਰੀ ਤੇ ਸੀ। ਇੱਥੇ ਜੰਗਬੰਦੀ ਨਹੀਂ ਹੋਈ ਜਿੱਥੇ ਭਾਰਤ ਦੇ ਵਿਦਿਆਰਥੀ ਫਸੇ ਆ। ਹੁਣ ਭਾਰਤੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਅਸੀਂ ਪੈਸੋਚਿਕ ਤੋਂ ਵੀ ਬਾਹਰ ਲੈ ਆਏ ਆ ਬੱਚੇ, ਤੇ ਦੂਜੇ ਪਾਸਿਓਂ ਵੀ ਲੈ ਆਏ, ਤੇ ਇਕੱਲੇ ਸੂਮੀ ਦੇ ਵਿੱਚ ਰਹਿ ਗਿਆ ਸਾਡੇ ਕੁਝ ਸੈਂਕੜੇ ਵਿਦਿਆਰਥੀ। ਤੇ ਉੱਥੋਂ ਦੇ ਵਿਦਿਆਰਥੀਆਂ ਨੇ ਇੱਕ ਵੀਡੀਓ ਬਣਾ ਕੇ ਸੰਧਾਲੀਆ ਸਾਹਿਬ ਭੇਜੀ। ਉਹ ਕਹਿੰਦੇ ਜੀ ਅਸੀਂ ਹੁਣ ਤੰਗ ਆ, ਖਾਣ ਨੂੰ ਕੁਛ ਨਹੀਂ, ਅਸੀਂ ਆਖਰੀ ਵੀਡੀਓ ਬਣਾ ਕੇ ਤੁਹਾਡੇ ਤੱਕ ਭੇਜ ਰਹੇ ਹਾਂ, ਤੇ ਜੇ ਤਾਂ ਸਾਡੇ ਤੱਕ ਕੋਈ ਮਦਦ ਪਹੁੰਚ ਗਈ ਤਾਂ ਠੀਕ ਹੈ, ਨਹੀਂ ਤਾਂ ਫਿਰ ਅਸੀਂ ਚਾਹੇ ਸਾਡੀ ਜਾਨ ਨੂੰ ਖਤਰਾ ਹੋ ਜਾਏ ਪਰ ਸਾਡੇ ਕੋਲ ਚਾਰਾ ਕੋਈ ਨਹੀਂ, ਫਿਰ ਅਸੀਂ ਇੱਥੇ ਭੁੱਖੇ ਥੋੜੀ ਮਰਨਾ, ਅਸੀਂ ਰੂਸ ਵਾਲੇ ਪਾਸੇ ਨੂੰ ਤੁਰ ਪੈਣਾ, ਕਿਉਂਕਿ ਬਾਰਡਰ 50 ਕਿਲੋਮੀਟਰ ਹੀ ਹੈ, ਉੱਥੇ ਜੰਗ ਲੱਗੀ ਹੋਵੇ। ਪਰ ਇਹ ਜਿਹੜੀ ਸਿਚੁਏਸ਼ਨ ਆ ਇਹ ਹੈ ਬੜੀ ਅਜੀਬੋ-ਗਰੀਬ, ਕਿਉਂਕਿ ਜਿਸ ਜਗ੍ਹਾ ਦੇ ਉੱਪਰ ਉਹ ਐਕਚੁਅਲੀ ਜਿਹੜਾ ਉਹਨਾਂ ਦੀ ਲੋਕੇਸ਼ਨ ਹੈ ਨਾ, ਉਹ ਬੜੀ ਅਜੀਬ ਹੈ। ਕਿਉਂਕਿ ਜੇ ਇਸ ਤੋਂ ਪਹਿਲਾਂ ਹੁਣ ਇਹ ਵੀ ਚਰਚਾ ਚੱਲਣ ਲੱਗ ਪਈ ਆ ਵੀ ਹਾਂ ਯਾਰ, ਜੇ ਪਹਿਲਾਂ ਉਹ ਤੁਸੀਂ ਐਡਵਾਈਜ਼ਰੀ ਜਾਰੀ ਕੀਤੀ ਸੀ ਜਾਂ ਤੁਸੀਂ ਇਹ ਕਿਹਾ ਸੀ ਵੀ ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ, ਜਾਂ ਤੇ ਉਹਦੀ ਹਾਮੀ ਭਰ ਦੇਵੇ। ਜੇ ਤੁਹਾਨੂੰ ਇਹ ਪਤਾ ਹੀ ਲੱਗ ਗਿਆ ਸੀ ਵੀ ਅਸੀਂ ਇਹ ਕਿਹਾ ਵੀ ਨਹੀਂ ਕੋਈ ਫਰਕ ਪੈਂਦਾ, ਪਰ ਹਾਲਾਤ ਵਿਗੜ ਗਿਆ, ਐਂਡ ਤੁਹਾਨੂੰ ਇਹ ਵੀ ਪਤਾ ਸੀ ਵੀ ਜੇ ਹਮਲਾ ਰੂਸ ਨੇ ਕਰਨਾ ਤਾਂ ਇਟ ਮੀਨਸ ਕਿ ਉਹਨਾਂ ਸ਼ਹਿਰਾਂ ਦੇ ਉੱਪਰ ਆਪਾਂ ਪਹਿਲਾਂ ਧਿਆਨ ਦਈਏ ਜਿਹੜੇ ਸ਼ਹਿਰ ਲਾਗੇ ਲੱਗਦੇ ਆ, ਕਿਉਂਕਿ ਜਿੱਥੋਂ ਹਮਲਾ ਸ਼ੁਰੂ ਹੋਣਾ ਆਪਾਂ ਉਧਰਲੇ ਪਾਸੇ ਧਿਆਨ ਦਈਏ। ਜੇ ਨਹੀਂ ਦਿੱਤਾ ਗਿਆ, ਇਹਦੇ ਵਿੱਚ ਕੋਈ ਨਾ ਕੋਈ ਕਮੀ ਪੇਸ਼ੀ ਹੈਗੀ ਹੈ। ਪਰ ਨਾਲ ਜਿਹੜੀ ਇੱਕ ਵਿੱਚ ਜੇ ਚਰਚਾ ਇਹ ਚੱਲਦੀ ਸੀ ਵੀ ਸ਼ਾਇਦ ਹੁਣ ਭਾਰਤ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਵੀ ਯੂਕਰੇਨ ਤੇ ਰਸ਼ੀਆ ਦੋਵਾਂ ਨੂੰ ਰੋਕਿਆ ਜਾਵੇ, ਕਿ ਜਿੱਦਾਂ ਉਹਨਾਂ ਦੋਵਾਂ ਸ਼ਹਿਰਾਂ ਦੇ ਲਈ ਕੋਸ਼ਿਸ਼ ਕੀਤੀ ਸੀ, ਸੂਮੀ ਤੋਂ ਵੀ ਇੱਕ ਸੇਫ ਪੈਸੇਜ ਮਿਲੇ ਜਿਹਦੇ ਤੋਂ ਆਪਣੀਆਂ ਬੱਸਾਂ ਭੇਜ ਕੇ ਤੇ ਅਸੀਂ ਉਹਨਾਂ ਲੋਕਾਂ ਨੂੰ ਕੱਢ ਲਈਏ। ਹੁਣ ਰਸਤਾ ਮਿਲਦਾ ਨਹੀਂ ਮਿਲਦਾ, ਇਹਦਾ ਇੰਤਜ਼ਾਰ ਹੈ। ਬਿਲਕੁਲ ਸੰਧਾਲੀਆ ਸਾਹਿਬ, ਦੇਖੋ ਦੋਨਾਂ ਦੇਸ਼ਾਂ ਨੇ ਉੱਥੇ ਕੋਸ਼ਿਸ਼ ਇਹ ਕਰਨੀ ਹੈ, ਰੂਸ ਵਾਲਿਆਂ ਨੇ ਕਰਨੀ ਕਿ ਸਾਡੇ ਵੱਲ ਦੀ ਲੰਘਣ, ਕਿਉਂਕਿ ਦੁਨੀਆ ਨੂੰ ਸੁਨੇਹਾ ਜਾਂਦਾ ਨਾ। ਯੂਕਰੇਨ ਵਾਲਿਆਂ ਨੇ ਕੋਸ਼ਿਸ਼ ਕਰਨੀ ਕਿ ਸਾਡੇ ਵੱਲ ਦੀ ਲੰਘਣ, ਕਿ ਰੂਸ ਵਾਲਾ ਸੁਨੇਹਾ ਨਾ ਚੱਲ ਜਾਵੇ। ਪਰ ਉਹਨਾਂ ਦੀ ਸਿਹਰਾ ਲੈਣ ਦੀ ਦੌੜ ਦੇ ਵਿੱਚ ਸਾਡੇ ਬੱਚਿਆਂ ਦਾ ਨੁਕਸਾਨ ਨਾ ਹੋਵੇ। ਹੁਣ ਭਾਰਤੀ ਅਧਿਕਾਰੀਆਂ ਨੇ ਕਿਹਾ, ਵਿਦੇਸ਼ ਮੰਤਰਾਲੇ ਨੇ, ਅੰਬੈਸੀ ਨੇ ਵੀ ਕਿਹਾ ਕਿ ਭਾਈ ਲੰਘ ਜਾਇਓ ਨਾ, ਵੀ ਅਸੀਂ ਜੇ ਇਧਰ ਖਾਰਕੀ ਵਾਲੇ ਪਾਸੇ ਬੱਸਾਂ ਭੇਜ ਕੇ ਬੱਚਿਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ, ਸਫਲ ਹੋਏ, ਕਿਉਂਕਿ ਉਹਨਾਂ ਨੇ ਕਿਹਾ ਕੋਈ ਬੱਚਾ ਨਹੀਂ ਉੱਥੇ ਰਹਿ ਗਿਆ ਬਾਕੀ, ਤੇ ਅਸੀਂ ਤੁਹਾਡੇ ਵਾਲੇ ਪਾਸੇ ਵੀ ਕੋਸ਼ਿਸ਼ ਕਰ ਰਹੇ, ਇੱਕ ਅੱਧਾ ਦਿਨ ਹੋਰ ਵੇਟ ਕਰੋ, ਜੇ ਤੁਸੀਂ ਬਾਹਰ ਨਿਕਲੋਗੇ ਤੁਹਾਡੇ ਲਈ ਖਤਰਾ ਪੈਦਾ ਹੋਊਗਾ। ਹੁਣ ਬੱਚਿਆਂ ਦੀਆਂ ਉੱਥੇ ਕੀ ਮਜਬੂਰੀਆਂ, ਇਧਰਲੇ ਪਾਸੇ ਬਿਆਨ ਜਿਹੜੇ ਹੈ ਉਹ ਜ਼ਮੀਨੀ ਹਕੀਕਤ ਦੇ ਨਾਲ ਕਿੰਨਾ ਕੁ ਮੇਲ ਖਾਂਦੇ ਆ, ਉਹ ਦੋਨੋਂ ਚੀਜ਼ਾਂ ਜਿਹੜੀਆਂ ਬੜੀਆਂ ਅਹਿਮ ਨੇ, ਇੰਪੋਰਟੈਂਟ ਨੇ। ਸੰਧਾਲੀਆ ਸਾਹਿਬ, ਇਹਦੇ ਨਾਲ ਇੱਕ ਚੀਜ਼ ਪਿਛਲੇ ਦਿਨੀ ਚਰਚਾ 'ਚ ਆਈ ਸੀ। ਹੁਣ ਗੁਰਜੀਤ ਸਿੰਘ ਔਜਲਾ ਸਾਹਿਬ ਉੱਥੇ ਗਏ, ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ, ਉਹ ਪੋਲੈਂਡ ਗਏ। ਪੋਲੈਂਡ ਤੋਂ ਫਿਰ ਜਿਹੜਾ ਯੂਕਰੇਨ ਦਾ ਬਾਰਡਰ ਹੈ ਉੱਥੇ ਪੁੱਜੇ ਹੈ। ਉੱਥੇ ਜਾ ਕੇ ਕੁਝ ਸਾਡੇ ਬੱਚੇ ਮੰਦਿਰ 'ਚ ਰੁਕੇ ਹੈ, ਕੁਝ ਗੁਰੂ ਘਰ ਰੁਕੇ ਹੈ, ਕੁਝ ਹੋਟਲ 'ਚ ਰੁਕੇ ਹੈ, ਉਹਨਾਂ ਨੂੰ ਬੈਠ ਕੇ ਹਾਲਾਤ ਪੁੱਛੇ ਹੈ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਸੁਨੇਹਾ ਭੇਜਿਆ ਕਿ ਯਤਨ ਕਰ ਰਹੇ ਹਾਂ ਕਿ ਜਿਹੜੇ ਬੱਚੇ ਬਾਰਡਰ ਦੇ ਕੋਲ ਪਹੁੰਚ ਚੁੱਕੇ ਆ ਪਰ ਅਜੇ ਤੱਕ ਐਂਟਰੀ ਨਹੀਂ ਮਿਲੀ, ਕਿਉਂਕਿ ਲੱਖਾਂ ਲੋਕ ਆਉਣਾ ਚਾਹੁੰਦੇ ਆ, ਉਹਨਾਂ ਲਈ ਵੀ ਯਤਨ ਕਰ ਰਹੇ, ਤੇ ਜਿਹੜੇ ਦੂਰ ਦਰਾਡੇ ਫਸੇ ਆ ਸਥਾਨਕ ਲੋਕਾਂ ਦੀ ਮਦਦ ਲੈ ਕੇ ਅਸੀਂ ਉਹਨਾਂ ਨੂੰ ਵੀ ਵਾਪਸ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਚੰਗੀ ਗੱਲ ਹੈ ਕਿ ਕੋਈ ਅਧਿਕਾਰੀ, ਕੋਈ ਪੋਲੀਟੀਸ਼ੀਅਨ ਜੇ ਉੱਥੇ ਜਾ ਕੇ ਬੱਚਿਆਂ ਦੀ ਬਾਂਹ ਫੜਦਾ, ਉਹਨਾਂ ਨੂੰ ਸਹਾਰਾ ਮਿਲਦਾ, ਕਿਉਂਕਿ ਮਾਨਸਿਕ ਤੌਰ ਦੇ ਉੱਤੇ ਮਜ਼ਬੂਤੀ ਦੀ ਵੀ ਲੋੜ ਹੈ। ਨਹੀਂ, ਇਹਦਾ ਬੜਾ ਫਰਕ ਹੈ। ਤੁਸੀਂ ਦੇਖੋ ਹੁਣ ਉਹ ਵੀਡੀਓਜ਼, ਫੋਟੋਗ੍ਰਾਫਸ ਜਿਹੜੀਆਂ ਵੀ ਉੱਥੋਂ ਆਈਆਂ ਜੀ, ਇਹਦੇ ਨਾਲ ਜਿਹੜੇ ਪਿੱਛੇ ਬੈਠੇ ਪਰਿਵਾਰ ਦੇ ਜੀ, ਉਹਨਾਂ ਨੂੰ ਘੱਟੋ ਘੱਟ ਇਹ ਤੇ ਸਮਝ ਲੱਗਦੀ ਹੈ ਨਾ ਵੀ ਯਾਰ ਚਲੋ ਜੇ ਉਹ ਉੱਥੇ ਬੰਦਾ ਬੈਠਾ, ਉਹ ਕਿਉਂਕਿ ਮੈਂਬਰ ਪਾਰਲੀਮੈਂਟ ਬੰਦਾ ਕੋਈ ਛੋਟਾ ਬੰਦਾ ਤਾਂ ਹੈ ਨਹੀਂ, ਹੁਣ ਮੈਂਬਰ ਪਾਰਲੀਮੈਂਟ ਬੈਠਾ, ਜੇ ਉਹਦੇ ਲਾਗੇ ਉਹਨੂੰ 2-4 ਚਿਹਰੇ ਹੋਣਗੇ, ਕੋਈ ਉੱਥੋਂ ਫੋਨ ਤੇ ਗੱਲ ਹੋਈ ਹੋਊਗੀ, ਹੋ ਸਕਦਾ ਵੀ ਕਿਸੇ ਨਾ ਕਿਸੇ ਨੂੰ ਮੈਂਟਲੀ ਸਹਾਰਾ ਹੋ ਜਾਏ ਵੀ ਚੱਲ ਯਾਰ ਉੱਥੇ ਪਹੁੰਚ ਗਏ ਨੇ, ਅੱਜ ਨਹੀਂ ਤੇ ਕੱਲ੍ਹ ਆ ਜਾਣਗੇ। ਖੈਰ
ਅਸਰ ਤੇ ਆਪਾਂ ਦੇਖ ਹੀ ਰਹੇ ਹਾਂ ਵੀਡੀਓਜ਼ ਦੇ ਵਿੱਚ ਵੀ ਜਦੋਂ ਕੋਈ ਜਹਾਜ਼ ਤੇ ਕੋਈ ਆਉਂਦਾ ਬੱਚਾ ਤੇ ਮਾਂ ਪਿਓ ਗਲ ਲੱਗ ਕੇ ਉਹ ਭੁੱਬੀ ਰੋਂਦੇ ਆ। ਹਾਲਾਂਕਿ ਉਦੋਂ ਤੱਕ ਉਹ ਬਿਲਕੁਲ ਸੇਫ ਆਪਣੇ ਘਰੇ ਪਹੁੰਚ ਗਿਆ, ਪਰ ਉਦੋਂ ਵੀ ਉਹਨਾਂ ਨੂੰ ਲੱਗਦਾ ਵੀ ਸ਼ੁਕਰ ਹੈ। ਪਰ ਜਿਹੜੇ ਜੀ ਅਜੇ ਤੱਕ ਆਏ ਨਹੀਂ, ਉਹਨਾਂ ਦੇ ਪਿੱਛੇ ਮਾਪਿਆਂ ਦਾ ਕੀ ਹਾਲ ਹੋਊਗਾ ਤੇ ਸਮਝ ਸਕਦੇ ਆਪਾਂ। ਨਹੀਂ, ਬਹੁਤ ਔਖਾ ਹੈ। ਸੰਧਾਲੀਆ ਸਾਹਿਬ, ਇੱਕ ਬਾਰ-ਬਾਰ ਜਿਹੜਾ ਜ਼ਿਕਰ ਚੱਲਿਆ ਸੀ, ਭਾਰਤੀ ਬੱਚਿਆਂ ਨੂੰ ਟ੍ਰੇਨਾਂ 'ਚ ਨਹੀਂ ਚੜ੍ਹਨ ਦਿੱਤਾ ਜਾ ਰਿਹਾ, ਨਹੀਂ ਚੜ੍ਹਨ ਦਿੰਦੇ, ਠੁੱਡੇ ਵੱਜੇ ਨੇ, ਧੱਕੇ ਵੱਜੇ ਨੇ, ਟ੍ਰੇਨਾਂ ਦੇ ਦਰਵਾਜ਼ੇ ਬੰਦ ਹੋਏ ਆ, ਪਰ ਬਹੁਤ ਸਾਰੇ ਬੱਚੇ ਟ੍ਰੇਨਾਂ 'ਚ ਆਏ ਵੀ ਆ, ਯਾਨੀ ਜਿਨ੍ਹਾਂ ਨੇ ਇਹ ਕੁਝ ਕੀਤਾ ਉਹ ਨਿੰਦਣਯੋਗ ਹੈ। ਪਰ ਹੁਣ ਕੁਝ ਇੱਕ ਬੱਚੇ ਇੱਥੇ ਆਏ ਕਿਉਂਕਿ ਕਿਸੇ ਵੀ ਖਿੱਤੇ 'ਚ ਰਹਿਣ ਵਾਲੇ ਲੋਕਾਂ ਦਾ ਅਕਸ ਗਲਤ ਤਰੀਕੇ ਨਾਲ ਲੋਕਾਂ 'ਚ ਨਹੀਂ ਜਾਣਾ ਚਾਹੀਦਾ। ਉਹਨਾਂ ਬੱਚਿਆਂ ਨੂੰ ਪੁੱਛਿਆ ਜੀ ਤੁਹਾਡੇ ਨਾਲ ਕੀ ਹੋਇਆ ਸੀ? ਉਹ ਕਹਿੰਦੇ ਜੀ ਦੇਖੋ ਲੜਾਈ ਲੱਗ ਗਈ, ਅਸੀਂ ਤੰਗ ਸੀ, ਪਰੇਸ਼ਾਨ ਸੀ, ਪਰ ਯੂਕਰੇਨ ਦੇ ਲੋਕਾਂ ਨੇ ਸਾਡੀ ਮਦਦ ਕੀਤੀ, ਸਥਾਨਕ ਲੋਕਾਂ ਨੇ। ਤੁਸੀਂ ਦੇਖੋ ਕਿ ਅਜੇ ਤੱਕ ਮੇਰੇ ਕੋਲ ਤੱਥ ਸਹਿਤ ਕੋਈ ਇਦਾਂ ਦੀ ਖਬਰ ਨਹੀਂ, ਜੇ ਤੁਹਾਡੇ ਕੋਲ ਹੋਵੇ ਜਾਂ ਤੁਹਾਡੇ ਕੋਲ ਹੋਵੇ ਪਰਿਵਾਰ ਦੇ ਮੈਂਬਰਾਂ ਕੋਲ ਦੱਸ ਦਿਓ ਕਿ ਕਿਸੇ ਬੱਚੇ ਦਾ ਸਮਾਨ ਲੁੱਟਿਆ ਹੋਵੇ, ਕਿਸੇ ਬੱਚੇ ਦੇ ਵੱਲ ਉਂਗਲ ਕਿਸੇ ਨੇ ਕੀਤੀ ਹੋਵੇ। ਠੀਕ ਹੈ, ਸਰਹੱਦ ਤੇ ਧੱਕੇ ਪਏ ਨੇ, ਟ੍ਰੇਨਾਂ 'ਚ ਧੱਕੇ ਪਏ ਨੇ, ਬਿਲਕੁਲ ਪਏ ਆ, ਪਰ ਜਿਨ੍ਹਾਂ ਲੋਕਾਂ ਨੇ ਮਦਦ ਕੀਤੀ ਹੋਊਗੀ ਉਹ ਕਹਿੰਦੇ ਜੀ ਰਾਹ ਦੇ ਵਿੱਚ ਵੀ ਸਾਡੀ ਮਦਦ ਕੀਤੀ, ਉੱਥੋਂ ਸੁਰੱਖਿਅਤ ਰਹਿਣ ਦੇ ਵਿੱਚ ਵੀ ਮਦਦ ਕੀਤੀ, ਨਹੀਂ ਤਾਂ ਜੰਗ ਹੋਵੇ, ਲੁੱਟਾਂ ਮਾਰਾਂ ਸੰਧਾਲੀਆ ਸਭ ਉੱਦਾਂ ਹੀ ਸ਼ੁਰੂ ਹੋ ਜਾਂਦੀਆਂ ਹੁੰਦੀਆਂ। ਸੋ ਜਿਹੜੇ ਲੋਕ ਉਹਨਾਂ ਨੂੰ ਖਾਣਾ ਦਾਣਾ ਦੇ ਰਹੇ ਆ, ਜਿਹੜੇ ਲੋਕ ਰਾਹ 'ਚ ਮਦਦ ਕਰ ਰਹੇ ਆ, ਉਹਨਾਂ ਨੂੰ ਸਲੂਟ ਕਰਨਾ ਬਣਦਾ, ਭੁੱਲੀਏ ਨਾ ਕਦੇ ਵੀ। ਸਿੰਪਲ ਜੀ ਗੱਲ ਆ ਕਿ ਉੱਥੇ ਲੱਖਾਂ ਲੋਕ ਨੇ ਜੀ, ਉਹ ਯੂਕਰੇਨ ਦੇ ਵੀ ਨੇ ਜਾਂ ਹੋਰਨਾਂ ਦੇਸ਼ਾਂ ਦੇ ਵੀ ਨੇ, ਤੇ ਉਹਨਾਂ ਦੇ ਵਿੱਚੋਂ ਚੰਦ ਸੈਂਕੜੇ ਲੋਕਾਂ ਦਾ ਜੇ ਬਚ ਕੇ ਸੇਫਲੀ ਆਪਣੇ ਦੇਸ਼ ਪਹੁੰਚਣ ਦੇ ਵਿੱਚ ਉਹ ਕਾਮਯਾਬ ਹੋਏ, ਇਹਦਾ ਮਤਲਬ ਚੰਗੇ ਬੰਦਿਆਂ ਦੀ ਬਹੁਤਾਤ ਸੀ ਤਾਂ ਹੀ ਹੋਇਆ ਉੱਥੇ। ਬਿਲਕੁਲ, ਇਹ ਤੇ ਗੱਲ ਕਲੀਅਰ ਹੈ। ਸੋ ਮੇਰੇ ਖਿਆਲ ਨਾਲ ਇਹ ਵਧੀਆ ਗੱਲ ਹੈ ਵੀ ਸੁਨੇਹਾ ਉਹੋ ਜਿਹਾ ਨਹੀਂ ਜਾਣਾ ਚਾਹੀਦਾ। ਬਾਕੀ ਆਸ ਕਰਦੇ ਹਾਂ ਵੀ ਇੱਕ ਅੱਧੇ ਦਿਨ ਤੱਕ ਜਿਹੜੇ ਉੱਥੇ ਬਚੇ ਹੋਏ ਲੋਕ ਨੇ ਉਹ ਵੀ ਵਾਪਸ ਆ ਜਾਣ, ਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਵੀ ਇਹ ਚੀਜ਼ ਹੁਣ ਰੁਕੇ, ਕਿਉਂਕਿ ਜਦੋਂ ਇਹ ਵੱਧ ਰਹੀ ਇਹਦਾ ਇੰਪੈਕਟ ਬਹੁਤ ਦੂਰ ਤੱਕ ਜਾ ਰਿਹਾ। ਨਹੀਂ, ਜ਼ਰੂਰੀ ਹੈ ਜੀ, ਸਾਰੀ ਦੁਨੀਆ ਇਧਰਲੇ ਪਾਸੇ ਧਿਆਨ ਦੇਵੇ। ਹੁਣ ਆਪੋ ਆਪਣੇ ਜਿਹੜੇ ਹੈ ਉਹ ਸੁਰੱਖਿਆ ਵਾਲੇ ਆਲਣੇ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ। ਦੋਨਾਂ ਦੇਸ਼ਾਂ ਦੇ ਪ੍ਰੈਸ਼ਰ ਪਾਓ ਕਿ ਭਾਈ ਹੁਣ ਦੇਸ਼ਾਂ ਦੇ ਨਹੀਂ ਧਿਰਾਂ ਤੇ ਪ੍ਰੈਸ਼ਰ ਪਾਓ ਕਿ ਤੁਸੀਂ ਮਾੜੇ ਜਿਹੇ ਬੰਦਿਆਂ ਵਾਲੇ ਕੰਮ ਕਰੋ, ਕਿਉਂਕਿ ਤੁਹਾਡੇ ਬੰਦਿਆਂ ਵਾਲੇ ਕੰਮ ਨਾ ਕਰਨ ਕਰਕੇ ਬੰਦੇ ਦਾ ਨੁਕਸਾਨ ਹੋ ਰਿਹਾ। ਬਿਲਕੁਲ ਸਹੀ ਗੱਲ ਆ। ਬਾਕੀ ਹੁਣ ਚੱਲੀਏ ਜੀ ਆਪਾਂ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੇ ਦਿਨ ਹੁਣ ਮੇਰਾ ਖਿਆਲ ਕੱਲ੍ਹ ਦਾ ਰਹਿ ਗਿਆ, ਤੇ ਉਦੋਂ ਬਾਅਦ ਫਿਰ ਵੋਟਾਂ ਵਾਲਾ ਕੰਮ ਸਾਰੇ ਪਾਸੇ ਨਿਬੜ ਜਾਣਾ, ਤੇ ਉਦੋਂ ਬਾਅਦ ਫਿਰ ਐਗਜ਼ਿਟ ਪੋਲ ਵੀ ਆਉਣੇ ਸ਼ੁਰੂ ਹੋ ਜਾਣੇ ਆ। ਬਹੁਤ ਸਾਰਾ ਤੁਹਾਨੂੰ ਵੀ ਪਤਾ ਲੱਗਣ ਲੱਗ ਪੈਣਾ, ਫਲਾਨੀ ਥਾਂ ਤੋਂ ਫਲਾਨੀ ਪਾਰਟੀ, ਢੀਂਗੜੀ ਥਾਂ ਤੋਂ ਢੀਂਗੜੀ ਪਾਰਟੀ। 2 ਦਿਨ ਫਿਰ ਉਹ ਗੱਲਾਂ ਵੀ ਆਪਾਂ ਕਰ ਲਵਾਂਗੇ, ਤੇ ਪਤਾ ਅਖੀਰ ਸਾਰਾ ਕੁਝ ਦੱਸ ਨੂੰ ਲੱਗਣਾ। ਹੁਣ ਦਿਓ ਇਜਾਜ਼ਤ, ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।